ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸੱਜਣ ਹਿੰਦੂ ਪਰਿਵਾਰਾਂ 'ਚੋਂ ਆਏ ਨੇ ਉਹਨਾਂ ਨੂੰ ਨਮਸਕਾਰ, ਔਰ ਜੋ ਮੁਸਲਮਾਨ ਪਰਿਵਾਰਾਂ 'ਚੋਂ ਆਏ ਨੇ ਉਹਨਾਂ ਨੂੰ ਅਸਲਾਮ ਅਲੈਕਮ। ਸਾਡਾ ਅੱਜ ਦਾ ਪ੍ਰੋਗਰਾਮ ਜਿਸ ਉਪਰਾਲੇ ਨਾਲ ਇੱਥੇ ਰੱਖਿਆ ਗਿਆ, ਜਿਨ੍ਹਾਂ ਸੱਜਣਾਂ ਵੱਲੋਂ ਰੱਖਿਆ ਗਿਆ, ਉਹਨਾਂ ਦਾ ਮੈਂ ਧੰਨਵਾਦ ਕਰਦਾ। ਆਪ ਜੀ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਕਿ ਇਤਨਾ ਸੋਹਣਾ ਇੰਤਜ਼ਾਮ, ਇਤਨੀ ਇਕਾਗਰਤਾ ਨਾਲ ਸੁਣਨ ਵਾਸਤੇ ਤੁਸੀਂ ਜਿਹੜਾ ਉਪਰਾਲਾ ਕੀਤਾ ਹੈ, ਔਰ ਜਿਹੜੇ ਛੋਟੇ ਬੱਚੇ ਨੇ ਉਹ ਵੀ ਬਿਲਕੁਲ ਰੌਲਾ ਨਹੀਂ ਪਾ ਰਹੇ ਨੇ ਅਤੇ ਬਹੁਤ ਸੋਹਣਾ ਤੁਸੀਂ ਮਾਹੌਲ ਬਣਾਇਆ ਹੋਇਆ। ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਅਸੀਂ ਇਹ ਕੋਈ ਗੁਰਦੁਆਰੇ ਤੋਂ ਨਿਰਾਲਾ ਸਿਸਟਮ ਸ਼ੁਰੂ ਕਰ ਰਹੇ ਹਾਂ। 15-16 ਸਾਲਾਂ ਤੋਂ ਕਰ ਰਹੇ ਹਾਂ, ਵਰਲਡ ਵਾਈਡ ਕਰ ਰਹੇ ਹਾਂ। ਸਿਰਫ ਇਤਨਾ ਮਕਸਦ ਹੈ ਕਿ ਜੋ ਦੁਨਿਆਵੀ ਤੌਰ 'ਤੇ ਇੱਕ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਮੈਡੀਕਲ ਕਾਲਜ, ਅਤੇ ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਇੱਕ ਪ੍ਰੀ ਮੈਡੀਕਲ ਕਾਲਜ ਹੁੰਦਾ ਹੈ। ਜਦੋਂ ਕੋਈ ਵੀ ਸ਼ਖਸ ਪ੍ਰੀ ਮੈਡੀਕਲ ਕਾਲਜ ਵਿੱਚ ਪੜ੍ਹਾਈ ਕਰਕੇ ਸਮਝ ਕੇ ਮੈਡੀਕਲ ਕਾਲਜ ਜਾਂਦਾ ਹੈ, ਉਸਨੂੰ ਉੱਥੇ ਦੀ ਪੜ੍ਹਾਈ ਜ਼ਿਆਦਾ ਸਮਝ ਆਉਂਦੀ ਹੈ, ਕਿਉਂਕਿ ਉਹਨੂੰ ਪ੍ਰੋਪਰ ਸਿਸਟਮ ਤੋਂ ਕੁਆਲੀਫਾਈ ਕਰਦਾ ਹੈ। ਅਸੀਂ ਬਚਪਨ ਤੋਂ ਇੱਕ ਸਿਸਟਮ ਦੇਖਦੇ ਹਾਂ, ਗੁਰਦੁਆਰਾ ਸਾਹਿਬ। ਗੁਰਦੁਆਰੇ 'ਚ ਅਸੀਂ ਇਕੱਤਰ ਹੁੰਦੇ ਹਾਂ, ਉੱਥੇ ਕੀਰਤਨ ਹੁੰਦਾ ਹੈ, ਉੱਥੇ ਪਾਠ ਹੁੰਦਾ ਹੈ, ਉੱਥੇ ਕਥਾ ਵਿਚਾਰ ਹੁੰਦੀ ਹੈ। ਇਹਦਾ ਨਾਂ ਰੱਖ ਲੈਂਦੇ ਹਾਂ ਮੈਡੀਕਲ ਕਾਲਜ। ਵੈਸੇ ਵੀ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਘਟ ਜਮ ਕੀ ਫੰਦਾ, ਵੈਦ ਗੁਰੂ ਹੈ, ਉਹ ਮੈਡੀਕਲ ਕਾਲਜ ਹੈ। ਪਰ ਉਸ ਮੈਡੀਕਲ ਕਾਲਜ ਦੇ ਉੱਥੇ ਜਾਣ ਵੇਲੇ ਵਾਪਰਦਾ ਕੀ ਹੈ? ਇੰਡੀਆ ਤੋਂ ਬਾਅਦ ਬੈਂਕਾਕ, ਸਿੰਗਾਪੁਰ, ਜਾਪਾਨ, ਮਲੇਸ਼ੀਆ, ਦੁਬਈ ਅਤੇ ਫਿਰ ਆਸਤਾ ਆਸਤਾ ਅਮਰੀਕਾ ਔਰ ਕੈਨੇਡਾ, ਸਭ ਜਗ੍ਹਾ ਨੌਜਵਾਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ। ਅਤੇ ਮੈਂ ਨੋਟਿਸ ਕੀਤਾ ਕਿ ਨੌਜਵਾਨ ਇਹ ਕਹਿ ਰਿਹਾ, ਮੇਰੇ ਮਾਤਾ ਪਿਤਾ ਮੈਨੂੰ ਜ਼ਬਰਦਸਤੀ ਸੰਡੇ ਨੂੰ ਗੁਰਦੁਆਰੇ ਲਿਆਏ ਹਨ। ਮੈਂ ਆਉਣਾ ਨਹੀਂ ਸੀ ਚਾਹੁੰਦਾ, ਕਿਉਂਕਿ ਮੈਂ ਨੌਜਵਾਨ ਹਾਂ। ਮੈਂ ਆਪਣੇ ਮਾਤਾ ਪਿਤਾ ਨੂੰ ਕਹਿੰਦਾ, ਉੱਥੇ ਜੋ ਪੜ੍ਹਾਇਆ ਜਾ ਰਿਹਾ ਹੈ, ਭਾਈ ਸਾਹਿਬ ਜੀ ਜੋ ਗਾ ਰਹੇ ਨੇ, ਜਿਸ ਦਾ ਪਾਠ ਕੀਤਾ ਜਾ ਰਿਹਾ, ਉਹ ਮੈਨੂੰ ਸਮਝ ਨਹੀਂ ਆਉਂਦਾ। ਵਾਈ ਸ਼ੁੱਡ ਆਈ ਗੋ ਟੂ ਗੁਰਦੁਆਰਾ? ਪਰ ਉਹ ਜ਼ਬਰਦਸਤੀ ਬਰਾਦਰੀ ਜਾਂ ਸਮਾਜ ਨੂੰ ਦਿਖਾਉਣ ਵਾਸਤੇ ਮੈਨੂੰ ਕਹਿੰਦੇ ਨੇ, ਚੱਲ ਵੈਸੇ ਵੀ ਰਿਸ਼ਤਾ ਲੈਣਾ ਹੋਵੇ ਤਾਂ ਫਿਰ ਗੁਰਦੁਆਰੇ ਹੀ ਜਾਣਾ ਪੈਂਦਾ ਹੈ। ਅਤੇ ਮੈਂ ਆ ਗਿਆ। ਲੇਕਿਨ ਆਉਣ ਤੋਂ ਬਾਅਦ ਵੀ ਮੈਨੂੰ ਸਮਝ ਨਹੀਂ ਆਉਂਦੀ, ਤਾਂ ਅਸੀਂ ਨੌਜਵਾਨਾਂ ਪਿੱਛੇ ਪਿੱਛੇ ਬੈਠ ਜਾਂਦੇ ਹਾਂ, ਆਪਣੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਜਿਹੜਾ ਸਟੇਜ 'ਤੇ ਆਉਂਦਾ ਉਹ ਸਾਡੇ ਬਾਰੇ ਨਾ ਕੁਛ ਬੁਰਾ ਭਲਾ ਕਹਿੰਦਾ, ਇਹ ਨੌਜਵਾਨ ਨੇ, ਗੱਲਾਂ ਕਰਦੇ ਰਹਿੰਦੇ ਨੇ, ਅਤੇ ਪਤਾ ਸਾਨੂੰ ਕੁਛ ਲੱਗਦਾ ਨਹੀਂ ਹੈ। ਜੇਕਰ ਨੌਜਵਾਨ ਗੁਰਦੁਆਰੇ ਜਾਏ, ਉੱਥੇ ਆਸਾ ਕੀ ਵਾਰ ਹੋ ਰਹੀ ਹੈ, ਔਰ ਨੌਜਵਾਨ ਨੂੰ ਸਮਝ ਆ ਰਿਹਾ ਹੈ ਇਹ ਆਸਾ ਕੀ ਵਾਰ 'ਚ ਸੁਨੇਹਾ ਦੇ ਰਹੇ ਨੇ, ਤਾਂ ਜਿਉਂ ਉੱਥੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ, ਉਹ ਗਾਇਕੀ ਸੁਣਦਿਆਂ ਸੁਣਦਿਆਂ ਇਸ ਨੂੰ ਪੂਰਾ ਮੈਸੇਜ ਸਮਝ ਆ ਰਿਹਾ ਹੈ। ਕਿਉਂ? ਕਿਉਂਕਿ ਇਹ ਪ੍ਰੀ ਮੈਡੀਕਲ ਕਾਲਜ ਤੋਂ ਪਹਿਲਾਂ ਸਮਝ ਆਇਆ ਹੈ ਕਿ ਇਹ ਕੀ ਸਬਜੈਕਟ ਹੈ, ਇਹਦੇ 'ਚ ਕੀ ਸਮਝਾਇਆ ਜਾ ਰਿਹਾ। ਸੋ ਇਸ ਤਰੀਕੇ ਦੇ ਨਾਲ ਅਸੀਂ ਨਾ ਇਹ ਸੈਮੀਨਾਰ ਪ੍ਰੀ ਮੈਡੀਕਲ ਕਾਲਜ ਕਰਦੇ ਹਾਂ, ਵਰਨਾ ਸਾਡਾ ਸਿਸਟਮ ਗੁਰਦੁਆਰਾ ਹੀ ਹੈ। ਸੈਕਿੰਡ, ਸਾਡਾ ਮਕਸਦ ਤੁਹਾਨੂੰ ਗੁਰਦੁਆਰੇ ਦੇ ਸਿਸਟਮ ਤੋਂ ਹਟਾ ਕੇ ਕੁਰਸੀਆਂ 'ਤੇ ਬਿਠਾਉਣਾ ਨਹੀਂ ਹੈ। ਮੈਨੂੰ ਖਿਮਾ ਕਰ ਦੇਣਾ। ਜਿਸ ਸ਼ਹਿਰ ਵਿੱਚ ਜਾਂਦੇ ਹਾਂ,
40% ਸ਼ਹਿਰਾਂ ਵਿੱਚ ਪਹਿਲੇ ਦਿਨ ਉਤਰਨ ਸਾਰ ਸੁਨੇਹਾ ਮਿਲਦਾ ਹੈ, ਇੱਥੋਂ ਦੀ ਸੰਗਤ ਨਹੀਂ ਬਰਦਾਸ਼ਤ ਕਰ ਸਕੇਗੀ। ਤੁਸੀਂ ਇਹ ਜਿਹੜਾ ਕੁਰਸੀਆਂ ਤੇ ਬੈਠ ਕੇ ਕਰਦੇ ਹੋ, ਪਰ ਮੇਰੇ ਵਾਸਤੇ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਏ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਸਾਰੇ ਤੇ ਰੱਬ ਜੀ ਦੇ ਬੰਦੇ ਨੇ, ਇਸ ਕਰਕੇ ਕਿਸੇ ਵੀ ਸ਼ਹਿਰ ਵਾਲੇ ਬਹੁਤੇ ਚੰਗੇ ਨਹੀਂ ਹਨ, ਕਿਸੇ ਵੀ ਸ਼ਹਿਰ ਵਾਲੇ ਮੰਦੇ ਨਹੀਂ ਹਨ। ਸਾਡੇ ਵਾਸਤੇ ਸਾਰੀ ਸੰਗਤ ਹੈ। ਲੇਕਿਨ ਜੇਕਰ ਅਸੀਂ ਕੁਰਸੀਆਂ ਤੇ ਬੈਠ ਕੇ ਇਹ ਸੈਮੀਨਾਰ ਕਰ ਰਹੇ ਹਾਂ, ਉਹਦਾ ਮਕਸਦ ਹੈ ਬਾਣੀ ਦੇ ਇੱਕ ਪੱਖ ਤੋਂ ਇੱਕ ਟੌਪਿਕ ਨੂੰ ਇੱਕ ਦਿਨ ਕਮ ਅਜ਼ ਕਮ ਬੈਠ ਕੇ ਕੁਝ ਘੰਟੇ, ਕਿਉਂਕਿ ਪਹਿਲਾਂ ਅਸੀਂ 10 ਘੰਟੇ ਦਾ ਇੱਕ ਦਿਨ ਦਾ ਸੈਮੀਨਾਰ ਕਰਦੇ ਸੀ, 4 ਦਿਨ ਦਾ ਸੈਮੀਨਾਰ ਹੁੰਦਾ ਸੀ। ਸ਼ੁਰੂ ਵਿੱਚ ਇਹ ਮੇਰੇ ਮਾਂ ਜੀ ਇੱਥੇ ਬੈਠੇ ਨੇ, ਇਹਨਾਂ ਨੇ ਦਿੱਲੀ ਦੇ ਪ੍ਰੋਗਰਾਮ ਅਟੈਂਡ ਕੀਤੇ ਹੋਏ ਨੇ। ਅਸੀਂ 4 ਲਾਵਾਂ ਦੇ ਅਰਥ 9-9 ਘੰਟੇ ਦੇ 3 ਸੈਮੀਨਾਰਾਂ ਵਿੱਚ 27 ਆਵਰਸ ਲਗਾ ਕੇ 3 ਦਿਨਾਂ ਵਿੱਚ ਸਮਝਣ ਦਾ ਯਤਨ ਕੀਤਾ। ਸਾਨੂੰ ਇਹ ਖਿਆਲ ਕਿਉਂ ਆ ਗਿਆ? ਇਸ ਕਰਕੇ ਕਿ ਬਚਪਨ ਤੋਂ ਜਦੋਂ ਤੋਂ ਮੈਂ ਕੀਰਤਨ ਕਰ ਰਿਹਾ, ਜਿੱਥੇ ਵੀ ਕੀਰਤਨ ਕਰਨ ਜਾਂਦੇ ਹਾਂ ਬੜੀ ਮੁਸ਼ਕਿਲ ਕੋਈ ਪ੍ਰਬੰਧਕਾਂ ਦੀ ਅਪਰੋਚ ਕੱਢਣੀ ਪੈਂਦੀ ਹੈ, ਔਰ ਜੇ ਮਿਲ ਜਾਏ ਤਾਂ ਪ੍ਰਬੰਧਕਾਂ ਦੀ ਅਪਰੋਚ ਤੋਂ ਬਾਅਦ ਬਹੁਤ ਮੁਸ਼ਕਿਲ 20 ਮਿੰਟਸ ਮਿਲਦੇ ਨੇ। ਹਾਂ, ਜੇ ਕੋਈ ਪ੍ਰਬੰਧਕ ਬਹੁਤ ਕਲੋਜ਼ ਹੈ, ਸਾਨੂੰ ਜਾਣਦਾ ਹੈ ਔਰ ਉਹਦੀ ਆਪਣੀ ਕਮੇਟੀ 'ਚ ਜ਼ਿਆਦਾ ਚੱਲਦੀ ਹੈ, ਤਾਂ ਉਹ ਕਦੀ ਕਦੀ ਅੱਧਾ ਘੰਟਾ ਜਾਂ 40 ਮਿੰਟ ਵੀ ਦੇ ਦਿੰਦੇ ਸਨ। ਬਟ ਆਈ ਨੋਟਿਸਡ ਕਿ 20 ਮਿੰਟਾਂ ਔਰ 25 ਮਿੰਟਾਂ ਵਿੱਚ ਪਾਣੀ ਦੀ ਬਣਤਰ ਦਾ ਰਹਾਓ ਐਕਸਪਲੇਨ ਹੀ ਨਹੀਂ ਹੁੰਦਾ। ਤੇ 4 ਲਾਵਾਂ ਦੇ ਥੀਮ, 4 ਲਾਵਾਂ ਦੇ ਇੱਕ ਲਾਭ ਦਾ ਸੈਂਟਰਲ ਆਈਡੀਆ, ਉਹਦਾ ਐਸੈਂਸ ਸਮਝਣ ਵਾਸਤੇ ਤੇ ਬੜਾ ਟਾਈਮ ਲੱਗਦਾ ਹੈ। ਪਰ ਪ੍ਰਬੰਧਕਾਂ ਦੀ ਇੱਕ ਹੋਰ ਮਜਬੂਰੀ ਸੀ, ਉਹ ਜੀ ਇਹ ਗੁਰਦੁਆਰੇ ਨਾ ਬੜੀ ਬਖਸ਼ਿਸ਼ ਹੈ, ਨੌਨ ਸਟਾਪ 2.5 ਘੰਟੇ ਵਿੱਚ ਇੱਥੇ ਆਸਾ ਕੀ ਵਾਰ ਦਾ ਭੋਗ ਪੈਂਦਾ ਹੈ, ਉਹਦੇ ਵਿੱਚ ਤੁਹਾਨੂੰ ਨਹੀਂ ਟਾਈਮ ਦੇ ਸਕਦੇ। ਮੈਂ ਸੁਣ ਲਈ, ਅੱਛਾ ਉਸ ਤੋਂ ਬਾਅਦ ਦਿਓਗੇ, ਮਿਹਰਬਾਨੀ। ਸੋ ਅਸੀਂ ਬੈਠੇ, ਦੇਖਿਆ ਆਸਾ ਕੀ ਵਾਰ ਸਮਾਪਤ ਹੋਣੇ 'ਚ 15-20 ਮਿੰਟ ਹਨ। 21ਵਾਂ ਛੱਕਾ ਗਾ ਰਹੇ ਨੇ, ਉਹ ਰਾਗੀ ਸਿੰਘਾਂ ਨੇ ਜਿਉਂ ਹੀ ਵਾਜੇ ਤੇ ਹੱਥ ਰੱਖਿਆ, ਹਰ ਜੁਗ ਜੁਗ ਭਗਤ ਪਾਇਆ, ਹਾਂ ਸਾਰੇ ਚੱਲੇ ਹੀ ਗਏ, ਸੰਗਤਾਂ ਗਈਆਂ, ਥੋੜੇ ਜਿਹੇ ਸਰੀਰ ਬੈਠੇ ਰਹੇ। ਜਿਉਂ ਹੀ ਰਾਗੀ ਸਿੰਘਾਂ ਨੇ ਰਾਮ ਕਲੀ ਮਹਿਲਾ ਤੀਜਾ ਸ਼ੁਰੂ ਕੀਤਾ, ਆਨੰਦ ਸਾਹਿਬ ਕਰਨ ਲੱਗੇ, ਬਾਕੀ ਵੀ ਗਏ। ਕਿਉਂ? ਕੰਮਾਂ ਤੇ ਜਾਣਾ ਹੈ, 9 ਵੱਜ ਗਏ ਨੇ। ਇਸ ਤਰੀਕੇ ਦੀ ਪ੍ਰੈਕਟਿਸ ਦੇਖੀ ਤੇ ਇਸ ਪ੍ਰੈਕਟਿਸ ਦਾ ਮੈਂ ਵੀ ਪਾਉਂਦੀ ਹਾਂ, ਕਿਉਂਕਿ ਮੈਂ ਆਪਣੀ ਮਾਂ ਨੂੰ ਕਹਿੰਦਾ ਸੀ, ਕੀਰਤਨ ਦਾ ਭੋਗ ਪੈ ਗਿਆ, ਕਥਾ ਨਹੀਂ ਸੁਣਨੀ, ਆਓ ਘਰ ਚੱਲੀਏ। ਤੇ ਘਰ ਜਾ ਕੇ ਅਸੀਂ ਕਹਿੰਦੇ ਸੀ, ਤੁਸੀਂ ਕਿਹੜੀ ਗੱਲ ਕਰ ਰਹੇ ਹੋ, ਅਸੀਂ ਤੇ ਨਹੀਂ ਸੁਣੀ। ਉਹ ਕਹਿੰਦੇ ਅਸੀਂ ਕੱਲ ਕਥਾ ਸੁਣੀ ਸੀ। ਹਾਂ, ਅਸੀਂ ਤੇ ਕੀਰਤਨ ਜਿਉਂ ਹੀ ਸਮਾਪਤ ਹੁੰਦਾ ਅਸੀਂ ਤੇ ਆ ਜਾਂਦੇ, ਅਸੀਂ ਤੇ ਨਿਰੋਲ ਕੀਰਤਨ ਹੀ ਸੁਣਦੇ ਹਾਂ। ਸੋ ਮਹਿਸੂਸ ਕੀਤਾ ਕਿ ਗੁਰਬਾਣੀ ਦੀ ਖੁੱਲ੍ਹ ਕੇ ਮੈਨੀ ਆਵਰਸ ਬੈਠ ਕੇ ਵਿਚਾਰ ਕਰੀਏ। ਅਸੀਂ ਨੌਜਵਾਨ ਪਨੀਰੀ ਦੀ ਗੱਲ ਕਰ ਰਹੇ ਹਾਂ, ਸਾਨੂੰ ਵੱਡਿਆਂ ਨੂੰ ਵੀ ਨਹੀਂ ਪਤਾ। ਮੈਂ ਸਾਰੇ ਨੌਜਵਾਨਾਂ ਨੂੰ ਇਨਵੈਲਿਡ ਨਹੀਂ ਕਰ ਰਿਹਾ, ਸਾਰੇ ਵੱਡਿਆਂ ਨੂੰ ਵੀ ਨਹੀਂ ਕਰ ਰਿਹਾ।
बड़े ऐसे सज्जन हैं ਜਿਹੜੇ ਵੱਡੇ ਵੀ ਤੇ ਨੌਜਵਾਨ ਵੀ ਬਾਣੀ ਖੋਜਦੇ ਹਨ, ਪੜ੍ਹਦੇ ਹਨ, ਵਿਚਾਰਦੇ ਹਨ। ਪਰ ਮੈਜੋਰਿਟੀ ਇਸ ਪਾਸੇ ਸੁਣਨ ਸਮਝਣ ਦਾ ਯਤਨ ਅਸੀਂ ਕਰਦੇ ਹੀ ਨਹੀਂ ਹਾਂ। ਸਾਡੀ ਪ੍ਰੈਕਟਿਸ ਹੈ, ਅਸੀਂ ਕਿਸੇ ਤਰ੍ਹਾਂ ਬਸ ਮੱਥਾ ਟੇਕ ਕੇ, ਪਰਿਕਰਮਾ ਕਰਕੇ, ਫੁੱਲ ਲੈ ਕੇ, ਲਗਾ ਕੇ, ਚੌਰ ਕਰਕੇ, ਪਰਫਿਊਮ ਛਿੜਕ ਕੇ, ਪਿੱਛੋਂ ਇੰਝ ਘੁੰਮ ਕੇ ਉੱਥੇ ਹੀ ਮੱਥਾ ਟੇਕ ਕੇ, ਰੁਮਾਲਾ ਚੁੱਕ ਕੇ ਦੇਖ ਕੇ, ਬਾਹਰ ਆ ਕੇ ਉੱਥੇ ਮੱਥਾ ਟੇਕ ਕੇ ਜਾਣਾ ਹੈ। ਕਿੱਥੇ? ਆਫਿਸ, ਘਰ ਵਾਪਸ। ਕਦੀ ਵੀ ਸਾਡੇ ਮਨ ਅੰਦਰ ਇਹ ਸ਼ੌਕ ਜਾਗਿਆ ਹੀ ਨਹੀਂ, ਮੇਰੇ ਪਿਓ ਦਾਦੇ ਦਾ ਖਜ਼ਾਨਾ ਹੈ। ਸੋ ਗੁਰੂ ਸਾਹਿਬ ਕਹਿ ਰਹੇ ਨੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਧਾਨਾ। ਤਾਂ ਦੈਨ ਆਫਟਰਵਰਡਸ ਉਸ ਖਜ਼ਾਨੇ ਨੂੰ ਖੋਲ ਕੇ ਵੇਖਿਆ ਤੇ ਉਹ ਖਜ਼ਾਨੇ ਦਾ ਨਿਧਾਨ, ਉਹ ਟ੍ਰੈਜਰ ਮੇਰੇ ਪੱਲੇ ਪਿਆ। ਪਰ ਜੇ ਉਸ ਨੂੰ ਖੋਲਿਆ ਹੀ ਨਾ, ਸਾਧ ਸੰਗਤ ਜੀ, ਭੁਲੇਖਾ ਨਾ ਪੈ ਜਾਏ। ਅਸੀਂ ਸੋਚ ਰਹੇ ਹੁੰਦੇ ਹਾਂ ਮੈਂ ਪਾਠ ਕੀਤਾ, ਅਸੀਂ ਸੋਚ ਰਹੇ ਹੁੰਦੇ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲਿਆ, ਅਸੀਂ ਸੋਚ ਰਹੇ ਹੁੰਦੇ ਹਾਂ ਮੈਂ ਕੀਰਤਨ ਸੁਣਿਆ। ਪਰ ਖਜ਼ਾਨਾ ਖੋਲਣਾ ਕੀ ਹੁੰਦਾ ਹੈ? ਖਜ਼ਾਨਾ ਖੋਲਣਾ ਹੁੰਦਾ ਹੈ, ਮੇਰੇ ਪਿਤਾ ਜੀ ਜਾਂ ਮੇਰੇ ਦਾਦਾ ਜੀ ਜਾਂ ਮੇਰੇ ਲੱਕੜ ਦਾਦਾ ਜੀ, ਉਹ ਮੇਰੇ ਵਾਸਤੇ ਇੱਕ ਖਜ਼ਾਨਾ ਛੋੜ ਗਏ ਸੀ। ਮੈਂ ਰੋਜ਼ ਦੇਖ ਲੈਂਦਾ, ਇਹ ਖਜ਼ਾਨਾ ਹੈ। ਧੂਫ ਅਗਰਬੱਤੀ ਬਾਲ ਦਿੰਦਾ, ਹਾਰ ਛਾੜ ਦਿੰਦਾ। ਪਰ ਜਦੋਂ ਇਸ ਖਜ਼ਾਨੇ 'ਚੋਂ ਕੋਈ ਵੀ ਟ੍ਰੈਜਰ ਨੂੰ ਯੂਜ਼ ਕਰਕੇ ਮੇਰਾ ਕੋਈ ਕੰਮ ਕਰਾਉਣਾ ਹੈ ਤਾਂ ਮੈਨੂੰ ਉਹ ਕਰਾਉਣਾ ਹੀ ਨਹੀਂ ਆਉਂਦਾ। ਮੈਨੂੰ ਪੁੱਛਿਆ ਜਾਂਦਾ ਹੈ, ਮਨ ਤੂੰ ਕੀ ਲੇਖਾ ਪੜ੍ਹਿਆ? ਲੇਖਾ ਦੇਣਾ ਤੇਰੇ ਸਿਰ ਰਿਹਾ। ਪਲ ਪਲ ਤੇ ਤਾਂ ਤੈਨੂੰ ਮੁਸੀਬਤ ਪੈਂਦੀ ਹੈ, ਪਲ ਪਲ ਤੇ ਤੈਨੂੰ ਔਖੀ ਘੜੀ ਪੈ ਜਾਂਦੀ ਹੈ, ਪਲ ਪਲ ਤੇ ਤੈਨੂੰ ਆਤਮਕ ਮੌਤ ਸਤਾਉਂਦੀ ਹੈ, ਪਲ ਪਲ ਤੇ ਤੂੰ ਜੂਨਾ ਦੇ ਗੇੜੀ 'ਚ ਪੈ ਜਾਂਦਾ, ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀ ਉਹ ਹੋ ਜਾਂਦਾ। ਉਸ ਵੇਲੇ ਮੈਨੂੰ ਇਹ ਖਜ਼ਾਨਾ ਕੰਮ ਆ ਸਕਦਾ ਸੀ, ਪਰ ਮੈਂ ਤੇ ਖੋਲਿਆ ਹੀ ਨਹੀਂ। ਮੀਨਸ ਮੈਂ ਤੇ ਸਮਝਿਆ ਹੀ ਨਹੀਂ। ਪੜ੍ਹ ਲੈਣਾ, ਸ਼ੁੱਧ ਉਚਾਰਨ ਕਰ ਲੈਣਾ, ਉਹਨੂੰ ਰਾਗ ਵਿੱਚ ਗਾ ਲੈਣਾ, ਖਜ਼ਾਨਾ ਨਹੀਂ ਕਹਿਲਾਤਾ। ਖਜ਼ਾਨਾ ਖਜ਼ਾਨਾ ਕਦੋਂ ਕਹਿਲਾਂਦਾ ਹੈ? ਜਦੋਂ ਵਰਤੋਂ ਵਿੱਚ ਲਿਆਇਆ ਜਾਵੇ। ਸੋ ਵਰਤੋਂ 'ਚ ਲਿਆਉਣ ਵਾਸਤੇ ਅਸੀਂ ਗੁਰੂ ਪਾਤਸ਼ਾਹ ਨੂੰ ਪੁੱਛਦੇ ਹਾਂ, ਤੁਸੀਂ ਸਾਨੂੰ ਇਹ ਕਿਸ ਤਰੀਕੇ ਨਾਲ ਸਮਝਾਉਂਦੇ ਹੋ? ਗੁਰੂ ਪਾਤਸ਼ਾਹ ਕਹਿੰਦੇ ਨੇ, ਮੇਰੇ ਰਾਮ ਹਮ ਬਾਰਕ ਹੈ ਹਰ ਪ੍ਰਭ ਕੇ ਇਆਣੇ। ਅੱਜ ਤੱਕ ਅਸੀਂ ਸੋਚਿਆ ਸੀ ਇਆਣੇ ਹੁੰਦਾ ਨਿੱਕੇ ਬੱਚੇ, ਇਸ ਕਰਕੇ ਸਾਡੀ ਸਾਰੀ ਭੱਜ ਦੌੜੇ ਹੁੰਦੀ ਹੈ ਨਿੱਕੇ ਬੱਚਿਆਂ ਨੂੰ, ਆਉਣ ਵਾਲੀ ਪਨੀਰੀ ਨੂੰ, ਨੌਜਵਾਨਾਂ ਨੂੰ ਕੋਈ ਸਮਝਾਏ। ਅਸੀਂ ਤੇ ਪੜ੍ਹੇ ਹੋਏ ਹਾਂ, ਇਆਣੇ ਥੋੜ੍ਹੀ ਨਾ ਅਸੀਂ। ਗੁਰੂ ਸਾਹਿਬ ਕਹਿ ਰਹੇ ਨੇ, ਮੇਰੇ ਰਾਮ ਹਮ ਬਾਰਕ ਹੈ ਹਰ ਪ੍ਰਭ ਕੇ ਇਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ। ਪਾਂਦਾ ਹੁੰਦਾ ਟੀਚਰ, ਉਸਤਾਦ। ਧੰਨ ਧੰਨ ਗੁਰੂ ਗੁਰ ਪਾਂਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਅੱਛਾ ਗੁਰੂ ਪਾਤਸ਼ਾਹ, ਤੁਸੀਂ ਸਾਨੂੰ ਸਿਆਣਾ ਕਰ ਦਿੰਦੇ ਹੋ। ਸਿਆਣੇ ਦੀ ਡੈਫੀਨੇਸ਼ਨ ਇਹ ਨਹੀਂ ਹੁੰਦੀ ਕਿ ਮੈਂ ਹੁਣ ਲੋਕਾਂ ਦੇ ਅਵਗੁਣ ਫਰੋਲ ਸਕਦਾ। ਸਿਆਣੇ ਦੀ ਡੈਫੀਨੇਸ਼ਨ ਇਹ ਨਹੀਂ ਹੁੰਦੀ ਕੋਈ ਜਰਾ ਜਿਹਾ ਮੇਰੇ ਪਿਓ ਦਾਦੇ ਨੂੰ ਕੁਝ ਕਵੇ ਤੇ ਮੈਂ ਹਿਟਲੀ ਉਤਲੀ ਕਰ ਸਕਦਾ, ਮੈਂ ਇੱਕਦਮ ਧਾਰਮਿਕ ਸਥਾਨ ਢਾਹ ਸਕਦਾ, ਮੈਂ ਇੱਕਦਮ ਮਜ਼ਹਬੀ ਝਗੜੇ ਕਰ ਸਕਦਾ। ਇਹ ਸਿਆਣੇ ਦੀ ਡੈਫੀਨੇਸ਼ਨ ਨਹੀਂ ਹੁੰਦੀ। ਸਿਆਣੇ ਦੀ ਡੈਫੀਨੇਸ਼ਨ ਫਰੀਦ ਜੀ ਦੇਣਗੇ। ਫਰੀਦਾ ਜੀ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ।
ਹੁਣ ਸਿਆਣੇ ਦੇ ਬਾਰੇ ਦੱਸਣਗੇ ਕੀ ਕਰਦਾ ਸਿਆਣਾ। ਆਪ ਨੜਾ ਗਿਰਵਾਨ ਮੈਂ ਸਿਰ ਨੀਵਾ ਕਰ ਵੇਖ। ਉਹ ਸਿਆਣਾ ਹੁੰਦਾ ਹੈ ਜਿਸ ਨੂੰ ਇਹ ਜਾਚ ਸਮਝ ਆ ਜਾਂਦੀ ਹੈ, ਮੈਂ ਆਪਣੀ ਗਿਰੇਵਾਨ ਵਿੱਚ ਝਾਂਕ ਕੇ ਵੇਖਣਾ ਹੈ। ਸੋ ਫਰੀਦ ਜੀ ਦੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿ ਇਹ ਵਾਲੀ ਵਿਵੇਕ ਬੁੱਧੀ, ਇਹ ਵਾਲਾ ਡਿਵਾਈਨ ਇੰਟਲੈਕਟ, ਇਹ ਵਾਲੀ ਸੁਜਾਨ ਸੂਝ ਸਮਝ ਪੱਲੇ ਪੈ ਜਾਏ ਕਿ ਮੈਨੂੰ ਐਸੇ ਵਾਲੀ ਅੱਖ ਐਨਕ ਮਿਲ ਜਾਏ ਜਿਹਦੇ ਨਾਲ ਮੈਂ ਆਪਣੇ ਔਗਣਾਂ ਨੂੰ ਫਰੋਲ ਸਕਾਂ। ਹਰ ਉਪਦੇਸ਼ ਦੇ ਕੀਏ ਸਿਆਣੇ। ਸੋ ਅਸੀਂ ਇਸ ਕਰਕੇ ਸਤਿਗੁਰ ਦੀ ਮੱਤ ਨੂੰ ਬੜੇ ਆਰਾਮ ਦੇ ਨਾਲ ਬੈਠ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਿਸਟਮ ਉਹੀ ਰਹੇਗਾ, ਗੁਰਦੁਆਰੇ ਵਾਲਾ ਹੀ ਰਹੇਗਾ। ਉਂਝ ਹੀ ਜੇ ਅਸੀਂ ਸਾਰੇ ਇਕਸਾਰ ਬਿਨਾਂ ਜ਼ਾਤ ਪਾਤ ਦੇ ਵਿਤਕਰੇ ਤੋਂ ਸਾਰੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਇਕੱਠੇ ਸੁਣਦੇ ਪੜ੍ਹਦੇ ਹਾਂ, ਸਿਸਟਮ ਉਹੀ ਰਹੇਗਾ। ਇਹ ਤੇ ਪ੍ਰੀ ਮੈਡੀਕਲ ਕਾਲਜ ਵਾਂਗੂ ਇੱਕ ਬੈਠ ਕੇ ਵਿਚਾਰ ਕਰਨ ਦਾ ਢੰਗ ਹੈ, ਤਾਂ ਕਿ ਅਸੀਂ ਲਗਾਤਾਰ ਇੱਕ ਟੌਪਿਕ ਨੂੰ ਸੁਣ ਤੇ ਸਕੀਏ। ਪਿੱਛੇ ਅਸੀਂ ਇੱਕ ਵਾਰੀ ਬੰਗਲਾ ਸਾਹਿਬ ਸ਼ਬਦ ਪੜ੍ਹਿਆ ਸੀ, ਟੇਪ ਦਾ ਨਾਂ ਹੈ ਨਸ਼ਾ। ਬਾਬਾ ਮਨਮਤਵਾਰੂ ਨਾਮ ਰਸ ਪੀਵੈ। ਸੋ ਉਸ ਸਾਰੇ ਸ਼ਬਦ ਨੂੰ ਅਸੀਂ ਸਮਝ ਰਹੇ ਸੀ ਡਿਟੇਲ ਵਿੱਚ। ਆਈ ਥਿੰਕ 2 ਦਿਨ ਲੱਗੇ ਸਨ ਤੇ ਦੋਨੋਂ ਦਿਨ 1.5 ਘੰਟਾ ਲੱਗਾ ਸੀ। ਕਿਸੇ ਵੇਲੇ ਮੈਂ ਕਹਿ ਰਿਹਾ ਸੀ ਕੌਣ ਕਹਿੰਦਾ ਸ਼ਰਾਬ ਨਹੀਂ ਪੀਣੀ ਚਾਹੀਦੀ, ਪਰ ਆਓ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਤੁਸੀਂ ਕਿਹੜੇ ਵਾਲੀ ਕਹਿੰਦੇ ਹੋ। ਉਹ ਜਿਹੜੀ ਦੱਸ ਰਹੇ ਨੇ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਵਾਲੀ। ਸੋ ਇਹਦੇ ਵਿੱਚ ਨਾ ਮੈਂ ਇੱਕ ਸੈਂਟੈਂਸ ਵਰਤਿਆ, ਕੌਣ ਕਹਿੰਦਾ ਸ਼ਰਾਬ ਨਹੀਂ ਪੀਣੀ ਚਾਹੀਦੀ, ਆਓ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ। ਇਤਨੀ ਦੇਰ ਵਿੱਚ ਇੱਕ ਸੱਜਣ ਆਏ, ਮੱਥਾ ਟੇਕ ਕੇ ਚਲੇ ਗਏ। ਉਹਨਾਂ ਨੇ ਇਤਨਾ ਹੀ ਸੈਂਟੈਂਸ ਸੁਣਿਆ, ਚਲੇ ਗਏ। ਬਾਅਦ ਵਿੱਚ ਪਤਾ ਲੱਗਾ ਉਹ ਕਹਿੰਦੇ ਨੇ ਕਿ ਇਹ ਤੇ ਕਹਿ ਰਿਹਾ ਸ਼ਰਾਬ ਪੀ ਲਓ, ਕਿਉਂਕਿ ਪਹਿਲੀ ਔਰ ਬਾਅਦ ਦੀ ਗੱਲ ਸੁਣੀ ਨਹੀਂ। ਇਸ ਕਰਕੇ ਉਹਨਾਂ ਨੂੰ ਭੁਲੇਖਾ ਪੈ ਗਿਆ। ਲੇਕਿਨ ਜਦੋਂ 2.5 ਸਾਲਾਂ ਬਾਅਦ ਕੇ 3 ਸਾਲਾਂ ਬਾਅਦ ਉਹ ਮੈਨੂੰ ਮਿਲੇ, ਉਹ ਕਹਿੰਦੇ ਨੇ ਮੈਂ ਟੇਪ ਸੁਣੀ ਹੈ, ਮੈਂ ਬਹੁਤ ਸ਼ਰਮਿੰਦਾ ਹਾਂ ਕਿ ਮੈਂ ਤੁਹਾਡੇ ਬਾਰੇ ਕੀ ਕਹਿ ਰਿਹਾ ਸੀ। ਅਲਟੀਮੇਟਲੀ ਤੇ ਤੁਸੀਂ ਇਹ ਸਮਝਾ ਰਹੇ ਹੋ ਕਿ ਮੈਨੂੰ ਸਤਿਗੁਰ ਦੀ ਮੱਤ ਲੈ ਕੇ ਕਿਸ ਤਰ੍ਹਾਂ ਮਨ ਖੀਵਾ ਕਰੀਦਾ, ਖੀਵਾ ਅੰਮ੍ਰਿਤ ਧਾਰਿਆ ਉਹ ਕਿਵੇਂ ਲਈਦਾ, ਕਿਹੜੇ ਮਹੂਏ ਦੇ ਫੁੱਲ ਪਾਈਦਾ, ਕਿਹੜਾ ਕਿਸ ਤਰ੍ਹਾਂ ਕਰੀਦਾ, ਸਾਰੀ ਗੱਲ ਸਮਝਾ ਰਹੇ ਸੀ ਤੁਸੀਂ, ਪਰ ਮੈਂ ਉਹ ਸੁਣੀ ਨਹੀਂ ਸੀ। ਇਸ ਕਰਕੇ ਅਸੀਂ ਆਪਣੇ ਸੈਮੀਨਾਰ ਦਾ ਇੱਕ ਸਿਸਟਮ ਰੱਖਿਆ ਹੈ। ਅਸੀਂ ਇੱਕ ਟੌਪਿਕ ਦਾ ਨਾਂ ਰੱਖਦੇ ਹਾਂ। ਫਰਜ਼ ਕਰੋ ਸਭ ਨੂੰ ਕ੍ਰੋਧ ਚੜ੍ਹਦਾ ਹੈ, ਟੌਪਿਕ ਦਾ ਨਾਂ ਕ੍ਰੋਧ ਰੱਖ ਦਿੱਤਾ। ਅੱਛਾ, ਸਾਨੂੰ ਇੱਕ ਬਿਮਾਰੀ ਦਾ ਨਾਂ ਪਤਾ ਲੱਗਾ, ਇਹਦਾ ਨਾਂ ਕ੍ਰੋਧ ਹੈ, ਤੇ ਅਸੀਂ ਹੁਣ ਕ੍ਰੋਧ ਦੇ ਬਾਰੇ ਗੁਰੂ ਸਾਹਿਬ ਨੂੰ ਪੁੱਛਾਂਗੇ, ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲਾਂਗੇ। ਉਸ ਖਜ਼ਾਨੇ ਚੋਂ ਸਮਝਾਂਗੇ। ਫਰੀਦ ਜੀ ਦਾ ਸ਼ਲੋਕ ਆਇਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਝ ਪਾਏ। ਇਹ ਪੰਕਤੀ ਬੜੀ ਵਾਰੀ ਸੁਣੀ ਹੈ, ਅਸੀਂ ਖੁਦ ਵੀ ਗਾਈ ਹੈ, ਬੜੇ ਵਾਰੇ ਰਾਗੀ ਬੜੇ ਗਾਉਂਦੇ ਨੇ। ਅਖੰਡ ਪਾਠ ਵੇਲੇ ਵੀ ਸੁਣੀ ਸੀ, ਸਾਰਿਆਂ ਨੂੰ ਜ਼ੁਬਾਨੀ ਵੀ ਪਤਾ ਹੈ। ਜਿਹੜੇ ਲੋਕੀ ਸਿੱਖ ਨਹੀਂ ਹਨ ਪਰ ਫਰੀਦ ਜੀ ਦੀ ਬਾਣੀ ਪੜ੍ਹਦੇ ਨੇ, ਉਹਨਾਂ ਨੂੰ ਵੀ ਪਤਾ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਪਰ ਸੈਮੀਨਾਰ ਵਿੱਚ ਅਸੀਂ 5 ਘੰਟੇ ਲਗਾ ਕੇ ਗੁੱਸੇ ਦੀ ਸਾਰੀ ਕੀਮੀਆ ਨੂੰ ਸਮਝਿਆ। ਕਿਹੜੀ ਉਮਰ ਦੇ ਕਿਹੜੇ ਕਿਹੜੇ ਮਨੁੱਖਾਂ ਨੂੰ ਕਿਸ ਕਿਸ ਤਰੀਕੇ ਦੇ ਨਾਲ ਕਿਹੜਾ ਕਿਹੜਾ ਗੁੱਸਾ ਚੜ੍ਹਦਾ ਹੈ, ਹਰ ਕਿਸਮ ਦੇ ਗੁੱਸਿਆਂ ਨੂੰ ਡਿਸਕਸ ਕੀਤਾ। ਹਰ ਕੋਈ ਆਪਣੇ ਨਾਲ ਰਿਲੇਟ ਕਰ ਸਕਦਾ ਹੈ। ਹਾਂ, ਇਸ ਕਿਸਮ ਦਾ ਗੁੱਸਾ ਮੈਨੂੰ ਚੜ੍ਹਦਾ ਹੈ, ਹਾਂ ਇਸ ਕਿਸਮ ਦਾ ਗੁੱਸਾ ਮੈਨੂੰ ਚੜ੍ਹਦਾ ਹੈ। ਹੁਣ ਉਸ ਨੂੰ ਮੈਂ ਹੰਡਾਉਂਦਾ, ਅਸੀਂ ਹੰਡਾਉਣ ਬਾਰੇ ਡਿਸਕਸ ਕੀਤਾ। ਅੱਛਾ, ਹੁਣ ਇਸ ਤੋਂ ਮੈਂ ਗੈਟ ਰਿਡ ਕਿਵੇਂ ਹੋਵਾਂ? ਫਰੀਦ ਜੀ ਕਹਿ ਰਹੇ ਨੇ ਬੁਰੇ ਦਾ ਭਲਾ ਕਰ। ਬੁਰੇ ਦਾ ਭਲਾ ਕਰ,
ਆਮ ਬੰਦਾ ਕਹਿੰਦਾ ਜਿਹੜਾ ਸਾਡੇ ਨਾਲ ਬੁਰਾ ਕਰੇ ਬਸ ਉਹਦੇ ਨਾਲ ਭਲਾ ਕਰੀਏ। ਐਵੇਂ ਤਾਂ ਅਗਲਾ ਕਹੇਗਾ ਜੀ ਕੋਈ ਗੱਲ ਤੇ ਥੱਪੜ ਮਾਰੇ ਦੂਜਾ ਗੱਲ ਅੱਗੇ ਕਰ ਦਿਓ, ਤੇ ਦੂਜੇ ਗੱਲ ਤੋਂ ਬਾਅਦ ਤੇ ਤੀਜੀ ਗੱਲ ਨਹੀਂ ਹੈ ਨਾ। ਫਿਰ ਪੇਸ਼ੈਂਸ ਦੀ ਵੀ ਕੋਈ ਲਿਮਿਟ ਹੁੰਦੀ ਹੈ ਨਾ, ਨਹੀਂ ਤੇ ਅਗਲਾ ਸਿਰ ਤੇ ਚੜ ਜਾਏਗਾ। ਇਸ ਕਰਕੇ ਤੀਜੀ ਵਾਰੀ ਨਾ ਫਿਰ ਅਸੀਂ ਨਹੀਂ ਸੁਣਦੇ। Once it comes to my nose, then you are not spared. ਇਸ ਤਰੀਕੇ ਦੀਆਂ ਗੱਲਾਂ ਅਸੀਂ ਕਰਦੇ ਰਹਿੰਦੇ ਹੁੰਦੇ ਸਾਂ, ਲੇਕਿਨ ਸੈਮੀਨਾਰ ਵਿੱਚ ਕਿਉਂਕਿ ਸੰਗਤ ਸ਼ੁਰੂ ਵਿੱਚ ਆ ਕੇ ਬੈਠ ਗਈ, ਜਿਵੇਂ ਤੁਸੀਂ ਸਾਰੇ ਆ ਕੇ ਬੈਠ ਗਏ ਹੋ, ਵਿਚਕਾਰੋਂ ਅਚਾਨਕ ਮੱਥਾ ਟੇਕਣ ਨਹੀਂ ਆਇਆ। ਅਸੀਂ ਸੈਮੀਨਾਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਹਾਂ। ਸਾਡੇ ਗੁਰਦੁਆਰੇ ਦੇ ਸਿਸਟਮ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ। ਸੈਮੀਨਾਰ ਵਿੱਚ ਤੇ ਅਸੀਂ ਇੱਕ ਬਿਮਾਰੀ ਬਾਰੇ ਸਮਝਣ ਬੈਠੇ ਹਾਂ। ਕ੍ਰੋਧ ਦੇ ਬਾਰੇ ਗੱਲ ਕੀਤੀ, ਕ੍ਰੋਧ ਦੇ ਬਾਰੇ ਸਾਰੇ ਸਿੰਪਟਮਸ ਸਮਝੇ, ਅਤੇ ਹੁਣ ਸਿੰਪਟਮਸ ਨੂੰ ਆਪਣੇ ਤੇ ਟੁਕਾਉਣ ਤੋਂ ਬਾਅਦ ਸਮਝਿਆ ਕੀ ਆਫਟਰ ਇਫੈਕਟ ਹੁੰਦਾ ਹੈ। ਆਫਟਰ ਇਫੈਕਟ ਮੈਂ ਤੁਹਾਡੇ ਨਾਲ ਸਾਂਝ ਕਰਾਂ, ਛੋਟਾ ਜਿਹਾ, ਮੇਰਾ ਟੌਪਿਕ ਅੱਜ ਨਹੀਂ ਹੈ ਤਾਂ ਵੀ। ਦੋ ਮਹਾਤਮਾ ਬੁੱਧ ਦੇ ਚੇਲੇ ਧਾਰਮਿਕ ਪੜ੍ਹਾਈ ਕਰਨ ਤੋਂ ਬਾਅਦ ਮਹਾਤਮਾ ਬੁੱਧ ਕਹਿੰਦਾ ਹੈ ਤੁਸੀਂ ਦੋਨੋਂ ਸੱਚ ਦਾ ਪ੍ਰਚਾਰ ਕਰਨ ਵਾਸਤੇ ਫਿੱਟ ਹੋ, ਜਾਓ ਜਾਓ ਤੁਸੀਂ ਜਾ ਕੇ ਪ੍ਰਚਾਰ ਕਰੋ। ਦੋ ਸ਼ਰਤਾਂ ਯਾਦ ਰੱਖਣਾ, ਪਹਿਲੀ ਰਾਤ ਨੂੰ ਕਿੱਥੇ ਨਹੀਂ ਠਹਿਰਨਾ, ਦੂਜੀ ਰਸਤੇ 'ਚ ਆਉਂਦਿਆਂ ਜਾਂਦਿਆਂ ਕਿਸੇ ਇਸਤਰੀ ਨੂੰ ਹੱਥ ਨਹੀਂ ਲਗਾਉਣਾ। ਦੋਨਾਂ ਨੇ ਸੁਣ ਲਿਆ, ਧਾਰਮਿਕ ਪੜ੍ਹਾਈ ਉਹਨਾਂ ਕੋਲ ਸੀ। ਦੋਨੋਂ 4, 5, 6 ਘੰਟੇ ਪੈਦਲ ਟੁਰ ਕੇ ਪ੍ਰਚਾਰ ਕਰਨ ਗਏ। ਕਰਕੇ ਵਾਪਸ ਆ ਰਹੇ ਸੀ, ਰਸਤੇ 'ਚ ਨਦੀ ਸੀ। ਨਦੀ ਦੇ ਕਿਨਾਰੇ ਤੇ ਇੱਕ ਇਸਤਰੀ ਖੜੀ ਸੀ। ਇਸਤਰੀ ਇਹਨਾਂ ਨੂੰ ਕਹਿੰਦੀ ਹੈ ਸ਼ਾਮ ਦਾ ਵਕਤ ਹੋ ਗਿਆ, ਕਿਸ਼ਤੀ ਬੰਦ ਹੋ ਗਈ ਹੈ, ਤੁਸੀਂ ਦੋਨੋਂ ਕਿਸ ਤਰ੍ਹਾਂ ਜਾਓਗੇ? ਇਹਨਾਂ ਨੇ ਕਿਹਾ ਅਸੀਂ ਤੇ ਤੈਰ ਕੇ ਚਲੇ ਜਾਵਾਂਗੇ। ਉਹ ਕਹਿੰਦੀ ਹੈ ਮੇਰਾ ਵੀ ਘਰ ਪਾਰ ਵਾਲੇ ਪਾਸੇ ਹੈ, ਪਰ ਮੈਂ ਜਾ ਨਹੀਂ ਸਕਦੀ, ਮੈਨੂੰ ਤਰਨਾ ਨਹੀਂ ਆਉਂਦਾ, ਤੁਹਾਡੇ 'ਚ ਕੋਈ ਮੇਰੀ ਹੈਲਪ ਕਰ ਸਕਦਾ ਹੈ? ਇੱਕ ਨੇ ਆਪਣੇ ਕੰਧਾੜੇ ਤੇ ਉਹਨੂੰ ਚੜਾਇਆ, ਨਦੀ ਪਾਰ ਕਰਾ ਦਿੱਤੀ, ਕਰਾ ਕੇ ਉਸਨੂੰ ਉਤਾਰ ਦਿੱਤਾ। ਉਸਨੇ ਉਸਨੂੰ ਥੈਂਕ ਯੂ ਕਹਿ ਦਿੱਤਾ। 3-4 ਘੰਟੇ ਪੈਦਲ ਟੁਰ ਕੇ ਵਾਪਸ ਮਹਾਤਮਾ ਬੁੱਧ ਦੇ ਮੱਠ ਤੇ ਵਾਪਸ ਆ ਗਏ। ਐਂਟਰ ਕਰਨ ਲੱਗੇ ਸੀ ਤਾਂ ਦੂਜਾ ਉਹਨੂੰ ਕਹਿੰਦਾ ਮੈਂ ਮਹਾਤਮਾ ਬੁੱਧ ਨੂੰ ਤੇਰੀ ਸ਼ਿਕਾਇਤ ਲਗਾਵਾਂਗਾ। ਕਹਿੰਦਾ ਕੀ? ਕਹਿੰਦਾ ਮੈਂ ਦੱਸਾਂਗਾ ਕਿ ਤੂੰ ਉੱਥੇ ਨਦੀ ਪਾਰ ਕਰਨ ਵੇਲੇ ਆਪਣੇ ਮੋਢੇ ਤੇ ਉਹ ਇਸਤਰੀ ਨੂੰ ਚੜਾਇਆ ਸੀ, ਇਹਦਾ ਮਤਲਬ ਤੂੰ ਇਸਤਰੀ ਨੂੰ ਟੱਚ ਕੀਤਾ, ਤੂੰ ਮਰਿਆਦਾ ਨੂੰ ਭੰਗ ਕਰਕੇ ਆਇਆ, ਮੈਂ ਤੇਰੀ ਸ਼ਿਕਾਇਤ ਲਾਵਾਂਗਾ। ਉਹ ਮਨੁੱਖ ਪਤਾ ਕੀ ਕਹਿੰਦਾ ਹੈ? ਕਹਿੰਦਾ ਉਹ ਮੈਂ ਵੀ ਨਾ ਤੇਰੀ ਸ਼ਿਕਾਇਤ ਲਗਾਵਾਂਗਾ ਮਹਾਤਮਾ ਬੁੱਧ ਨੂੰ। ਕਹਿੰਦਾ ਕੀ? ਕਹਿੰਦਾ ਮੈਂ ਮਹਾਤਮਾ ਬੁੱਧ ਨੂੰ ਕਹਾਂਗਾ ਕਿ ਉਸ ਇਸਤਰੀ ਨੂੰ 4 ਘੰਟੇ ਪਹਿਲਾਂ ਨਦੀ ਪਾਰ ਕਰਾ ਕੇ ਮੈਂ ਛੋੜ ਆਇਆ ਸੀ, ਇਸ ਨੇ ਹੁਣੇ ਵੀ ਇੱਥੇ ਚੁੱਕੀ ਹੋਈ ਹੈ। That is called ਪੁਰਾਣੀ ਗੱਲ ਨੂੰ ਮੱਥੇ ਤੇ ਚੁੱਕ ਕੇ, ਆਪਣੀ ਮੈਮਰੀ ਵਿੱਚ ਚੁੱਕ ਕੇ, ਆਪਣੀ ਨੱਕ ਉੱਤੇ ਹਮੇਸ਼ਾ ਰੱਖ ਕੇ ਫਿਰਦੇ ਰਹਿਣਾ, ਗੁੱਸਾ ਮਨ ਹੰਡਾਣਾ। ਪਰ ਫਰੀਦ ਜੀ ਕਹਿ ਰਹੇ ਨੇ ਗੁੱਸਾ ਮਨ ਨਾ ਹੰਡਾਏ। ਜਿਤਨੀ ਇਸ ਪਲ ਤੋਂ, ਮੰਨ ਲਿਆ 4:05 ਹੋਏ ਨੇ, 4:05 ਤੋਂ ਪਹਿਲਾਂ ਜਿਤਨੀ ਮੇਰੀ ਜ਼ਿੰਦਗੀ ਦਾ ਕੋਈ ਵੀ ਐਪੀਸੋਡ ਹੈ, ਜੇ ਉਸਨੂੰ ਮੈਂ ਇੱਥੇ ਬੰਨ ਕੇ ਟੁਰਦਾ ਰਵਾਂ, ਇਹਦਾ ਮਤਲਬ ਮੈਂ ਉਹਦਾ ਗੁੱਸਾ ਹੰਡਾ ਰਿਹਾ ਵਾਂ। ਮੇਰਾ ਮਨ ਆਕੂਪਾਈਡ ਹੈ ਉਸ ਗੁੱਸੇ ਦੇ ਨਾਲ। ਜਾਂ ਤੇ ਮੈਂ ਰਿਵੈਂਜ ਲੈਣਾ ਚਾਹੁੰਦਾ, ਜਾਂ ਮੇਰੀ ਉਹ ਨਫ਼ਰਤ ਚਲਦੀ ਰਹੇਗੀ, ਤੇ ਪਰ ਮੇਰਾ ਮਨ ਮੈਲਾ ਹੀ ਰਹੇਗਾ। ਇਹ ਜੇ ਅਸੀਂ ਨਾ ਸਮਝਦੇ ਤਾਂ ਸਾਡੇ ਪੱਲੇ ਨਹੀਂ ਸੀ ਪੈਣੀ ਕਿ ਗੁੱਸਾ ਮਨ ਨਾ ਹੰਡਾਏ ਕੀ ਹੁੰਦਾ। ਫਰੀਦ ਜੀ ਕੀ ਕਹਿ ਰਹੇ ਨੇ? ਤਾਂ ਤੁਹਾਡੇ ਇੱਥੇ ਅੱਜ ਫਰੀਦ ਜੀ ਦਾ ਅਸੀਂ ਸ਼ਬਦ ਕਿਉਂ ਲਿਆ ਹੈ? ਇਸ ਕਰਕੇ ਕਿ ਜਦੋਂ ਮੈਂ ਅਮਰੀਕਾ ਤੋਂ ਟੁਰਿਆ ਤਾਂ ਮੈਨੂੰ ਅਮਰੀਕਾ, ਇੱਥੋਂ ਤੁਹਾਡੇ ਸ਼੍ਰੀਨਗਰ ਤੋਂ, ਮੈਨੂੰ ਸੱਜਣ ਦਾ ਨਾਂ ਨਹੀਂ ਪਤਾ, ਉਹਨਾਂ ਦੀ ਮੈਨੂੰ ਈਮੇਲ ਗਈ। ਸਾਡੇ ਇੱਥੇ ਬੜੇ ਸਾਰੇ ਐਸੇ ਸੱਜਣ ਹਨ ਜੋ ਫਰੀਦ ਜੀ ਦੀ ਬਾਣੀ ਪੜ੍ਹਦੇ ਹਨ।
ਜੇ ਉਹ ਸਿੱਖ ਫੈਮਲੀਜ਼ ਨੂੰ ਬਿਲੋਂਗ ਨਹੀਂ ਕਰਦੇ, ਤੁਸੀਂ ਕਹਿੰਦੇ ਹੋ ਸੈਮੀਨਾਰ 'ਚ ਸਾਰੀ ਦੁਨੀਆ ਆਵੇ, ਤਾਂ ਉਹ ਵੀ ਲੋਕੀ ਆਣਗੇ, ਤਾਂ ਕਿਰਪਾ ਕਰਕੇ ਤੁਸੀਂ ਫਰੀਦ ਦੀ ਬਾਣੀ ਡਿਸਕਸ ਕਰਨਾ। ਮੈਨੂੰ ਨਹੀਂ ਪਤਾ ਤੁਹਾਡੇ ਚੋਂ ਕਿਹੜੇ ਕਿਹੜੇ ਸੱਜਣ ਫਰੀਦ ਜੀ ਦੀ ਬਾਣੀ ਪੜ੍ਹਦੇ ਹਨ, ਤੇ ਜੇ ਅਸੀਂ ਇਹ ਸਮਝ ਲਈਏ ਫਰੀਦ ਜੀ ਇਹ ਤੇ ਮੁਸਲਮਾਨ ਨੇ, ਮੁਸਲਮਾਨਾਂ ਦੀ ਗੱਲ ਮੈਂ ਕਿਉਂ ਲਵਾਂ? ਜੇ ਇਹ ਅਸੀਂ ਭੁਲੇਖਾ ਪਾ ਲਈਏ ਇਹ ਹਿੰਦੂ ਨੇ, ਇਹ ਤੇ ਗੀਤਾ ਰਾਮਾਇਣ ਦੀ ਗੱਲ ਹੈ, ਮੈਂ ਕਿਉਂ ਲਵਾਂ? ਇੰਝ ਹੀ ਉਹ ਵੀ ਸੋਚ ਰਹੇ ਨੇ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਸਿੱਖਾਂ ਦੀ ਆ, ਅਸੀਂ ਕਿਉਂ ਲਈਏ? ਸਾਧ ਸੰਗਤ, ਇਸ ਕਰਕੇ ਅਸੀਂ ਇੱਕ ਪੁਸਤਕ ਸਾਂਝ ਕੀਤੀ ਹੈ, ਉਹਦਾ ਨਾਂ ਇੰਗਲਿਸ਼ ਵਿੱਚ ਨਾਂ ਹੈ ਇਟਰਨਲ ਵਿਜ਼ਡਮ, ਪੰਜਾਬੀ ਵਿੱਚ ਨਾਂ ਹੈ ਮਾਨਵਤਾ ਦਾ ਸਾਂਝਾ ਧਰਮ, ਸਾਂਝੀਵਾਲਤਾ ਦਾ। ਹੁਣ ਜੇਕਰ ਕਿਸੇ ਮਨੁੱਖ ਦਾ ਸਿਰ ਦਰਦ ਹੋਵੇ ਔਰ ਸਿਰ ਦਰਦ ਦੀ ਗੋਲੀ ਖਾਣ ਦੇ ਨਾਲ ਉਹਦਾ ਸਿਰ ਦਰਦ ਠੀਕ ਹੁੰਦਾ ਹੈ, ਜਦੋਂ ਉਹ ਦੁਕਾਨ ਤੇ ਜਾਂਦਾ ਹੈ, ਤੁਹਾਡੇ ਚੋਂ ਕੋਈ ਵੀ ਹੱਥ ਖੜਾ ਕਰਕੇ ਮੈਨੂੰ ਦੱਸਣਾ ਕਿ ਕੀ ਦੁਕਾਨ ਤੇ ਜਾ ਕੇ ਪੁੱਛਦੇ ਹਾਂ ਤੇਰੇ ਕੋਲ ਸਿਰ ਦਰਦ ਦੀ ਗੋਲੀ ਹੈ? ਉਹ ਕਹਿੰਦਾ ਹਾਂ, ਪਰ ਅਸੀਂ ਉਹਨੂੰ ਪੁੱਛਦੇ ਹਾਂ ਤੂੰ ਪਹਿਲਾਂ ਦੱਸ ਕਿਹੜੇ ਮਜ਼ਹਬ ਦਾ ਹੈ, ਤਾਂ ਗੋਲੀ ਖਾਵਾਂਗਾ। ਸਹੀ ਹੈ? ਸੁਣੋ, ਸਹੀ ਹੈ? ਸੁਣੋ, ਪੁੱਛਦੇ ਹੋ? ਉੱਚਾ ਬੋਲੋ ਪਲੀਜ਼। ਨਹੀਂ ਪੁੱਛਦੇ। ਸਾਡਾ ਮਕਸਦ ਕੀ ਹੈ? ਮੈਨੂੰ ਮੇਰਾ ਸਿਰ ਦਰਦ ਠੀਕ ਕਰਨਾ ਹੈ। ਤੂੰ ਕਿਸ ਮਜ਼ਹਬ ਦਾ ਹੈ, ਡਜ਼ਨਟ ਮੈਟਰ, ਗੋਲੀ ਦੇ ਮੈਂ ਖਾਵਾਂ, ਮੇਰਾ ਸਿਰ ਦਰਦ ਠੀਕ ਹੋਵੇ। ਅੱਛਾ, ਦੂਜੀ ਗੱਲ, ਕਦੀ ਅਸੀਂ ਪੁੱਛਿਆ ਇਹ ਐਨਾਸੀਨ ਦੀ ਗੋਲੀ ਜਾਂ ਫਲਾਣੀ ਗੋਲੀ ਕਿਹੜੀ ਕੰਪਨੀ ਦੀ ਹੈ ਤੇ ਉਸ ਕੰਪਨੀ ਦੇ ਮਾਲਕ ਕੌਣ ਨੇ? ਹਿੰਦੂ ਨੇ ਕਿ ਮੁਸਲਮਾਨ ਹਨ, ਕਿ ਸਿੱਖ ਹਨ, ਕਿ ਜੈਨੀ ਹਨ, ਕਿ ਬੋਧੀ ਹਨ, ਕਿ ਕ੍ਰਿਸਚਨ ਹਨ, ਕਿ ਜੂਸ਼ ਹਨ? ਕਦੀ ਇਹ ਪੁੱਛਿਆ? ਲੇਕਿਨ ਜੇ ਅਸੀਂ ਕਹੀਏ ਨਹੀਂ ਗੋਲੀ ਮੈਂ ਤਾਂ ਖਾਵਾਂਗਾ ਜੇ ਸਿੱਖਾਂ ਨੇ ਬਣਾਈ ਹੈ, हिंदू कह रहा गोली तो मैं तब खाऊंगा जो हिंदू ने बनाई है, मुसलमान कह रहा है गोली तो मैं तब खाऊंगा जो अगर किसी मुसलमान ने बनाई है। इंज कहते हैं। ते प्रैक्टिकल धार्मिक जीवन, इंसानियत भरपूर जीवन जीन वास्ते, फुल ऑफ स्पिरिचुअलिटी वाली जीवन जाच वास्ते असी क्यों इस ख्याल ही चाह? जिस गुरु ग्रंथ साहिब जी नूं मत्था टेक रहे हैं ना, उसदे बानी सत्कारयोग हस्ती गुरु नानक पातशाह फरीद जी दी बाणी बड़े सत्कार नाल लिया के गुरु ग्रंथ साहिब विच पांदे ने, ये कह के नहीं कि मुसलमानां दी है। अज दा शब्द इसदा असी रहाऊ दा पता पहला विचार लैंदे हां। इसदा रहाऊ है आज मिलावा शेख फरीद टाकम कुंजड़ियां मनो मचंदड़ियां रहाओ। आज मिलावा शेख फरीद, सारे मेरे नाल पढ़ो, आज मिलावा शेख फरीद टाकम कुंजड़ियां मनो मचंदड़ियां रहाओ। सारा शब्द पढ़ांगे, रहाओ दोबारा पढ़ांगे। आसा शेख फरीद जियो की बाणी। बोले शेख फरीद प्यारे अल्लाह लगे, ए तन होसी खाक निमाणी गौर करे। आज मिलावा शेख फरीद टाकम कुंजड़ियां मनो मचंदड़ियां रहाओ। आज मिलावा शेख फरीद टाकम कुंजड़ियां मनो मचंदड़ियां रहाओ। जे जाना मर जाइए घूम ना आइए, झूठी दुनिया लग ना आप वंजाइए। बोलिए सच धर्म झूठ ना बोलिए,
जो गुर दसै वाट मुरीदा जो लिया, छैल लगन दे पार गोरी मन धीरिया, कंचन वन्ने पासे कलवत चीरिया, शेख हयाती जग ना कोई थिर रहा, जिस आसन हम बैठे केते बैस गया, कत्तक कूंजा चेत डो सावण बिजलियां सियाले सोहंदियां पिरगल बाहड़ियां चले चलन हार विचारां ले मनु गंढेंदियां छेमा तुड़ंदियां हिक खिनो जिमी पुछे आसमान फरीदा खेवट किन गए जालन गोरा नाल उलामे जी सहे। इस तरह हाउ पता की है, आज मिलावा शेख फरीद। मैनू नहीं पता हुने बेसिक है कि आसान है कि एडवांस। आई विल ट्राई माई बेस्ट कि मैनू शब्द चो जो समझ आया है मैं वो सांझ करा। जो मैं सांझ करा वो फाइनल नहीं है, जो मैं सांझ करा वो पत्थर ते लकीर नहीं है। मैनू ते जो समझ आया है साध संगत जी, मैं तुहाडे कश्मीर दे इस डल लेक दे इस इतने सुंदर इंतजाम दे विच इस विचार नू सांझ कर रहा। इस दे की अर्थ कीते जांदे ने मैनू नहीं पता, ठीक हैं या गलत मैं कह नहीं सकता। कुछ विचारा सांझ करते हैं। सो इस शब्द का रहाऊ है, रहाऊ आज मिलावा शेख फरीद। आज का मतलब टुडे, आज, हुने, आज ही, अभी, इसी वक्त, राइट नाउ। आज भगवान गॉड खुदा अल्लाह वाहिगुरु के साथ एम्ब्रेस हो सकता है, आज रब्बी मिलन हो सकता है। फरीद जी कह रहे हैं, मैं नहीं, मेरी एक्सप्लेनेशन नहीं। डोंट गो इन टू दिस थॉट प्रोसेस कि दिस इज बीइंग एक्सप्लेन्ड बाय भुपिंदर सिंह। नो 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 नो। फरीद जी जो कह रहे ने, मैनू जो समझ आया असीं सिर्फ वो सांझ कर रहे हैं। कह फरीद जी रहे ने, आज मिलावा शेख फरीद। फरीद जी कहते तुसी सारी दुनिया दे लोकी समझदे हो जिस दिन मर जावांगे तां मिलांगे रब नूं। हुण तुसी सारे मैनू यस और नो करो। कदी असीं सुनिया एक दिन मर जावांगे, मर के सौहरे घर जावांगे तां रब दे घर जावांगे, सुनिया जी? मरण तो बाद सौहरे घर रब जी दे घर जावांगे, मरण तो बाद रब नूं मिलांगे। इस करके इस थॉट प्रोसेस के कारण मरण तो बाद दी साल्वेशन मुक्ति दी गल कीती जाती है, मरण तो बाद स्वर्ग नरक और जन्नत दोजख की गल कीती जाती है। मरण तो बाद स्वर्ग नरक जन्नत दोजख पैराडाइज हैल और हैवन है कि नहीं मैनू नहीं पता। फरीद जी कह रहे ने अज हुणे इसी वक्त रब नाल तेरा मिलन, खुदा नाल मिलन मिलाप हो सकता है। एक शर्त है, राहो है शब्द का। शर्त पता की है? आज मिलावा शेख फरीद पता की कर टाकम, टाकम होंदा है पैचिस लाना, टाकी लाना। ए मेरा कपड़ा इत्थों फट गया ते टाकी ला दियो।
ਮੇਰੇ ਮਨ ਦੇ ਅੰਦਰੋਂ ਜਿੱਥੇ ਜਿੱਥੇ ਮੇਰਾ ਮਨ ਪਾਟ ਗਿਆ ਹੈ, ਮੇਰੇ ਮਨ ਦਾ ਥਾਟ ਪ੍ਰੋਸੈਸ ਦਾ ਪਹਿਰਨ ਚੋਲਾ ਜਿੱਥੋਂ ਜਿੱਥੋਂ ਫਟ ਗਿਆ ਹੈ, ਫਰੀਦ ਜੀ ਕਹਿ ਰਹੇ ਨੇ ਜੇ ਤੂੰ ਉੱਥੇ ਟਾਕੀ ਲਾ ਦੇਵੇਂ, ਜੇ ਤੂੰ ਫਟੀਆਂ ਬੇਅੰਤ ਜਗਾਵਾਂ ਦੇ ਉੱਥੇ ਟਾਕੀਆਂ ਲਾ ਦੇਵੇਂ, ਤੇਰਾ ਅੱਜ ਹੀ ਰੱਬ ਨਾਲ ਖੁਦਾ ਨਾਲ ਜੀਂਦੇ ਜੀ ਵਾਈ ਲਿਵਿੰਗ ਮਿਲਾਪ ਹੋ ਸਕਦਾ ਹੈ। ਅੱਜ ਹੀ ਤੂੰ ਗ੍ਰੇਵ ਵਿੱਚ ਜਾ ਸਕਣਾ ਹੈ, ਅੱਜ ਹੀ ਤੂੰ ਸਵਰਗ ਵਿੱਚ ਰੱਬ ਨਾਲ ਮਿਲਾਪ ਪਾ ਸਕਣਾ ਹੈ, ਅੱਜ ਹੀ ਤੂੰ ਸਹੁਰੇ ਘਰ ਪ੍ਰਾਪਤੀ ਖੁਦਾ ਨਾਲ, ਰੱਬ ਨਾਲ, ਵਾਹਿਗੁਰੂ ਨਾਲ ਇੱਕ ਮਿਕਤਾ ਮਹਿਸੂਸ ਕਰ ਸਕਦਾ ਹੈ। ਫਰੀਦ ਜੀ ਦੱਸ ਰਹੇ ਨੇ ਅੱਜ ਦੇ ਸ਼ਬਦ ਵਿੱਚ, ਜਿਸ ਨੂੰ ਇਹ ਗੱਲ ਸਮਝ ਆ ਗਈ ਨਾ ਉਹ ਕਦੇ ਨਹੀਂ ਕਹੇਗਾ ਇਹ ਸ਼ਖਸ ਮਰ ਗਿਆ, ਇਸ ਨੂੰ ਆਪਣੇ ਚਰਨਾਂ 'ਚ ਮਰਨ ਤੋਂ ਬਾਅਦ ਨਿਵਾਸ ਬਖਸ਼ਣਾ। ਜਿਹੜਾ ਜੀਂਦੇ ਜੀ ਨਿਵਾਸ ਹੋ ਚੁੱਕਾ ਹੈ ਉਹਨੂੰ ਹੋਰ ਕਿਹੜੇ ਚਰਨਾਂ 'ਚ ਨਿਵਾਸ ਬਖਸ਼ਣਾ? ਕਿਹੜੇ ਉੱਪਰ ਅਸਮਾਨ ਤੇ ਕਿੱਥੇ ਕਿਹੜੀ ਜਗ੍ਹਾ, ਕਿਹੜਾ ਬੈਕੁੰਠ ਤੇ ਕਿਹੜਾ ਸਵਰਗ ਤੇ ਕਿਹੜੀ ਜਗ੍ਹਾ ਪਹੁੰਚਾਉਣਾ ਉਹਨੂੰ ਨਹੀਂ ਕਰੇਗਾ। ਜਿਹੜਾ ਅੱਜ ਦਰਗਾਹ 'ਚ ਹੈ ਰੱਬ ਜੀ ਦੀ, ਖੁਦਾ ਦੀ, ਉਸ ਨੂੰ ਮਰਨ ਤੋਂ ਬਾਅਦ ਕਿਹੜੀ ਦਰਗਾਹ 'ਚ ਜਾਣਾ ਹੈ ਉਹਦੀ ਗੱਲ ਤੇ ਬਾਅਦ ਵਿੱਚ ਰੱਬ ਜੀ ਔਰ ਰੱਬ ਜੀ ਦਾ ਸਿਸਟਮ ਜਾਣੇ। ਲੇਕਿਨ ਫਰੀਦ ਜੀ ਕਹਿ ਰਹੇ ਨੇ ਅੱਜ ਹੀ, ਅੱਜ ਮਿਲਾਵਾ ਸ਼ੇਖ, ਅੱਜ ਤੂੰ ਰੱਬ ਜੀ ਦੀ ਦਰਗਾਹ 'ਚ ਜਾ ਸਕਣਾ ਹੈ। That is called salvation while living, ਜਿਉਂਦਿਆਂ ਮੁਕਤੀ। ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਆਂ ਇਉਂ ਕੰਤ ਮਿਲਾਵਾ ਹੋਏ। ਜੀਂਦੇ ਜੀ ਦੇਖ, ਅੱਖੀ ਬਾਝੋਂ ਵੇਖਣਾ, ਤੇਰੇ ਕੋਲ ਇਹ ਅੱਖਾਂ ਨੇ ਨਾ, ਇਹਨਾਂ ਨਾਲ ਤੂੰ ਪਰਾਇਆ ਰੂਪ ਵੇਖਦਾ ਜਾਂ ਪਰਾਈਆਂ ਚੀਜ਼ਾਂ ਵੇਖਦਾ ਤੇ ਉਹਨਾਂ ਨੂੰ ਨਾ ਹਥਿਆਉਣ ਦੀ ਕੋਸ਼ਿਸ਼ ਕਰਦਾ। ਜਾਂ ਦੂਜੇ ਦੇ ਘਰ ਪੁੱਤਰ ਹੈ, ਮੇਰੇ ਘਰ ਪੁੱਤਰ ਨਹੀਂ ਹੈ, ਇਹਨਾਂ ਅੱਖਾਂ ਨਾਲ ਦੇਖਿਆ ਮੇਰੇ ਘਰ ਪੁੱਤਰ ਹੋਣਾ ਚਾਹੀਦਾ। ਜਾਂ ਜੈਲਸੀ ਪੈਦਾ ਹੋਈ ਤੇ ਜਾਂ ਕੰਪੈਰੀਜ਼ਨ ਵਿੱਚ ਮੇਰੇ ਕੋਲ ਵੀ ਹੋਣਾ ਚਾਹੀਦਾ। ਇਹਨਾਂ ਅੱਖਾਂ ਨੇ ਦੇਖਿਆ। ਪਰ ਜੇ ਇਹਨਾਂ ਅੱਖਾਂ ਦੇ ਪਿੱਛੇ ਵਾਲੇ ਥਾਟ ਪ੍ਰੋਸੈਸ ਇੱਕ ਰੱਬ ਜੀ ਦਾ ਥਾਟ ਪ੍ਰੋਸੈਸ ਲੈ ਲਵੇਂ ਤਾਂ ਹੁਣ ਤੇਰੇ ਕੋਲ ਮਨ ਦੀਆਂ, ਮਨ ਕੀ ਮਤ ਵਾਲੀਆਂ ਅੱਖਾਂ, ਮਨ ਕੀ ਮਤ ਵਾਲੇ ਨੱਕ, ਮਨ ਕੀ ਮਤ ਵਾਲੇ ਕੰਨ, ਮਨ ਕੀ ਮਤ ਵਾਲੇ ਹੱਥ ਪੈਰ, ਇਹ ਸਾਰੇ ਤੇਰੇ ਛੁੱਟ ਜਾਣਗੇ ਜੇ ਤੂੰ ਸਤਿਗੁਰ ਦੀ ਮਤ ਵਾਲੇ ਅੱਖ, ਨੱਕ, ਕੰਨ, ਹੱਥ ਪੈਰ ਲੈ ਲਵੇਂ। ਇਹਦਾ ਮਤਲਬ ਸਾਡੇ ਕੋਲ ਇਹ ਜਿਹੜੇ ਸਰੀਰ ਦੇ ਅੰਗ ਨੇ ਨਾ, ਇਹ ਨਾ ਮੇਰੇ ਮਨ ਕੀ ਮਤ ਵਾਲੇ ਅੰਗ ਨੇ। ਇਹਨਾਂ ਨੂੰ ਨਾ ਅਕਲ, इंटेलेक्ट, सूझबूझ समझ नहीं है। कैसे देखते हैं, कैसे बोलते हैं, कैसे सुनते हैं, कैसे इन हाथों से किसी का बिगाड़ते नहीं हैं, कैसे अपने पाँव के साथ गलत रास्ते पर नहीं जाते हैं, कैसे अपने तन का सदुपयोग करते हैं, किस तरह इन्हू चंगे पासे लाते ने। वो वाली ना समझ सूझबूझ नहीं है मन की मत कोल। सो एक गल पहला समझ ही चाहिए, साड़ी इंग्लिश की कैसेट बनी है कंपनी संगत सैमीनार समझिया सी, ਉਹਦੇ ਵਿੱਚ ਅਸੀਂ ਇਹ ਸਮਝਿਆ ਸੀ कि मन की मत, मन की मत ਉੱਥੋਂ ਅਸੀਂ ਸਾਰੀ ਇੰਗਲਿਸ਼ ਡਿਕਸ਼ਨਰੀ ਵਾਲਿਆਂ ਨੂੰ ਸੁਣਿਆ ਦਿੱਤਾ, ਭਾਵੇਂ ਉਹ ਸੁਣਨ ਮੰਨਣ ਜਾਂ ਨਾ, ਆਕਸਫੋਰਡ ਹੈ ਜਾਂ ਜੋ ਮਰਜ਼ੀ ਹੈ। ਤੁਸੀਂ ਆਪਣੀ ਡਿਕਸ਼ਨਰੀ ਦੇ ਅੰਦਰ ਗੁਰੂ ਲਿਖ ਲਿਆ, ਧਰਮਾ ਲਿਖ ਲਿਆ, ਯੋਗਾ ਲਿਖ ਲਿਆ ਅਤੇ ਬੜੇ ਦੁਨੀਆ ਭਰ ਦੇ ਤੁਸੀਂ ਇੰਡੀਅਨ ਵਰਡਸ ਨੂੰ ਲੈ ਲਿਆ, ਪਰ ਤੁਸੀਂ ਮਨ ਦਾ ਮੈਨਾ ਮਾਈਂਡ ਕਰ ਦਿੱਤਾ, ਗੜਬੜ ਹੋ ਗਈ। क्यों? क्योंकि गुरु साहब कह रहे हैं मन की मत, मन की मत, मत कम्स लेटर ऑन, पहला मन है। मन की मत दे अनुसार साडा ब्रेन काम करदा है। साध संगत जी तुसी यस और नो बोल के देखो कि मेरा मन जिस तरह चाहता है मेरी मत ऊंच काम करती है ना, से यस और नो। मन की मत मेरी कहती है शराब मना की जाती है पर पी लै। मेरी मन ने
ਇੱਕ ਥਾਟ ਪ੍ਰੋਸੈਸ ਦਿੱਤਾ ਮੱਤ ਨੂੰ। ਮੇਰੀ ਮੱਤ ਨੇ ਕਿਹਾ ਇਹਨਾਂ ਹੱਥਾਂ ਦੇ ਨਾਲ ਪਾਕਟ ਵਿੱਚੋਂ ਪੈਸੇ ਕੱਢ, ਸ਼ਰਾਬ ਦੀ ਬੋਤਲ ਲਿਆ ਕੇ ਪੀ। ਕਿਉਂ? ਮਨ ਨੇ ਕਿਹਾ। ਬ੍ਰੇਨ ਨੇ ਹੱਥਾਂ ਨੂੰ ਆਰਡਰ ਕੀਤਾ। ਪੈਰ ਟੁਰ ਕੇ ਗਏ ਲਿਕਰ ਸ਼ਾਪ ਤੇ, ਲੈ ਕੇ ਆਏ। ਮਨ ਨੇ ਕਿਹਾ ਮੈਨੂੰ ਅੰਮ੍ਰਿਤ ਵੇਲੇ ਉੱਠਣ ਦੀ ਕੀ ਲੋੜ ਹੈ। ਮਨ ਨੇ ਕਿਹਾ ਮੈਨੂੰ ਗੁਰਦੁਆਰੇ ਮੰਦਰ ਮਸਜਿਦ ਧਾਰਮਿਕ ਸਥਾਨ ਤੇ ਜਾਣ ਦੀ ਕੀ ਲੋੜ ਹੈ। ਮਨ ਜੇ ਕਹਿੰਦਾ ਹੈ ਕਿ ਮੈਂ ਮੁੰਡੇ ਵਾਲਾ ਹਾਂ, ਦਾਜ ਲੈਣਾ ਚਾਹੀਦਾ, ਮੈਂ ਲੈ ਲਿਆ। ਕਿਉਂਕਿ ਮੇਰੀ ਬੋਡੀ ਦਾ ਡਰਾਈਵਰ, ਸੰਚਾਲਕ, ਮੈਨੂਵਰ ਕਰਨ ਦਾ ਸੁਲਤਾਨ ਚੌਧਰੀ ਰਾਜਾ ਹੈ ਮਨ, ਹੈ ਨਾ। ਜੇ ਇਹ ਮਨ ਸੁਜਾਨ ਹੈ ਤਾਂ ਇਹ ਮੇਰੇ ਕੋਲੋਂ ਠੀਕ ਕੰਮ ਕਰਾਏਗਾ, ਮੇਰੀ ਸਾਰੀ ਬੋਡੀ ਕੋਲੋਂ ਚੰਗੇ ਕਰਮ ਕਰਾਏਗਾ। ਪਰ ਜੇ ਮੇਰਾ ਮਨ ਮੈਲਾ ਹੈ, ਮਨ ਬਿਮਾਰ ਹੈ, ਮਨ ਘਟੀਆ ਹੈ, ਮਨ ਹਨੇਰੇ ਵਿੱਚ ਹੈ, ਮਨ ਸੁੱਤਾ ਹੋਇਆ ਹੈ, ਤਾਂ ਮੇਰੇ ਕੋਲ ਗਲਤ ਕੰਮ ਕਰਾਏਗਾ। ਇਹਦਾ ਮਤਲਬ ਮੇਰੀ ਮਨ ਨੇ ਨਾ ਆਪਣੇ ਤਨ ਦੇ ਅੰਗ ਰਚੇ ਹੋਏ ਨੇ। ਉਹ ਜਿਹੜਾ ਮੇਰਾ ਮਨ ਇਹਨਾਂ ਅੱਖਾਂ ਦੇ ਪਿੱਛੇ ਜਿਹੜਾ ਥਾਟ ਪ੍ਰੋਸੈਸ ਲੈ ਕੇ ਚੱਲਦਾ ਹੈ, ਇਹ ਕਹਿੰਦਾ ਉਸ ਪਾਸੇ ਇੰਝ ਵੇਖੋ, ਪਰਾਈ ਇਸਤਰੀ ਵੱਲ ਇੰਝ ਵੇਖੋ, ਦੂਜੇ ਦਾ ਸੋਨਾ, ਦੂਜੇ ਦਾ ਪੈਸਾ। ਜਿਸ ਵੇਲੇ ਮਨ ਕਹਿੰਦਾ ਹੈ ਇਹ ਪਦਾਰਥ ਦਾ ਮਾਲਕ ਮਿਸਟਰ ਐਕਸ, ਇਹ ਪਦਾਰਥ ਮੇਰਾ, ਮਿਸਟਰ ਐਕਸ ਪਰ ਆਇਆ। ਹੁਣ ਮਿਸਟਰ ਐਕਸ ਦੀ ਚੀਜ਼ ਪਈ ਹੈ, ਮੇਰੇ ਮਨ ਨੇ ਕਿਹਾ ਇਹ ਤੇਰਾ ਹੈ, ਮੈਂ ਉਠਾ ਲਿਆ, ਚੋਰੀ ਕਰ ਲਿਆ। क्यों? क्योंकि मिस्टर एक्स ਨੂੰ मैं पराया समझिया। लेकिन जे मैं इस पदार्थ के बदले मिस्टर मैं एक्स ਨੂੰ ਆਪਣਾ ਸਮਝਦਾ ਤਾਂ ਮੈਨੂੰ ਚੁੱਕਣਾ ਪੈਂਦਾ। चोरी गई, चोरी खत्म। अच्छा, ताई सानू बाणी राई सारी दुनिया नू समझाया जा रहा है, अवल अल्लाह नूर उपाया कुदरत के सब बंदे, एक नूर ते सब जग उपजया कौन भले को मंदे, ना को बैरी नहीं बेगाना सगल संगम को। ए पराया नहीं है जिदा तू डब्बा चुकन लगा है भुपिंदर सिंह, तेरा मन तेनू कहंदा डब्बा चुक लै, पर पराया नहीं है। अपना है, हाँ मेरे खुदा दा है, ए इंसान मेरे खुदा दा है, मेरे वाहिगुरु जी दा है, मेरे अल्लाह दा, मेरे राम दा बनाया, मेरे गॉड दा बनाया होया है। एक नूर ते सब जग उपजा। हुण मेरी अख जदों देखदी है ना इस डब्बे नू, यह कहती है ये डब्बे का जो मालिक है ना वो भी हमारा ही है। अगर वो घर आ गया तो डब्बा साथ में आ ही जाएगा। डब्बे को क्या लाना है फिर? इसको ले आओ ना, मिस्टर एक्स को कर ले आओ, जफ्फी पा लो ना इसको। इस तरह असीं हिंदू मुसलमान सिख ईसाई जफ्फी पा सकते हैं। मेरे मन की मत मैनू डिस्क्रिमिनेट कराती है। मेरे मन की मत मेरिया अखां नू ना अपना थॉट प्रोसेस देंदी है, मेरे हत्थां नू अपना थॉट प्रोसेस देंदी है। डिस्ट्रक्टिव काम करते ने, झापड़ मारते ने, तोड़ फोड़ करते ने, अग्गां लांदे ने, मेरिया लत्तां नू गलत मैसेज देंदी है। मेरिया लत्तां दौड़ के जांदियां पब ते डांस करन, मेरिया लत्तां दौड़ के जांदियां बसां साड़न, मेरिया लत्तां मेरे सारे शरीर नू दौड़ के ले जाते ने वहां पर फलाने धार्मिक स्थान को आग लगा दो, उसको जला दो, उसको तोड़ दो, उसको जला दो, लोगों को मार दो। ये सारा काम दौड़ के मेरिया लत्तां कर दियां, क्योंकि मेरिया लत्तां नू मेरा मन कह रहा है। मेरे इस मन दे ना हाथ पैर ऑर्गन्स सारे ना इन्हें गलत झूठे कड़े हुए ने। जिहड़ी मेरी ए अख है ना, ए बायोलॉजिकल अख है, ये रब जी ने बनाई है। इस अख की गल नहीं चल रही। ये नक हाथ कन पैर ए ना रब जी ने बनाए ने। निंदो नहीं कहूं बातें कसम का किया, ये भगवान गॉड अल्लाह खुदा ने बनाया है हाथ पैर। इनकी निंदा मत किया करो, इसको रिनाउंस मत किया करो, इसको मत बोला करो बॉडी झूठी है, जगत झूठा है, लोग झूठे हैं, दुनिया झूठी है।
नहीं नहीं नहीं, मेरे मन ने ਜਿਹੜਾ ਝੂਠਾ ਥਾਟ ਪ੍ਰੋਸੈਸ ਬਣਾਇਆ ਸੀ ਨਾ, ਜਿਹਦੇ ਨਾਲ ਇਹਨਾਂ ਅੱਖਾਂ ਨੂੰ ਘੁਮਾ ਦਿੰਦਾ ਸੀ, ਅੱਖਾਂ ਦੇ ਨਾਲ ਮਾੜਾ ਤੱਕਦਾ ਸੀ, ਅੱਖਾਂ ਦੇ ਨਾਲ ਹੱਥਾਂ ਪੈਰਾਂ ਦੇ ਨਾਲ, ਉਹ ਜਿਹੜਾ ਮੇਰੇ ਮਨ ਦਾ ਥਾਟ ਪ੍ਰੋਸੈਸ ਹੈ ਨਾ, ਮੇਰੇ ਮਨ ਦੀ ਜਿਹੜੀ ਰਚਾਈ ਰਚਨਾ ਹੈ ਨਾ, ਉਹਨੂੰ ਕਹਿੰਦੇ ਨੇ ਜਗ ਰਚਨਾ। ਸਭ ਝੂਠ ਹੈ। ਇਸ ਸਾਰੀ ਸ੍ਰਿਸ਼ਟੀ ਨੂੰ ਝੂਠ ਨਹੀਂ ਕਹਿੰਦੇ ਨੇ, ਇਸ ਸਾਰੀ ਕ੍ਰੀਏਸ਼ਨ ਨੂੰ ਝੂਠ ਨਹੀਂ ਕਹਿੰਦੇ ਨੇ, ਇਹ ਲੋਕਾਂ ਦੇ ਤਨ ਨੂੰ ਝੂਠ ਨਹੀਂ ਕਹਿੰਦੇ ਨੇ। ਇਹ ਸਾਰੀ ਸ੍ਰਿਸ਼ਟੀ ਦਾ ਇੱਕ ਇੱਕ ਜ਼ਰਰੇ ਵਿੱਚ ਖੁਦਾ ਹੈ। ਸਹੀ ਹੈ? ਸੁਣੋ, ਇੱਕ ਇੱਕ ਪੱਤੇ ਵਿੱਚ ਤੁਹਾਡੀ ਇਹ ਡਲ ਲੇਕ ਦੇ ਇੱਕ ਇੱਕ ਪੱਤੇ, ਇੱਕ ਇੱਕ ਪੇੜ, ਇੱਕ ਇੱਕ ਪਹਾੜੀ, ਇਹ ਸਾਰੇ ਕਸ਼ਮੀਰ, ਇਹ ਸਾਰੀ ਧਰਤੀ ਦੇ ਸਭ ਜਗ੍ਹਾ ਹਾਜ਼ਰ ਨਾਜ਼ਰ ਹੈ, ਓਮਨੀ ਪ੍ਰੈਜ਼ੈਂਟ ਹੈ, ਕਣ ਕਣ ਮੇਂ ਭਗਵਾਨ ਹੈ। ਫਿਰ ਝੂਠ ਕਿਵੇਂ ਹੋਇਆ? ਸਾਨੂੰ ਤੇ ਅੱਜ ਤੱਕ ਹੀ ਪੜਾਇਆ ਗਿਆ ਸ੍ਰਿਸ਼ਟੀ ਸਭ ਝੂਠ ਹੈ, ਦੁਨੀਆ ਸਭ ਝੂਠ है, लोकी सब झूठ है, सब झूठ है, एक दिन छोड़ के चले जाना है। यही पढ़ाया ना। एक दिन इसको छोड़ के कपड़ रूप सुहावना छोड़ दुनिया अंदर जाना, ये सब कुछ याद झूठ को याद छोड़ जाना है। और रब जी ने बनाया है, निंदो नहीं काहू बातें, एक खसम का किया रब जी ने बनाया, तू यदि निंदा ना करया कर। इस सृष्टि दी, इस बॉडी दी, कायनात दी निंदा कीती है ना, ਤਾਂ ਹੀ ग्लोबल वार्मिंग हुई है। निंदा कीती है ना, ਤਾਂ ਹੀ तू एनवायरमेंट सारा खराब किया है। जे तू इत्थे ओमनी प्रेजेंट खुदा समझदा, तू सिगरेट ना बालदा, तू ड्रग ना चलांदा, तू शराबा ना पींदा, जे तेनू ये समझ आ जाती कि सब जगह मेरा खुदा वसदा है, तू ब्रॉथल्स ना खोलदा, तेनू एड्स भी ना होंदी। ये सारे वितकरे तू पाए मेरे मन, तू जड़ी रचना रचदा ना वो झूठ है। जग रचना सब झूठ है, जान लियो रे मीत। मीत कौन होए? मेरे मन। तू समझ। पर सानू की समझाया गया? पुट्ठा। यह सारी दुनिया झूठ है। सही है? सुनो, समझाया गया ना, ये हजारा साल तो ये किया गया ना, झूठ है, एक दिन छोड़ के चले जाना। छोड़ के कितने चले जाना? स्वर्ग, दोजक, हेल, हेवन, जन्नत, परलोक, बैकुंठ, सचखंड, यही समझाया गया ना सारी उम्र। क्यों? क्योंकि इतने सब कुछ झूठ है। गुरु साहब कहते ने सोई सोई सदा सच, साहिब साचा। सारी साजी हुई यदि सृष्टि सच्ची है, सोई सोई सदा सच, साहिब साचा, साची नहीं। सानू किया गया सी मरण तो बाद, फरीद जी कह रहे ने आज। गुरु नानक साहब फरीद जी की बाणी गुरु ग्रंथ साहब भी दर्ज करते हैं, सारी दुनिया नू दस रहे ने। फरीद जी कह रहे हैं आज मिलावा हो सकता है, पर एक शर्त है, तेरे मन के अंदर से जहां जहां से तेरियां कूंजा, तेरियां गीज, तेरे ए जड़े चिट्टे पंछी चारों पासे तेरे एक एक अंग तो बाहर निकल जाते ने ना, इत्थे टाकियां ला दे। अच्छा कूंजा? हाँ, कबीर साहब भी कहते ने, कबीर मन पंखी पयो, उड उड दह दिश जाए। दह दिश का मतलब 10 दिशावां नहीं होता, दह दिश का मतलब होता मेरे सारे इंद्रे ज्ञान इंद्रिया तो मेरा मन बाहर जाता है। हुण कि मैं कान ते हाथ रख लवां? कोई बंदा जीभ ते हाथ रख लेंदा है, मून वर्त, हम बोलेंगे नहीं, हम चुप रहेंगे। कोई अखा ते पट्टी बांध लेंदा है, सारी उम्र हम देखेंगे नहीं। कोई कुछ खाता नहीं है, फास्टिंग विच पै जाता है। ये सारा की हो रहा? सिर्फ एक अंग उत्ते काम किया जा रहा, वो भी टैंपरेरी, थोड़ी देर लई। गुरु साहब कहते ने तू ना पता की कर, एक एक अंग उत्ते टाकियां लाण दी बजाय ना, मेन जेड़ा तेरा जिथों तेरा सारा कुछ निकलता ना, इत्थे टाकी ला दे। ऐवे मन। कबीर मन पंखी प्यो, उड उड दह दिश जाए। हुण जिथे जिथे चला गया, मेरी आंखा ने जड़ी संगत की, जो जैसी संगत करे सो तैसो फल खाए।
ਜਿਹੜੇ ਸਵੇਰ ਤੋਂ ਸ਼ਾਮ ਤੱਕ ਸ਼ਰਾਬੀਆਂ ਨਾਲ ਉੱਠਦੇ ਬੈਠਦੇ ਨੇ, ਸ਼ਰਾਬ ਦੀ ਐਡ ਤੱਕਦੇ ਨੇ, ਸ਼ਰਾਬੀਆਂ ਦੇ ਗਲਾਸ ਤੱਕਦੇ ਨੇ, ਸ਼ਰਾਬੀਆਂ ਦੇ ਗਲਾਸ ਔਰ ਉਹਨਾਂ ਦੇ ਉਹ ਸਾਰੇ ਸੈਂਪਲ 에ਅਰਲਾਈਨ ਤੋਂ ਔਰ ਹੋਟਲਾਂ ਤੋਂ ਚੁੱਕ ਚੁੱਕ ਕੇ ਲਿਆ ਕੇ ਆਪਣੇ ਘਰ ਸਜਾ ਲੈਂਦੇ ਨੇ। ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਜੋ ਤੱਕਦੇ ਨੇ ਉਹਨਾਂ ਦੇ ਪੁੱਤਰ ਦਾ ਵਿਆਹ ਹੋਇਆ, ਉਹਦੇ 'ਚ ਫਰਾਰੀ ਲੈ ਕੇ ਆਏ, ਉਹਦੇ ਵਿੱਚ ਦੇਖੋ ਜੀ ਉਹ ਉੱਤੋਂ ਇੰਝ ਡੋਲੀ ਲੈ ਕੇ ਗਏ, ਉਹ ਦੇਖੋ ਜੀ BMW ਲਿਆਏ ਡੋਲੀ, ਉਹ ਦੇਖੋ ਜੀ ਰੋਲਸ ਰਾਇਸ ਲਿਆਏ, ਉਹ ਨਹੀਂ ਜੀ ਉਹ ਫਰਾਰੀ ਲੈ ਕੇ ਆਏ। ਹੁਣ ਆਸਤਾ ਆਸਤਾ ਕਹਿਣਾ ਸ਼ੁਰੂ ਕਰ ਦੇਣਗੇ ਡੋਲੀ ਉਹਨਾਂ ਦੇ ਘਰੋਂ ਸਿੱਧਾ ਹੀ ਹੈਲੀਕਾਪਟਰ ਤੋਂ ਉੱਪਰ ਗਈ, ਕਿੱਥੇ? ਚਾਂਦ ਤੇ। ਇਹਨਾਂ ਗੱਲਾਂ ਦੀ ਜੋ ਸੰਗਤ ਕਰਦੇ ਨੇ ਉਹ ਦਾਜ ਲੈਂਦੇ ਨੇ, ਇਹਨਾਂ ਗੱਲਾਂ ਦੀ ਜੋ ਸੰਗਤ ਕਰਦੇ ਨੇ ਉਹ ਧੀਆਂ ਪੁੱਤਰਾਂ ਦੇ ਵਿਆਹਾਂ ਤੇ ਸ਼ੋਸ਼ਾ ਕਰਦੇ ਨੇ। ਜੋ ਜੈਸੀ ਸੰਗਤ ਕਰੇ, ਹੋਇਆ ਕੀ ਹੈ? ਉਹਦੀਆਂ ਅੱਖਾਂ ਨੇ, ਉਹਦੇ ਕੰਨਾਂ ਨੇ, ਉਹਦੀ ਜ਼ੁਬਾਨ ਨੇ, ਉਹਦੀ ਬਾਡੀ ਨੇ ਐਸੇ 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 ਖਿਆਲਾਂ ਦੀ ਸੰਗਤ ਕੀਤੀ। ਫਰੀਦ ਜੀ ਕਹਿੰਦੇ ਨੇ ਇਹਨਾਂ ਦੇ ਕਾਰਨ ਨਾ ਤੈਨੂੰ ਆਪਣਾ ਘਰ ਵਿਸਰ ਗਿਆ। ਤਾਂ ਕਹਿੰਦੇ ਨੇ ਕੋਈ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਬਾਹਰ ਕਿੱਥੇ ਚਲਾ ਗਿਆ? ਪੜੋਸੀਆਂ ਨੂੰ, ਲੋਕਾਂ ਨੂੰ ਕੀ ਵੇਖਣਾ ਪਿਆ ਉਹਨਾਂ ਦੇ ਵਿਆਹ ਕਿਸ ਤਰ੍ਹਾਂ ਹੋਏ ਨੇ? ਤੂੰ ਘਰ ਆ ਨਾ, घर खुदा जी आके बैठे हुए ने। वसीरा भी आली अब जंगल क्या ढूंढे, बाहर क्या जा रहा है वे? भगवान जी गॉड खुदा तेरे हृदय घर में आए हुए, ड्राइंग रूम में बैठे हुए हैं, वहां भोजन परोसना उनको, वहां पर सुंदर खाना लगाना, उसका मेहमान नवाजी कर, सुंदर कारपेट पे बिठा, सुंदर सोफे पे बिठा, सुंदर भांडे च परोस के दे, पवित्र भांडे च परोस के दे, कंचन वन्ने भांडे च परोस के दे। सोना धार्मिक दुनिया विच किया जाता है पवित्रता की निशानी, कंचन सोविन्ना। सो फरीद जी हुण कह रहे ने, आज मिलावा शेख फरीद, टाकम कुंजड़ियां मनो मचंदड़ियां। मन अंदर जेड़े मचंदड़ियां, जेड़े जेड़े मंदे ख्याल पैदा होंदे ने ना, उथे टाकी ला, बुरे दा, बुरे बुरे ख्यालां दा भला कर। फरीदा बुरे दा भला कर। किसे मनुख बुरे दा भला कर नहीं कह रहे ने, तैनू कह रहे ने, तैनू जेड़ा जेड़ा बुरा ख्याल आंदा है उसनू भला कर लै। सब्जैक्ट टू पीपल करेगा तो ठीक बंदे कदे नहीं मिलणगे। हर वेले कहांगे किनू दईए, लोकी बेईमान ने, किनू दईए, झूठे गरीब बन पैंदे ने, किनू दईए, हर कोई धोखेबाज है, किनू दईए, किसी नूं देण दी लोड़ ही नहीं है। असी लोकां नूं परख के दसांगे ते कहांगे जी सारे झूठे ने, सारे नकम्मे ने, किसी नूं शेयरिंग नहीं करनी चाहिए, सारे शेयरिंग मैनू करन, सारे प्यार मैनू करन, सारे शरीफ मैनू समझण, सारे मेरे नाल मिलवर्त करन, फिर ते कदे कोई नहीं करेगा। लोकां दे भाणे अर्थ नहीं समझ आंदे ने, अर्थ ते तां समझ आंदा है, कहो कबीर मन मान्या, मन मान्या तो हर जान्या, मन माने लोग ना भतीजे, ना भतीजे तो क्या कीजे। लोकां दे भाणे अर्थ नहीं आंदे ने, बुरे दा भला कर दे अर्थ समझने पैणगे। कि फरीद जी कह रहे ते जिथे जिथे बुरा ख्याल आया टाकी ला दे, इनू भला करना। एक साडी पुस्तक है जीवन जाच दा खजाना वॉल्यूम 1, वॉल्यूम 2 च असी एक श्लोक कबीर जी दा समझिया सी। उहदे च कबीर जी कहंदे ने, कबीर सब ते हम बुरे, हम उदा मेरा नहीं, मैं सबसे भैड़ा हूं, हम ताज पलो सबको, मुझे छोड़ के सब अच्छे हैं, यह अर्थ नहीं कर रहे ने कबीर जी। कबीर साहब कह रहे हैं जेड़े हम वाले ख्याल, ओए हम जट होते हैं, ओए हम पापे होते हैं, ओए हम ये होते हैं, हम ऊंची जात के होते हैं, हम फलाने होते हैं, हम फलाने होते हैं, ए जेड़ा तू लाई ना हम मैं, साडी कार, मेरे ब्रांड नेम दे कपड़े, साडा मकान, साडे नौकर चाकर, साडी जद्दी चलदी पुश्त, साडा बिजनेस, ए जेड़ी हम लाई हुई है ना, ये बुरे ख्याल हैं। हम ताज, ए हम वाले बुरे ख्याल ड्रॉप दे। हम ताज जो ही छोड़ेगा ना, पता क्या होगा, पलो सब कोई नजर आनगे तेनू। आए हाय कबीर सब ते हम बुरे, हम ताज पलो सब कोई, जिन ऐसा कर पूछिया मीत मारा सोए, ओनू अंदर दे खुदा गॉड वाहिगुरु राम अल्लाह नाल एम्ब्रेस मिल जाती है।
ਇਹਦਾ ਮਤਲਬ ਮੇਰੇ ਮੰਦੇ ਖਿਆਲ ਮੈਨੂੰ ਰੱਬ ਜੀ ਗੋਡ ਖੁਦਾ ਨਾਲ ਮਿਲਣ ਨਹੀਂ ਦਿੰਦੇ ਨੇ। ਮੰਦੇ ਖਿਆਲਾਂ ਨਾਲ ਮੈਂ ਇੱਕ ਤਨ ਰਚਦਾ, ਉਸ ਤਨ ਦੀ ਮਨ ਕੀ ਮਤ ਦਾ ਜਿਹੜਾ ਤਨ ਖਾਕ ਹੁੰਦਾ ਨਾ, ਜੇ ਉਸ ਨੂੰ ਸਤਿਗੁਰ ਦੀ ਮਤ ਦਾ ਮਿਲਾਵਾ ਕਰਾ ਦਈਏ, आज मिलावा शेख फरीद हो सकता है। मन की मत दियां कूंजा कबीर मन पंखी पयो, एक कूंजा उड उड के बाहर जांदियां ने। फिर फरीद जी नूं लैके आइए। फरीद जी कहंदे ने, फरीदा जो तै मारन मुक्कियां, ये नहीं कह रहे जेड़ा तैनूं इत्थे मुक्की मारे ना ओनूं तू मारी ना, पता की करी ओहदे पैर फड़ लई, जो नस है वो घर चला दी, ऐ नहीं कह रहे ने। फरीदा जो तै मारन मुक्कियां तिन्हां ना मारे घूम, आप ना घर जाइए पैर तिन्हां दे चूम। साध संगत विचार के देखो, फरीद जी लगदा है कह रहे ने तैनू अंदरों मन दे जेड़े जेड़े ख्याल अंदरों तैनू मुक्कियां मारते ने, तैनू टैंपटिंग करांदे ने भैड़ करन वास्ते, तू उन्हां नू घूम के रिटैलीएट भी नहीं करता। You don't stop them, उते टाकी नहीं लांदा, बुरे ख्याल नूं भला नहीं करदा। जो तै मारन मुक्कियां, अंदरों तैनू जेड़े जेड़े भैड़े ख्याल दुखी करते ने, तेरा तन उस पासे मंदे काम करन वाले पासे पै जांदा है। तिन्हां ना मारे घूम, you don't stop them, you don't suppress them। तैनू तो चाहिए आप नड़ा घर जाइए, अपने निज घर के अंदर जा, उतों सुनिया लै तो पैर तिन्हां दे चूम, सच दे मार्ग ते टुरिया कर। पैर तिन्हां दे चूम दा मतलब सच दे मार्ग नूं फॉलो करना, खिड़े मत्थे प्यार करके, हंबली नम्रता नाल। पर फरीद जी कहते ने, जे तेरे अंदर जिथे जिथे भैड़े ख्याल तेरे मन ते जिथे जिथे छेद ढेर सारे हो गए ने ना, उथे ना टाकी ला दे। तेरा अज खुदा वाहिगुरु राम अल्लाह नाल मिलाप हो सकता है। असी सोच रहे सी अगर साड़ देंगे तो जलाने के बाद डेड बॉडी को फिर ऐसे करेंगे, फिर उसकी एशिज को ऐसे करेंगे, फिर ऐसे करेंगे, फिर ऐसे करेंगे, फिर ऐसे करेंगे, फिर फलानी जगह फलाना जल प्रवाह करके आएंगे, फिर वो भगवान जी के घर जाएगा। ये जी करते हैं ना, कोई दबाते हैं, कोई जलाते हैं, कोई पानी में डेड बॉडी को डाल देते हैं, कोई वल्चर्स के लिए प्लेटफॉर्म के ऊपर रख देते हैं, जैसा पारसी रखते हैं, उन्होंने कहते हैं भी फिर हसन। एक दज्जे है साड़ते हैं, एक दब्बी है बैरी करते हैं, एक ना कुत्ते खाए, एक पानी में सुट्टी है, एक भी फिर हसन पाए प्लेटफॉर्म पर रख देंगे ने। कहते हैं नानक केव ना जापी कितने जाए समय मरने के बाद कहाँ जाते हैं किसी को नहीं पता। हुण जे गुरु ग्रंथ साहब का बेसिक फंडामेंटल असी समझिए कि मरने के बाद कहां जाते हैं, ता साड़न या दबण दे इस किसी भी सिस्टम नू बिना निंदिया कीतियां असी इतना ते समझ सकते हैं ना कि अज मैनू ग्रेव दे दियो ते मेरा अज खुदा नाल मिलाप करा दियो, अज मैनू साड़ दियो तब मैनू अज रब जी दे नाल मिला दियो। इनू जीवत्या मर रही है कहते हैं। नानक खसम पछाण कहता हूं खसम मिलना, इनू कहते ने जीवत्या जीवद्या जी मुक्ति। आज ग्रेव मिल गया। हुण तुसी किसी भी मुसलमान सज्जण होवे या कोई भी हिंदू भरा होवे या कोई भी दुनिया का क्रिश्चियन होवे, दबाण वाले होण साड़न वाले होण, जिस मर्जी सिस्टम दे नाल डेड बॉडी नू डिस्पोज ऑफ करते हो, पर जो उन्होंने सांझ करो। फरीद जी बोल रहे हैं आज ही खुदा से मिलन हो सकता है। वो मना करेगा पर ये डिस्कस नहीं होया। आज मन की मत दियां कूंजा ऑर्गन्स तो जिथों बाहर निकल जाती हैं, जे इत्थे शंट लगा दिता जाए, जे इत्थे टाकी लगा दी जाए, वंस स्टॉप्ड टाकम कुंजड़ियां मनो मचंदड़ियां मंदे भाव, तो अज मिलाप हो सकता है। ये शब्द का रहा हुआ है, ये साडा अज का टॉपिक है। हुण असी फरीद जी दे शब्द दे पहले पदे नूं लैंदे हां। फरीद जी कहते ने, बोला शेख फरीद प्यारे अल्लाह लगे, अल्लाह नाल अगर अल्लाह गॉड खुदा वाहिगुरु राम के साथ अगर आज मन को लगा दो तो
फरीद जी कह रहे ने बोला शेख फरीद जी दा एलिवेटेड खुदा नाल एक मिक ग्रेव अंदर गए हुए मन दी अवस्था नम्रता हंबलनेस ह्यूमिलिटी विच फरीद जी कह रहे ने बोला शेख फरीद प्यारे मेरे मन अल्लाह नाल जुड़ अल्लाह लगे ए तनोसी खा निमाणी गौर करे निमाणी कौन है मेरी मत जे मेरे मन की मत निमाणी हो जाए नम्रता कर लवे ता इसनू जींदे जी गौर जींदे जी ग्रेव जींदे जी कबर प्राप्त हो सकती है जींदे जी रब नाल मिलन प्राप्त हो सकता है जींदे जी सचखंड बैकुंठ की अवस्था प्राप्त हो सकती है क्योंकि साध संगत बैकुंठे आए सच की संगत करो प्यारे अल्लाह लगे अज ਇਹ ਤਨ ਹੋਸੀ ਖਾਕ ਕਿਹੜੇ ਵਾਲਾ ਤਨ ਖਾਕ ਹੋਸੀ ਇਸ ਤਨ ਦੇ ਖਾਕ ਹੋਣ ਦੀ ਗੱਲ ਨਹੀਂ ਚੱਲ ਰਹੀ ਹੈ ਸਾਧ ਸੰਗਤ ਜੀ ਮੇਰੇ ਮਨ ਨੇ ਜਿਹੜੀ ਝੂਠੀ ਰਚਨਾ ਕੀਤੀ ਹੋਈ ਸੀ ਉਹ ਤਨ ਖਾਕ ਹੋ ਗਿਆ ਉਹ ਤਨ ਮਿੱਟੀ ਵਿੱਚ ਮਿਲ ਗਿਆ ਉਹ ਤਨ ਖਾਕ ਹੋਇਆ ਖਾਕ ਕਿਹਨੂੰ ਕਹਿੰਦੇ ਨੇ ਖਾਕ ਹੈ ਜਿਹੜੀ ਧਰਤੀ ਤੇ ਤੁਸੀਂ ਡਸਟ ਪਾਰਟੀਕਲਸ ਦੇਖ ਰਹੇ ਹੋ ਨਾ ਉਹਨਾਂ ਨੂੰ ਨਹੀਂ ਕਹਿੰਦੇ ਨੇ ਫਰੀਦ ਜੀ ਕਿਹਨੂੰ ਕਹਿੰਦੇ ਨੇ ਫਰੀਦਾ ਖਾਕ ਨਾ ਨਿੰਦੀ ਹੈ ਖਾਕ ਜੇਡ ਨਾ ਕੋਏ ਜਿਉਂਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ ਫਰੀਦਾ ਇੱਟ ਸਿਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਮੈਨੂੰ ਹੁਣੇ ਹੀ ਗ੍ਰੇਵ ਮਿਲ ਗਿਆ परमानेंट इट मिल गई है मेरी मत टिक गई है एक जगह भोए मिल गई है मनु वो धरती मिल गई है वो मनु ग्रेव मिल गया है वो मनु कबर मिल गई है वो मनु गोर मिल गई है जिथे मैं टिक गया तन खाक फरीद जी कहते ने खाक ना नींदी है खाक किनू कहते ने साध संगत जी सच दे ज्ञान चों जिहड़ा तत् ज्ञान समझ पैंदा है ना जिहदे नाल विवेक बुद्धियां जिहदे नाल मेरा थॉट प्रोसैस चेंज होता है ओनू खाक कहते ने निंदा निंदा करना होता है ऐ सच है और मैं इहदे वल पिठ कीती हुई है पिठ करना सच नू इग्नोर करना इस करके एक इंग्लिश स्कॉलर लिखता है द बिगेस्ट सिन ऑन दिस अर्थ इज टू बी इग्नोरेंट इग्नोरेंस सब तो वड्डा पाप है इनू निंदा करना कहते हैं सच नू पिठ देना हंकारियां निंदका पिठ दे सच नू पिठ देना सच दे पैराडाइम ते ना चलना इनू कहते हैं नदर उपट्ठी कर ली नदर सच है सच तो पिठ कर ली अपनी पैराडाइम पुट्ठे पासे कर लिया नदर उपट्ठी रब जी नहीं करते ने खुदा पुट्ठी नदर नहीं करता है खुदा सबनू प्यार करता है खुदा लविंग है फरीदा खाक ना निंदी है सच दे सुने नू निंदा ना कर इनू इग्नोर ना कर हुण अज दी गल आएगी नौजवान ते अज दा नौजवान कहता मंदिर मस्जिद जाने की क्या जरूरत है सच होना चाहिए मन साफ होना चाहिए हुण सच और मन साफ दा स्लट वॉक शुरू होएगा सच और मन साफ वाले 90% कपड़े उतार के बाजार फिरनगे जेड़े कहते मन साफ होना चाहिए उन्होंने मतलब है शादी से पहले जहां मर्जी टांका अड़ा लो उन्होंने मतलब है शादी से पहले जितने मर्जी बॉयफ्रेंड गर्लफ्रेंड कर लो मन साफ होना चाहिए देखो क्या मन साफ की डेफिनेशन क्या बनाई है जितने मर्जी बॉयफ्रेंड गर्लफ्रेंड कर लो कितने हिंदू मुसलमान नाल विआह करा लैंदा है किते मुसलमान सिख नाल विआह करांदा है किते सिख हिंदू नाल करा लैंदा है किते हिंदू मुसलमान किते मुसलमान हिंदू नाल किसा इहदे नाल की हुंदा मजहबी झगड़े हुंदे ने ना कि रख रहे लव मैरिज मैं डिक्टेट नहीं कर सकता सारी दुनिया नूं पर मैं रिक्वेस्ट करदा मुसलमान परिवारां नूं मुसलमानां विच ही अपना
ਨਿਕਾਹ ਕਰਾਉਣਾ ਚਾਹੀਦਾ ਹੈ। ਹਿੰਦੂ ਪਰਿਵਾਰਾਂ ਨੂੰ ਹਿੰਦੂਆਂ ਦੇ ਵਿੱਚ ਹੀ ਆਪਣੀਆਂ ਵਿਆਹ ਕਰਾਉਣਾ ਚਾਹੀਦਾ। ਸਿੱਖ ਪਰਿਵਾਰਾਂ ਨੂੰ ਸਿੱਖਾਂ ਦੇ ਵਿੱਚ ਹੀ ਆਨੰਦ ਕਾਰਜ ਕਰਾਉਣਾ ਚਾਹੀਦਾ। ਇਹਦੇ ਨਾਲ ਕੀ ਹੁੰਦਾ ਹੈ? ਮਜ਼ਹਬੀ ਝਗੜੇ, ਦੂਰੀ, ਮਨਮੁਟਾਵ, ਸ਼ਹਿਰ ਅੰਦਰ ਆਗਜ਼ਨੀ ਔਰ ਇਹ ਸਾਰਾ ਕੁਝ ਨਹੀਂ ਹੁੰਦਾ। ਫਰੀਦ ਜੀ ਕਹਿੰਦੇ ਨੇ ਤੂੰ ਸੱਚ ਸਮਝ, ਪਰ ਅੱਜ ਦਾ ਨੌਜਵਾਨ ਸੱਚ ਨੂੰ ਪਿੱਠ ਦੇ ਰਿਹਾ ਹੈ। ਸੱਚ ਨੂੰ ਪਿੱਠ ਦੇ ਕੇ ਡਰੱਗ ਖਾ ਲੈਂਦਾ ਹੈ, ਨਸ਼ਾ ਕਰ ਲੈਂਦਾ ਹੈ। ਸੱਚ ਨੂੰ ਪਿੱਠ ਦੇ ਕੇ ਦੋਸਤ ਯਾਰ ਫੋਨ ਉੱਤੇ ਅੱਛੇ ਲੱਗਦੇ ਨੇ, ਮੰਮੀ ਪਾਪਾ ਅੱਛੇ ਨਹੀਂ ਲੱਗਦੇ। ਦੋਸਤ ਯਾਰ ਵਿਛੜ ਜਾਣ ਤਾਂ ਵੀ ਫੋਨ ਤੇ ਹੱਸ ਹੱਸ ਕੇ ਗੱਲਾਂ ਕਰਦਾ ਹੈ। ਖੁਦ ਨੋਟਿਸ ਕਰ। और जो ही मम्मी पापा कमरे अंदर वड़न, नाना नानी दादा दादी अंदर वड़न, एकदम त्यूड़ी चढ़ जाती है। क्यों? इन्हें ना खाक नू नींद दिता है, सच नू पिठ दे दिती है। दोस्त मित्र चंगे लगते हैं, दोस्त मित्र माड़े नहीं होते, पर जे अक्ल ना देन तां कुसंगत हो जाती है। ਦੋਸਤ ਮਿੱਤਰ ਕਹਿੰਦੇ ਨੇ ਜਿੱਥੇ ਮਰਜੀ ਸ਼ਰਾਬ ਖੜਕਾ ਲਓ, ਜਿੱਥੇ ਮਰਜੀ ਬੀਅਰ ਪੀ ਲਓ, ਜਿੱਥੇ ਮਰਜੀ ਸ਼ਰਾਬ ਪੀ ਲਓ, ਜਿੱਥੇ ਮਰਜੀ ਮੂੰਹ ਕਾਲਾ ਕਰਾ ਲਓ, ਜਿੱਥੇ ਮਰਜੀ ਜੋ ਮਰਜੀ ਕਰ ਲਓ। ਦੋਸਤ ਮਿੱਤਰ ਅਕਲ ਤੇ देंदे ही नहीं, बल्कि दोस्त मित्र कहते हैं रात के 3 बजे तक सारे ही तो जाते हैं डांस में, तू भी चलना करते रहे, मम्मी पापा मना करते हैं, बैकवर्ड है ना? सही है सुनो। दोस्त मित्र बच्चे नू कह रहे हैं मैं भी तो चॉकलेट खाता हूं, तू भी खा ले, क्या हो गया? तेरे मम्मी पापा मना करते हैं, दांत खराब हो जाते हैं, गलत बोलते हैं। वो भी कहता वो खा रहा है चॉकलेट, मम्मी मेरे को भी लेके दो। निक्का बच्चा इंज कहता है ना, इंज वड्डे कहते ने सारे तो जा रहे हैं ओवरनाइट स्टे के लिए, वहां पे सारे वहां पर जा रहे हैं अपने अपने बॉयफ्रेंड गर्लफ्रेंड के साथ, हम नहीं जा सकते। सब बोलते हैं तेरे मम्मी पापा मना करते हैं, बैकवर्ड है, मम्मी पापा की बात मत मानना कर। दोस्त मित्र कोई अकल देंदे ने? दोस्त मित्र भैड़े नहीं ने, उन्हां दी दित्ती होई बेअकल शैतानी दी मत गलत है। इस करके इस पक्षों जागना है। पर खाक नू निंद दिता। फरीद जी कहते ने खाक ना निंदी है, खाक जेड ना कोई, खाक वर्गी चीज कोई नहीं है। तू कहना धर्म करम की लोड़ है, तू कहना सच की क्या जरूरत है, तू कहना धर्म गुरुद्वारे मंदिर मस्जिद जाने की क्या जरूरत है। यह सच है, इस सच नू तू इग्नोर किया, सवेरे तू नहीं जागदा। सच नू इग्नोर किया, रात के 3 बजे तक शराबां ते डांस ते बॉयफ्रेंड गर्लफ्रेंड तो इंटरनेट तो इन्हां चीज़ां चों इश्की मुश्की दे गाने सुन सुन के कोई हीर ते कोई रांझा ते कोई रोमियो ते कोई जूलीएट ते कोई सस्सू ते कोई पुन्नू ही लभदा रहना तू। इन्हां चक्रां च पिया रहिंदा, हर वेले टेंस्ड रहिंदा है, सेहत दा तैनूं ध्यान नहीं है, नौकरी जाके अपने प्रोजेक्ट नूं पूरा करन दी टेंशन है, क्योंकि तू खाक नूं नींद दिता, तू विजडम नूं नहीं समझिया, तू रिलेशनशिप नूं नहीं समझिया। तुहाडे इत्थे कश्मीर विच मैं सुनिया माता पिता बच्चे नूं बहुत प्यार करते ने, इस करके कश्मीर अंदर, क्योंकि मेरा तो सिख घराणियां नाल ही वाह पै रिहा ना, वो कहंदे ने सिख घराणियां दे बच्चे पंजाबी बोलदे ने, माँ प्यो का सत्कार करते हैं। कश्मीर का पुराना कल्चर है कि घर आए मेहमान की इज्जत करते हैं, रिलेशनशिप अपने बुजुर्गों की, भावें मुसलमान ने, भावें इत्थे पंडित सन या आज भी रहिंदे ने, भावें इत्थे हिंदू रहिंदे सन या रहिंदे ने, भावें इत्थे सिख रहिंदे सन या रहिंदे ने। कश्मीर का अपना ही कल्चर है, घर आए की इज्जत करो, बुजुर्गों का सत्कार करो, रिलेशनशिप नूं नर्चर करते हैं। तू और तुम नहीं बोलते, आप कह के सत्कार नाल बिठाते हैं। ये मेहमान निवाजी कश्मीर का कल्चर है। इज इट सो? क्या बात है। मेंटेन इट, नर्चर इट, रेलिश इट। ये सारी दुनिया विच नहीं है। यू आर ब्लेस्ड कि एक तो तुहाडे कोल हरियां वादियां वैसे ही ने, ते कमाल है तुहाडे कोल रिलेशनशिप विच प्यार भी है, निग भी है। लेकिन जे नौजवान कवे हुण मैं पढ़ गया, हुण मैनूं इंटरनेट ते सब कुछ समझ आता है, हुण मैं इत्थे नहीं रहना, हुण मम्मी पापा कोल नहीं रहना, हुण मैं बेंगलोर लंडन अमरीका जाना है, कौआ चला हंस की चाल अपनी चाल भी भूल गया हो जाएगा, रब जी नाल मिलन नहीं होएगा। थिंक अबाउट दैट।
इट डजेंट मैटर तू हिंदू है कि मुसलमान है कि सिख है, इट डजेंट मैटर कि ਅਸੀਂ ਕਿਹੜੇ ਪਰਿਵਾਰਾਂ ਦੇ ਆ, ਪਰ ਪਿਆਰ, ਐਮਬਰੇਸ, ਵਾਰਮਥ, ਹਰ ਕਿਸੇ ਅੰਦਰ ਖੁਦਾਈ ਦਾ ਤਲਿਸਮ, ਇਨਸਾਨੀਅਤ ਦੀ ਰਗ ਹਰ ਕਿਸੇ ਦੇ ਅੰਦਰ ਸ਼ਾਹ ਬਹਿਰਾਮ ਤੱਕਣਾ, ਇਹ ਤੇ ਸਭ ਦਾ ਯੂਨੀਵਰਸਲ ਹੀ ਹੈ ਨਾ। ਇੰਜੋਏ ਇਟ। सब कुछ ठीक हो सकता है। आज मिलावा शेख फरीद हो जाए एक बारी, ठीक हो गया, चारों पासे सारा कुछ ठीक हो सकता है। सारी कायनात हरियावल है, सब जगह स्प्रिंग्स आते ने, बसंत आता है, सावण आता है, सब कुछ होता है, बरसात होती है, स्नो पैंती है, कितनी हरियावल है, सब कुछ कितना जोरदार है। एंड मेरा भी तो मन खिड़िया हरिया बाग कर दो ना, आज मिलावा शेख फरीद करा दो। प्यारे अल्लाह लगे, हो सकता है। ਖਾਕ ਨੂੰ ਨਾ ਨਿੰਦ, ਵਿਜ਼ਡਮ ਨੂੰ ਖਾਕ ਕਹਿੰਦੇ ਨੇ। ਖਾਕ ਵਿਜ਼ਡਮ ਦੇ ਅੱਗੇ ਸਰੈਂਡਰ ਕਰਕੇ ਉੱਥੇ ਮਰਜ ਹੋ ਜਾ, ਉਹਨੂੰ ਕਹਿੰਦੇ ਨੇ ਫਰੀਦਾ ਖਾਕ ਨਾ ਨਿੰਦੀਏ, ਖਾਕ ਜੇੜ ਨਾ ਕੋਏ। ਜਿਉਂਦਿਆਂ ਪੈਰਾਂ ਤਲੇ, ਜਿਉਂਦਿਆਂ ਪੈਰਾਂ ਤਲੇ ਦਾ ਮਤਲਬ ਹੈ ਮੇਰੇ ਲੱਤਾਂ ਪੈਰਾਂ ਦੇ ਫੁੱਟ ਨੂੰ ਨਹੀਂ ਕਹਿੰਦੇ ਨੇ। ਜਿਉਂਦਾ ਪੈਰਾਂ ਤਲੇ ਦਾ ਮਤਲਬ ਹੁੰਦਾ ਮੇਰੇ ਮਨ ਨੂੰ ਜੀਂਦੇ ਜੀ ਸੱਚ ਦਾ ਮਾਰਗ ਮਿਲ ਗਿਆ। ਜਿਸ ਨੂੰ ਸੱਚ ਦਾ ਮਾਰਗ ਮਿਲ ਜਾਏ ਨਾ, ਉਹ ਮੰਨੈ ਜਮ ਕੇ ਸਾਥ ਨਾ ਜਾਏ। ਜਮਾ ਦੀ ਮੱਤ ਵਾਲੇ ਮਾਰਗ ਤੇ ਨਹੀਂ ਚੱਲਦਾ। ਮੰਨੈ ਮੱਗ ਨਾ ਚੱਲੇ ਪੰਥ। ਕਿਹੜੇ ਪੰਥ ਤੇ ਨਹੀਂ ਚੱਲਦਾ? ਜਮਾ ਦੇ ਪੰਥ ਤੇ ਨਹੀਂ ਚੱਲਦਾ। ਸ਼ੈਤਾਨੀਅਤ ਦੀ, ਡੀਮਨਸ ਦੀ, ਸਟੈਨਿਕ ਥਾਟ ਤੇ ਨਹੀਂ ਚੱਲਦਾ। ਜਿਸ ਨੂੰ ਖਾਕ ਸਮਝ ਆ ਜਾਏ, ਜਿਉਂਦਿਆਂ ਪੈਰਾਂ ਤਲੇ ਉਹਨੂੰ ਸੱਚ ਦੇ ਕਦਮ ਮਿਲ ਜਾਂਦੇ ਨੇ, ਪਦ ਚਿੰਨ ਮਿਲ ਜਾਂਦੇ ਨੇ। ਮੋਇਆ ਉੱਪਰ ਹੋਏ। ਮੋਇਆ ਕੀ ਹੈ? ਇਹ ਸਰੀਰ ਦੇ ਮਰਨ ਦੀ ਗੱਲ ਨਹੀਂ ਚੱਲ ਰਹੀ। ਇੱਕ ਵਾਰੀ ਜੀਵਤਿਆਂ ਮਰ ਰਹੀ ਹੋ ਜਾਏ ਨਾ, ਇਹ ਵਾਲਾ ਘਰ ਮਿਲ ਜਾਂਦਾ ਹੈ, ਨਿਜ ਘਰ ਮਿਲ ਜਾਂਦਾ ਹੈ। ਇਹਨੂੰ ਉੱਚੇ ਚੜ ਕੇ ਦੇਖਿਆ ਤਾਂ ਘਰ ਘਰੇ ਆਗ ਸਮਝ ਆਉਂਦੀ ਹੈ। ਉੱਚੇ ਚੜ ਕੇ ਦੇਖਿਆ ਫਰੀਦ ਜੀ ਦਾ ਕੋਈ 7ਵੀਂ ਮੰਜ਼ਿਲ ਤੇ, 15ਵੀਂ ਮੰਜ਼ਿਲ ਤੇ ਜਾਂ 101ਵੀਂ ਮੰਜ਼ਿਲ ਤੇ ਮਕਾਨ ਨਹੀਂ ਸੀ। ਫਰੀਦ ਜੀ ਕਿਹੜਾ ਉੱਚਾ ਚੜ ਕੇ ਕਹਿੰਦੇ ਨੇ, ਪਰ ਅੱਜ ਤੁਸੀਂ 100ਵੀਂ ਮੰਜ਼ਿਲ ਤੇ ਮਕਾਨ ਲੈ ਲਵੋ, ਉਹਦੇ ਨਾਲ ਵੀ ਤੁਹਾਨੂੰ ਪੂਰੇ ਪਿੰਡ ਔਰ ਸ਼ਹਿਰ ਦੇ ਲੋਕਾਂ ਦੇ ਘਰਾਂ ਦੇ ਅੰਦਰ ਕੀ ਹੋ ਰਿਹਾ ਨਹੀਂ ਪਤਾ ਲੱਗੇਗਾ। ਐਮ ਆਈ ਰਾਈਟ? ਤੇ ਫਰੀਦ ਜੀ ਵੇਲੇ ਤੇ ਮਲਟੀ ਸਟੋਰੀ ਬਿਲਡਿੰਗਾਂ ਹੈ ਹੀ ਨਹੀਂ ਸੀ। ਫਰੀਦ ਜੀ ਕਿਤੇ ਉੱਚਾ ਚੜ ਕੇ ਦੀ ਗੱਲ ਕਰਦੇ ਨੇ, ਆਤਮਕ ਉੱਚੇ ਚੜ ਕੇ ਦੇਖਿਆ, ਇਹਨੂੰ ਕਹਿੰਦੇ ਨੇ। ਇਹ ਉੱਚੀ ਮੱਤ, ਇਹਨੂੰ ਕਹਿੰਦੇ ਨੇ ਸੱਚੋ ਓਰੇ ਸਭ ਕੋ। ਓਰੇ ਦਾ ਮਤਲਬ ਉਰੇ ਨਹੀਂ ਹੁੰਦਾ, ਓਰੇ ਦਾ ਮਤਲਬ ਹੁੰਦਾ ਓੜਨਾ। ਸੱਚ ਨੂੰ ਓੜ ਲੋ ਨਾ, ਸੱਚ ਦਾ ਚੋਲਾ ਪਾ ਲਓ ਨਾ, ਟਾਕਮ ਕੁੰਜੜੀਆਂ ਕਰ ਲਵੋ ਨਾ, ਆਪਣਾ ਚੋਲਾ ਸੀ ਲਵੋ ਨਾ। ਜੇਕਰ ਸੱਚ ਦਾ ਪ੍ਰੇਮ ਪਟੋਲਾ ਦਾ ਚੋਲਾ ਜੇ ਪਾ ਲਵੋ ਨਾ, ਸੱਚੋ ਓਰੇ, ਓੜਦੇ, ਓੜਨਾ। ਸੱਚੋ ਓਰੇ ਸਭ ਕੋ ਉੱਪਰ ਸੱਚ ਅਚਾਰ। ਸੱਚ ਅਚਾਰ ਵਾਲਾ ਜੀਵਨ ਸਮਝ ਆ ਜਾਂਦਾ ਹੈ। ਆਈਡੀਅਲ ਮੋਰਲਸ ਵਾਲਾ, ਸਪਿਰਿਚੁਅਲਿਟੀ ਵਾਲਾ, ਅਮਲੀ ਤੌਰ ਤੇ ਜੀਣ ਵਾਲਾ ਪ੍ਰੈਕਟੀਕਲ ਜੀਵਨ ਸਮਝ ਆ ਜਾਂਦਾ ਹੈ। ਐਂਡ ਵਨ ਕੈਨ ਨਾਟ ਸਟਾਪ ਹਿਮਸੈਲਫ ਔਰ ਵਨਸੈਲਫ ਟੂ ਲਿਵ ਟਰੂਥਫੁਲ ਲਿਵਿੰਗ। ਖਜ਼ਾਨਾ ਪੱਲੇ ਪੈ ਗਿਆ। ਫਰੀਦਾ ਖਾਕ ਨਾ ਨਿੰਦੀ ਹੈ, ਖਾਕ ਜੇਠ ਨਾ ਕੋਈ। ਉਹ ਜਿਹੜਾ ਤੇ ਮੇਰੇ ਮਨ ਦਾ ਬਣਾਇਆ ਸੀ ਨਾ, ਉਹ ਖਾਕ ਹੋ ਗਿਆ, ਉਹ ਇੱਕ ਮਿਕ ਹੋ ਗਿਆ। ਇਹ ਤੈਨੂੰ ਅਸੀਂ ਖਾਕ ਨਹੀਂ ਮਾਣੀ ਗੌਰ ਕਰੇ। ਮੇਰੇ ਮਨ ਦਾ ਅਹੰਕਾਰ ਸੀ, ਮੇਰੇ ਮਨ ਦਾ ਅਹੰਕਾਰ ਆਕੜ ਸੁਣਦੀ ਨਹੀਂ ਸੀ। ਨਮਰਤਾ ਜਦੋਂ ਤੱਕ ਨਾ ਆਓ, ਸੁਣਾਈ ਨਹੀਂ ਦਿੰਦਾ। ਬੜੇ ਸਾਰੇ ਲੋਕ ਸਾਡੇ ਨਾਲ ਗੱਲ ਕਰਨ ਵਾਲੇ ਕਹਿੰਦੇ ਨੇ, ਮੈਂ ਇਤਨੇ ਪਾਠ ਕੀਤੇ, ਮੈਂ ਇਤਨੇ ਸਾਲਾਂ ਤੋਂ ਪੜ੍ਹ ਰਿਹਾ, ਮੈਂ ਇਤਨੇ ਸਾਲਾਂ ਤੋਂ ਚੀਲੀਏ ਕੱਟੇ, ਮੈਂ ਇਤਨੇ ਸਾਲਾਂ ਤੋਂ, ਮੇਰਾ ਪਿਓ, ਮੇਰਾ ਦਾਦਾ, ਮੇਰਾ ਪੜਦਾਦਾ ਉਹ ਪੜ੍ਹਦੇ ਸੀ, ਇਹ ਸੀ, ਉਹ ਸੀ, ਉਹ ਸੀ, ਇੰਝ ਗੱਲ ਕਰਦੇ ਨੇ। ਬੜੇ ਮਾਣ ਦੀ ਗੱਲ ਹੈ, ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ। ਲੇਕਿਨ ਜੇ ਇਹ ਫਿਲਟਰ ਲੱਗ ਜਾਏ, ਜੇ ਇਹ ਸ਼ੰਟ ਲੱਗ ਜਾਏ ਕਿ ਮੈਨੂੰ ਤੇ ਪਤਾ ਹੀ ਹੈ, ਫਿਰ ਸੁਣਨ ਵਾਲੇ ਪਾਸੇ ਮਤ ਨਿਮਾਣੀ ਨਹੀਂ ਹੁੰਦੀ, ਹੰਬਲਨੈਸ ਨਹੀਂ ਆਉਂਦੀ, ਨਮਰਤਾ ਨਹੀਂ ਆਉਂਦੀ ਕਿ ਸੁਣਿਆ ਡਜ਼ਨਟ ਓਪਨ। ਸੁਣਿਆ ਦੀ ਟੈਕਨੀਕ ਸਮਝ ਨਹੀਂ ਆਏਗੀ ਕਿ ਕਿਵੇਂ ਸੁਣੀ ਹੈ।
ਨਿਮਾਣੀ ਗੌਰ ਕਰੇ, ਮੈਨੂੰ ਗ੍ਰੇਵ ਅੱਜ ਮਿਲ ਸਕਦਾ ਹੈ। ਅੱਜ ਜੀਵਤਿਆਂ ਮਰੀਏ ਫਰੀਦ ਜੀ ਪੋਸੀਬਿਲਿਟੀ ਦੇ ਰਹੇ ਨੇ। ਸ਼ਰਤ ਇਹ ਹੈ ਤੂੰ ਨਮਰਤਾ ਨਾਲ ਸਿਰਫ ਸੁਣ। ਸਾਧ ਸੰਗਤ, ਮੈਂ ਤੁਹਾਨੂੰ ਨਹੀਂ ਕਹਿ ਰਿਹਾ ਕਿ ਮੈਨੂੰ ਸੁਣੋ, ਨਹੀਂ, ਫਰੀਦ ਜੀ ਦੀ ਗੱਲ ਚੱਲ ਰਹੀ ਹੈ, ਮੈਂ ਆਪਣੇ ਆਪ ਨੂੰ ਸੁਣਿਆ ਦੇ ਰਿਹਾ। ਭੁਪਿੰਦਰ ਸਿੰਘ ਤੂੰ ਵੀ ਸੁਣ, ਜੇ ਤੈਨੂੰ ਅੱਜ ਗ੍ਰੇਵ ਚਾਹੀਦਾ ਹੈ, ਅੱਜ ਕਬਰ ਚਾਹੀਦੀ ਹੈ, ਅੱਜ ਆਪਣੇ ਆਪ ਨੂੰ ਕਬਰ ਹੀ ਦਫਨਾ ਦੇ। ਸ਼ਰਤ ਸੱਚ ਸੁਣ ਲੈ, ਖਾਕ ਨਾਲ ਖਾਕ ਹੋ ਜਾ। ਇੱਥੇ ਬੈਠਦੇ ਨੇ ਖਾਕ ਸਾਰ ਆ ਜਾ। ਇਹ ਕਰਦਾ ਨਾ ਗੁਲਾਮ ਅਲੀ। ਇਹ ਰਿਵਾਜ਼ ਮੰਦਰਾਂ ਮਸਜਿਦਾਂ ਦਾ, ਉੱਥੇ ਹਸਤੀਆਂ ਤੇ ਖੁਦ ਪਰਸਤੀਆਂ ਨੇ। ਮੈਂ ਖਾਨੇ ਵਿੱਚ ਮਸਤੀਆਂ ਹੀ ਮਸਤੀਆਂ ਨੇ। ਹੋਸ਼ ਬਣ ਕੇ ਖਾਕਸਾਰ ਆ ਜਾ। ਮੈਂ ਠੀਕ ਨਾ ਗਾਈ ਹੋਵੇ ਨਾ, ਮਾਫ ਕਰ ਦੇਣਾ। ਆਈ ਐਮ ਨॉट ਗੁਲਾਮ ਅਲੀ। ਪਰ ਮੈਂ ਇੱਕ ਟੀਵੀ ਤੇ ਸ਼ੋਅ ਦੇਖ ਰਿਹਾ ਸੀ, ਨਿਊਯਾਰਕ ਬੈਠਾ, ਅਭੀ ਤੋਂ ਮੈਂ ਜਵਾਨ ਹੂੰ, ਤਬਸੁਮ, ਪੁਰਾਣੇ ਗਾਣੇ ਦੇ ਰਹੀ ਸੀ। ਉਹਦੇ ਵਿੱਚ ਕਹਿੰਦੀ ਹੈ, दिलीप कुमार जी से हमने पूछा आपके जैसे एक्टिंग तो बहुत करते हैं, लेकिन आपने वो जो पुरानी देवदास बनी थी और जो फिर आपने बनाई उसमें क्या फ़र्क है। तो एक लफ्ज़ उसने वरत्या। दिलीप जी ने कहा, बड़ी खाक सारी से। वो प्रोग्राम ना दिन विच 2 बार रिपीट होता है। सवेरे सुन के ना मैं राती दोबारा रिपीट वेले लगाया कि न्यूयॉर्क टाइम तो बाद कैलीफोर्निया टाइम तो दोबारा कदों आता है। दोबारा मैं सुना, शी वाज सेइंग खाक सारी से, बड़ी नम्रता से कहा। मुझे नहीं मालूम कि मैं उनसे बड़ी एक्टिंग करता हूँ, मुझे जैसी आती है मैंने करने की कोशिश की है। आई कैन नॉट से कि मैंने सैगल साहब से बढ़िया किया या फलाने एक्टर से बढ़िया किया। वो वर्ड यूज कर रही सी खाक सारी से। खाक सारी होता है, खाक नाल खाक हो गई नम्रता, अपना अहंकार आकड़ ना दिखाना। मेरे जिहा कोई है, जो मेरे जिहा कोई है होए ना, लिसनिंग क्लोज्ड, निमाणी गौर करे नहीं मिलिया, तेनू जींदे जी ना मिलिया कबर, मरण तो बाद 4 बंदे तेनू दफना देन या तेनू साड़ देन, ये बात की होंदा। जींदे जी रब नाल मिलापना प्राप्त होया। फरीद जी ये गल करके कहते ने गौर मिल गई, जे जाना मर जाइए। फरीद जी बोलते ने, बोला शेख फरीद तो बाद कहते ने, सदीवी अमर घर गौर प्राप्त हो सकती है जे निम्रता ना सुनिए। जे मन की मत नू पता नहीं कि आत्मक मोते मरो ਤਾਂ ਬਹੁਤੇ ਫੇਰ ਭਟਕਣਾ ਵਿੱਚ ਪੈ ਜਾਈਦਾ ਹੈ। ਇਹਦਾ ਮਤਲਬ ਜਿਹੜੀ ਰੋਜ਼ ਸਾਡਾ ਆਤਮਕ ਮੌਤ ਹੁੰਦੀ ਨਾ, ਪਲ 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 ਪਲ, ਇਹ ਫੇਰ ਹੈ, ਇਹ ਘੁੰਮਣਾ ਹੈ, ਇਹ ਭਟਕਣਾ 'ਚ ਪੈਣਾ ਹੈ, ਇਹ 84 ਦਾ ਗੇੜ ਹੈ। ਇਹਨੂੰ ਆਵਾਗਾਉਣ ਕਹਿੰਦੇ ਨੇ, ਇਹਨੂੰ ਭਵਜਲ ਡੁੱਬ ਡੁੱਬ ਮਰੀਆ ਕਹਿੰਦੇ ਨੇ। ਜਿਹੜਾ ਮੇਰਾ ਰੋਜ਼ ਮੇਰੀ ਮਨ ਕੀ ਮਤ ਦਾ ਥਾਟ ਪ੍ਰੋਸੈਸ ਹੈ, ਜੇ ਇਸ ਨੂੰ ਪਤਾ ਲੱਗ ਜਾਏ ਨਾ, ਜੇ ਮਨ ਕੀ ਮਤ ਨੂੰ ਪਤਾ ਨਹੀਂ ਕਿ ਆਤਮਕ ਮੋਤੇ ਮਰੋ ਤਾਂ ਬਹੁਤੇ ਫੇਰ ਭਟਕਣਾ ਪੈ ਵੀ ਚਾਹੀਦਾ, ਘੁੰਮਣਾ ਪੈਂਦਾ ਹੈ। ਵਨਸ ਕਲਿਕ ਦੈਨ ਮਨ ਕੀ ਮਤ ਸਰੈਂਡਰ, ਮਰਨਾ ਆ ਗਿਆ ਜੀਵਤਿਆਂ ਮਰ ਰਹੀ ਹੈ, ਹੁਣ ਘੁੰਮਣਾ ਆਈ ਹੈ। ਫਰੀਦ ਜੀ ਕਿਤਨੇ ਪਿਆਰ ਨਾਲ ਸਾਰੀ ਦੁਨੀਆ ਨੂੰ ਸਿਖਾ ਰਹੇ ਨੇ, ਕਿਤਨੇ ਪਿਆਰ ਨਾਲ ਸਮਝਾ ਰਹੇ ਨੇ। ਤੇਰਾ ਆਵਾਗਮਨ ਹੁਣੇ ਖਤਮ, ਤੇਰੀ ਭਟਕਣਾ ਖਤਮ, ਬਹੁਤੇ ਫੇਰ ਖਤਮ, ਤੇਰਾ ਘੁੰਮ ਆਈਏ ਖਤਮ, तेरा बहुते फेर भय किरपन को खत्म, क्योंकि तेनू आज ही ग्रेव मिल गया ना। जे जाना मर जाइए, घूम ना आइए, झूठी दुनिया लग ना आप बन जाइए। दुनिया लोगों नू नहीं कहते ने, दुनिया मेरे थॉट प्रोसैस नू कहते ने, मेरे मन की रचाई जग रचना सब झूठ नू कहते ने। जैसे जल ते बुध बुदा उपजै बिनसै नीत नू कहते ने। सो झूठी दुनिया का मतलब है मन के पिछे लगना, आपा ना गवा, जिंदगी जाया ना कर। एज सुन एज पॉसिबल अपना ग्रेव लभ लै, प्राप्त कर लै।
जींदे जी अपने आप ਨੂੰ ਛੇਤੀ ਨਾਲ ਚੀਖਾ ਤੇ ਸਾੜ ਦੇ, ਸਤੀ ਹੋ ਜਾ ਹੁਣੇ ਹੀ। ਡਗ ਮਗ ਛਾੜ ਰੇ ਮਨ ਬੌਰਾ, अब तो जरे मरे सिद्ध पाई है। जो लीनो हाथ सिंधौरा, सिंधौरा होता है नारियल, नारियल प्रतीक है अपनी मन की मत का। मैंने मन की मत का सिर हाथ पे रख लिया, सिर तरतली गली मुरिया, अब मैं मरने को तैयार हूं, मैंने अपना सिर रख दिया, लो जी सड़ जाऊं नहीं ना। बोलिए सच धर्म, झूठ ना बोलिए। झूठ बोलना मन की मत, सच धर्म की है निज कर अंतर आत्मे कॉन्शियस अंदर बस दे रब जी गॉड खुदा अल्लाह वाहिगुरु दी गल नू सुनना। ਉਹ ਸੁਣ ਕੇ ਸਾਰੇ ਇੰਦਰੀ ਗਿਆਨ ਇੰਦਰੀ ਨੂੰ ਮੈਸੇਜ ਦੇਣਾ, ਲੋਕਾਂ ਨੂੰ ਮੈਸੇਜ ਦੇਣਾ ਨਹੀਂ ਹੈ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੈ ਵਾਟ, ਜੋ ਤੈਨੂੰ ਰਸਤਾ ਅੰਦਰੋਂ ਨਿਜ ਕਰ ਚੋਂ ਦੱਸਣ ਗੋਡ ਖੁਦਾ ਵਾਹਿਗੁਰੂ ਅੱਲਾ ਜੀ। ਮੁਰੀਦਾ ਜੋਲੀ ਹੈ, ਜੋਲੀ ਹੈ। ਜੋਲੀਆ ਕੀ ਹੁੰਦਾ? ਸਾਡੇ ਘਰਾਂ ਦੇ ਬਜ਼ੁਰਗ ਨਾ ਪਿੰਡੀ ਦੀ ਬੋਲੀ ਬੋਲਦੇ ਨੇ, ਤਾਂ ਮੈਂ ਬਚਪਨ ਹੀ ਸੁਣਿਆ ਸੀ। ਉਹ ਆਏ, ਉਹ ਕਹਿੰਦੇ ਆਓ ਜੁਲੀਏ। ਜੁਲੀਏ ਦਾ ਮਤਲਬ ਕੀ ਹੁੰਦਾ? ਚੱਲੀਏ, ਹੈ ਨਾ। ਤੁਹਾਡੇ ਕਸ਼ਮੀਰ ਇਹ ਬੋਲੀ ਬੋਲਨੇ ਨਾ, ਤੁਸਾਂ ਕੀ ਵੀ ਆਖਨੇ ਨੇ ਵੀ ਆਓ ਜੁਲੀਏ। ਉਹ ਮਿਗੀ ਵੀ ਆਖਨੇ ਸਨ, ਅਸਾਂ ਕੀ ਵੀ ਆਖਨੇ ਸਨ आओ जूलिए। जूलिए का मतलब है टुरिए। मुरीदा जोली है जो सच को सुन ले और सच पे चलता है। मुरीद जो गुर दस्सै वाट, मुरीदा जोली है। सानू गुरु ने रस्ता दसिया, फरीद जी ने सारी दुनिया ਨੂੰ दसिया नहीं सुनिया, सानू गुरु जी ने दसिया। ਅਸੀਂ कह रहे हैं हम तो कमाते हैं, खाते हैं, शराब पीते हैं, दाज देते हैं, भांगड़ा करते हैं, चल तो रहे हैं, ये चलना है नहीं। जो गुर दस्सै वाट, वाट रस्ता, मुरीदा जोली है। हुण अगे कहंदे ने पदा चौथा, छैल लघंदे पार गोरी मन धीरिया, कंचन वन्ने पासे कलवत जी रिया। एक समझते ने जदों मरण तो पहला किथे जाके करवत नाल अपना सीस कटार दिओ ना, तां तुसीं सीधा बैकुंठी स्वर्ग चले जाओगे, तुहाडी मुक्ति हो जाएगी। हुण फरीद जी इस सब्जैक्ट नूं यूज करदे होए कहंदे ने मन की मत नूं फरीद जी कहंदे ने छैल लंघंदे पार। छैल कौन है? जिन्हों तैरना आंदा है। तैरना किनू आंदा है? सतगुर नूं। सतगुर जी जैसा सतगुर सुनी दा तैसो ही मैं डीठ विछड़िया, मेले प्रभु हर दरगह का वसीठ। हर नामो मंत्र दिलाइंदा कट्टे होमै रोग। सतगुर तराक है ना, सुजान है ना। सतगुर शाह सुजान है। सतगुर मीन्स विजडम, विजडम मीन्स खाक, खाक मीन्स सतगुर दी मत दी धूड़ सच समझाती है, वो सानू पार लगा सकती है। छैल लगंदे पार गोरी मन तीरिया। गोरी कौन है? मेरी मत। गोरी किसे स्त्री दे चिट्टे रंग नू नहीं कह रहे ने, हर इंसान की मत नू इस शब्द के अनुसार गोरी कहते हैं। हर इंसान की मत नू घर की नार कहते हैं। मेरे मन ने अपनी एक नार बनाई हुई है, भावें छोटी उम्र का भावें वड्डी उम्र का, हर किसी ने अपनी एक मत बनाई हुई है नार। इस नार नू नाल रखदा हमेशा। घर की नार बहुत हित जास्यो सदा रहत संग लागी, जब ही हंस तजिए काया। जदों मेरा मन हंस रूपी मत छड़ देंदा है ना और इस दे आखे लग जाता है, तब पता की होता है? प्रेत प्रेत कर भागी, प्रेत जीवन का भागी हो जाता। जींदे जी मैं सच ते नहीं रह पाता, प्रेत जीवन का भागी जींदे जी हो गया। मरण तो बाद भूत प्रेत होते हैं कि नहीं? जींदे जी बन गए। हुण कहंदे ने छैल लगंदे पार गोरी मन तीरिया। मेरी मत नूं ना समझ आ गई, सतगुर सच दसदा है, वो मनु पार लंघा सकदा है, मनु तरवास आ गया। इनू कहंदे ने विश्वास, इनू कहंदे ने शरधा, कि सच उत्ते विश्वास आ गया, इस करके मैं सच मंगदा। सोहला पढ़दे हो ना रोज,
करो बेनती सुनो मेरे मीता संतैल की बेला। ਇਹਦੇ ਚ ਅਖੀਰੀ ਚ ਕਹਿੰਦੇ ਨੇ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ। ਸ਼ਰਧਾ ਸਮਝਾਉਣ ਲੱਗੇ ਨੇ ਕਿਹਨੂੰ ਕਹਿੰਦੇ ਨੇ। ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਐ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਤੂਰੇ। ਮਨੂੰ ਨਿਜ ਕਰ ਦੇ ਅੰਦਰੋਂ ਜਿਹੜਾ ਸੱਚ ਦਾ ਸੁਨਿਆ ਦਿੱਤਾ ਜਾਂਦਾ ਨਾ, ਉਹ ਦੱਸ ਦਿਓ। ਉਹ ਧੂੜ, ਉਹ ਵਾਲਾ ਖਾਕ, ਉਹ ਵਾਲਾ ਵਿਜ਼ਡਮ ਮੈਨੂੰ ਦੇ ਦਿਓ। ਉਹਦੇ ਨਾਲ ਜੁੜ ਜਾਣਾ। ਹੁਣ ਕਹਿੰਦੇ ਨੇ छैल सतगुर दी मत नूं जे लै लवो, सतगुर सुजान है, महसूस होंदा है कि मैं भी पार लंघ सकती हाँ। गोरी दे मंच तरवास धीरज आ गया। ये विश्वास श्रद्धा। असी विश्वास श्रद्धा की बनाई हुई है। एक गोबर को ऐसे रखो, उसके ऊपर ऐसे अगरबत्ती लगा दो और 40 दिन नंगे पैर जाओ, वहां पर दीवा जला दो और सच्चे दिल से कुछ भी मांगो तो हो जाता है। असी ये ना श्रद्धा रखा है ना। एक कब्र के आसपास घूम के वहां पर दीवा जलाओ, एक फलाने धार्मिक स्थान पर तुम हर तीर्थ हर संक्रांत मत्स्य पूर्णमासी पे नहाओ, 40 दिन नहाओ, घर बैठे बैठे वहां पे अखंड पाठ करा दो, हो जाएगा। यही सारा असी नहीं समझा है ना। इंज नहीं। सतगुर दी मत नूं लेना कि इस नूं लैके मैं भवजली जिहड़ा डुबदा मैनू सतगुर पार करा सकदा है। छैल लगन दे पार गोरी मन धीरिया। ये अकल समझ आ जाए फिर कर्मा कांडा तो छूट जाते और सच नूं फॉलो करन दा दिल करता है। इस करके सच मंगया है। इनू श्रद्धा कहते हैं। मेरी ये श्रद्धा है, मनु सुमत बख्शो, मनु गॉड खुदा नाल मिला दो आज ही। आई डोंट वांट टू वेस्ट माई टाइम। बहुत समा बीत गया मेरा। मनु एज सुन एज पॉसिबल मैं हंबली आया तुहाडे डोर ते, अदरवाइज मैं अपसेट रहता। मनु गुस्सा बहुत चढ़ता है, मेरी पेशेंस नहीं है, मेरे घर टॉलरेंस लैवल नहीं है। नूह सस लड़ रहे ने, पति पत्नी लड़ रहे ने, मैनू कोई कुछ कहे मैं नहीं बेयर कर सकता। हर गल ते मैनू चैन ही नहीं आता, मैं बहुत अपसेट रहता। मनु अपने नाल जोड़ लो, आज मिला लो। ये तरवास आ जाना। सतगुर पिछे लग के सच वाले पासे जाके मैनू ही मेरी कबर प्राप्त हो सकती है। कबर प्राप्ति मीन्स नो पटकना, नो फेर, नो चारे कुंडा पा लिया, नो घूमना आई है, फिनिश। कंचन वन्ने पासे, कंचन वन्ने पासे होंदा सारा एक एक अंग कंचन हो गया, सोने वर्गे पासे हो गए सारे, मन पवित्र हो गया। कंचन वन्ने पासे कलवत चीरिया, अपना सीस कटा दिता। अगे कहते शेख हयाती जग। हयाती की होंदा है? आम तौर पर दुनिया लैंग्वेज यूज कर रही, मेरी हयाती में तुम आगे से ये गलत काम मत करना। पिताजी की हयाती के टाइम, फलाने की हयाती मतलब जदों तक ये शरीर मौजूद सी। गुरु साहब कहते ने, फरीद जी की रसना तो भी कहते ने, फरीदा जंगल जंगल क्या भावें वणकंडा मोड़े, वसी रब हयाली है, हिरदे च वसदे ने। शेख हयाती जग कहते ने रब जी तेरे जींदे जी शरीर दे हिरदे विच वसदे ने। शेख हयाती जग ना कोई थिर रहा। कौन थिर नहीं रहा? मेरे मन की झूठी रचना, मेरा मन उन गया। इनू कहते ने 4 दिन अपनी नौबत चले बजाए। मेरे मन ना 4 दिन मीन्स मैनी डेज तो, फ्यू डेज तो अपनी नौबत तूती वजांदा रहंदा सी। जो ही मैं सतगुर दी मत लई गया, 4 दिन अपनी नौबत चले बजाए, इतनक खटिया गठिया मटिया संग न कछ ले जाए। मन खाली हाथ टुर गया, गया जवारी हाथ झाड़ के गया। चले जवारी 2 हाथ झाड़, खाली उठ के गया। बहुत रोला पांदा सी, बहुत अपना बिगल बजाता रहता सी, बहुत अपने नाद ते मैनू नचांदा रहता सी, बहुत अपने गाने ते मैनू नचांदा रहता सी। अब मोए नाचनो ना आवे, क्यों? नचाने वाला गया।
ਸਾਸੰਗ ਜੀਂਦੇ ਜੀ ਨਚਾਨੇ ਵਾਲਾ ਚਲਾ ਜਾਏ, ਉਹਨੂੰ ਕਹਿੰਦੇ ਨੇ ਬਾਬਾ ਬੋਲਤੇ ਤੇ ਕਹਾਂ ਵੇ ਸਰੀਰਕ ਕਿਸੇ ਮਨੁੱਖ ਦੇ ਮਰ ਜਾਣ ਦੇ ਬਾਰੇ ਉਹ ਸ਼ਬਦ ਨਹੀਂ ਹੈ। ਜਿਹੜਾ ਮੇਰਾ ਮਨ ਤੂਤੀ ਵਜਾਂਦਾ ਸੀ ਨਾ, ਜਿਹਦੇ ਨਾਲ ਮਨੋਂ ਬਚੰਦੜੀਆਂ ਨਿਕਲਦੀਆਂ ਸੀ, ਗਿਆ ਸਿੰਪਲ ਲੈਂਗੁਏਜ ਕਹਿਣਾ ਦਫਾ ਹੋਇਆ, ਆਪਣਾ ਭਾਂਡਾ ਠੂਠਾ ਲੈ ਕੇ ਗਿਆ, ਮੇਰਾ ਮਕਾਨ ਖਾਲੀ ਕਰ ਗਿਆ, ਸ਼ੁਕਰ ਹੈ। ਮੈਨੂੰ ਬਹੁਤ ਅਪਸੈਟ ਕਰਦਾ ਸੀ, ਸ਼ਰਾਬ ਪਿਲਾਉਂਦਾ ਸੀ, ਲਵ ਮੈਰਿਜ ਕਰਾਉਂਦਾ ਸੀ, ਨਸ਼ੇ ਕਰਾਉਂਦਾ ਸੀ, ਗਾਲਾਂ ਕਢਾਉਂਦਾ ਸੀ, ਮਜ਼ਹਬੀ ਵਿਤਕਰੇ ਕਰਾਉਂਦਾ ਸੀ, ਕਮਿਊਨਲ ਹੇਟਰੇਟ ਕਰਾਉਂਦਾ ਸੀ, ਲੋਕਾਂ ਨਾਲ ਝਗੜੇ ਕਰਾਉਂਦਾ ਸੀ, ਮੈਂ ਨਫ਼ਰਤ ਬਹੁਤ ਕਰਦਾ ਸੀ। ਗਿਆ ਇਹਦੇ ਜਾਨ ਸਾਲ ਖੁਦਾ ਜੀ ਆ ਗਏ, ਵਸੀ ਰਾਬੇ ਹਾਲੀ ਹੈ। शेख हयाती जग ना कोई थिर रहा, गया मेरा मन। जिस आसन हम बैठे, फरीद जी कह रहे हैं हुण खुदा के जिथे बैठे ना, केते बैस गया थे ना, बड़े मन नूं भैड़े ख्याल आंदे सी, गए यहाँ से वो जो इस कुर्सी पे बैठते थे ना, मेरे हिरदे की जमीन धरती कुर्सी पे गए, बड़े पताला पताल वर्गे मंदे मंदे ख्याल आंदे सन, बड़े पताला पताल अल्लाह का गासा गास ऐसे बड़े अनेका ख्याल आंदे सन। गए सारे गए, जींदे जी गिरे, अब जींदे जी रबी मिलन। साध संगत जी मैं कोई नवी गल नहीं जे पढ़ा रहा, मैनू ते जो फरीद जी ने लिखिया जो समझ आ रहा है, बड़े भैड़े भैड़े ख्याल आंदे सन। गए, लेकिन दुनिया दा कोई भी इंसान फरीद जी जिस आसन ते बैठ गए हैं, जे इसनू समझ ले तो वह भी बैठ सकता है। Am I right? कोई भी इंसान गुरु ग्रंथ साहब चो पढ़ के फरीद जी दा शब्द समझे या जिस तरह मर्जी समझे, फरीद जी दा सुनिया समझे, ओ सच ते टिक सकता है। जपजी साहब की बड़ी छेती तुहाडे कोल पुस्तक आएगी। ਜਦੋਂ ਅਸੀਂ ਜਪਜੀ ਸਾਹਿਬ ਦੇ ਅਰਥ ਸਮਝ ਰਹੇ ਸਾਂ ਸਾਰੇ ਲਿਵਿੰਗ ਟ੍ਰੇਜਰ ਵਾਲੇ, ਤਾਂ ਅਸੀਂ ਉਹਦੇ ਵਿੱਚ ਇੱਕ ਪੰਕਤੀ ਆਈ, ਦੇਂਦਾ ਦੇ ਲੈਂਦੇ ਥੱਕ ਪਾਏ। ਇਹਦੇ ਅਰਥ ਕੀਤੇ ਜਾਂਦੇ ਸਨ, ਰੱਬ ਬੜੀਆਂ ਖਾਣ ਪੀਣ ਹੰਡਾਣ ਦੀਆਂ ਦਾਤਾਂ ਦਿੰਦਾ, ਲੈਣ ਵਾਲੇ ਲੈ ਲੈ ਕੇ ਥੱਕ ਜਾਂਦੇ ਨੇ। ਮੈਂ ਸੋਚਿਆ ਲੋਕੀ ਪਤਾ ਨਹੀਂ ਥੱਕਦੇ ਨੇ ਕਿ ਨਹੀਂ ਥੱਕਦੇ ਨੇ, ਮੈਂ ਨਹੀਂ ਥੱਕਦਾ। किसी वेले मैं साइकिल मंगदा सी, बड़ा नाराज होया सी घर वाले नाल, फिर स्कूटर मंगदा सी, फिर जल्दी स्कूटर चाहिदा सी, बड़ी लंबी लाइन वैस्पा चेतक दी लगदी सी, मैनूं छेती चेतक मिल गया। फिर मैं उस तो बाद फिर मैं कार मंगदा रहा, फिर उस तो बाद मैं ग्रीन कार्ड वास्ते बंगला साहब चिलीए कटदा रहा। फिर जिस दिन ग्रीन कार्ड मिलिया आके प्रसाद कराया, फिर ग्रीन कार्ड तो बाद जब अमरीका गया, फिर मन दी इक्को दौड़ सी, सिटीजनशिप छेती तो छेती मिले, फिर उस तो बाद सी मकान होवे, फिर मॉडगेज होवे, फिर ये होवे, फिर सोशल सिक्योरिटी मिले, ये होए वो, मेरा तो मन रुकिया ही नहीं। तुहाडे च रुकिया किसी दा? तो लैंदे थक पाए होए, थके असीं कोई? अच्छा गुरु साहब तुसी की कहते हो? गुरु साहब कहते हैं वडे वडे राजन और भूमन ताकि तृष्ण न बूझी रे, कोट जो रे लाख रो रे मन हो रे, पर ही कोई लूझी रे, कोई रुके है? तृष्णा विरले की बूझी रे, रुके कोई थके? तो इसके अर्थ सोचो, विचारो। दुनियावी पदार्थां दे देण दी गल नहीं चल रही। दात गुरबाणी विच किनू कहंदे ने? सच दी भोजन नू, अमुल गुण व्यापार नू, रतन जवाहर माणिक वर्गी मत नू कहंदे ने देंदा दे। रब जी सारी उम्र सारी दुनिया वास्ते सच दी विचार दे रहे ने, सच दी दात, गुर प्रसाद, विजडम, खुदाई पैगाम दी बारिश कर रहे ने। लैंदे जेड़ा मन लैंदा है, थक पाए होंदा, स्टेबल हो जाता है, टिक जाता है। यही गल तो फरीद जी कर रहे हैं। बैठ गए, टिक गए, मन टिक गया, थॉट प्रोसेस मंदे वाला मन गया, रब जी नाल एक मिकता वाला मन इस घर च बैठ गया। एक
ਗੱਲ ਨੂੰ ਸਮਝਣ ਦਾ ਪ੍ਰਤੀਕ ਹੈ ਸਿਰਫ ਵਰਡਾਂ ਦੀ ਵਰਡਸ ਅੱਖਰ ਵੋਕੈਬਲਰੀ ਦੀ ਮੁਤਾਜੀ ਕਾਰਨ ਕਿ ਇੱਕ ਸ਼ੈਤਾਨੀਅਤ ਮਤ ਵਾਲਾ ਮਨ ਸੀ, ਮਨ ਕੀ ਮਤ ਵਾਲਾ ਮੈਲਾ ਮਨ ਸੀ, ਇਹ ਚਲਾ ਗਿਆ। ਹੁਣ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖੇ ਹੁਣ ਕਰ ਸੁਕ੍ਰਿਤ ਧਰਮ ਕਮਾਇਆ ਵਾਲਾ ਮਨ ਆ ਗਿਆ। ਫਿਰ ਵੀ ਮੇਰੀ ਇਸ ਬॉडी ਨੂੰ ਮਨ ਹੀ ਚਲਾਏਗਾ। ਮੇਰੀ ਇਸ ਬॉडी ਦਾ ਸੰਚਾਲਕ, ਕਰਤਾ, ਮਾਲਕ, ਡਰਾਈਵਰ, ਸੁਲਤਾਨ ਮਨ ਹੀ ਹੈ। ਪਰ ਹੁਣ ਮਨ ਜਾਗ ਪਿਆ ਹੈ। ਹੁਣ ਮਨ ਪਤਾ ਕੀ ਕਹਿੰਦਾ ਹੈ? ਮਨ ਮੇਰੇ ਸਤਿਗੁਰ ਕੇ ਪਾਣੇ ਚੱਲ। ਹੁਣ ਮਨ ਪਤਾ ਕੀ ਕਹਿੰਦਾ ਹੈ? ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪਰ ਸਤਿਗੁਰੂ ਕਦੋਂ ਮਿਲਿਆ? ਅਸੀਂ ਤੇ ਨਾਨਕ ਸਾਹਿਬ ਵੇਲੇ ਉੱਠ ਕੇ ਚਲੇ ਗਏ ਸੀ। ਮਤ ਕਹਿ ਰਹੀ ਹੈ ਜਦੋਂ ਮੈਂ ਆਪਾ ਸਰੈਂਡਰ ਕੀਤਾ ਨਾ, ਗੋਰੀ ਕਹਿੰਦੀ ਪਈ ਹੈ, ਗੋਰੀ ਮਨ ਧੀਰੀ ਹੈ। ਜਦੋਂ ਮੈਨੂੰ ਪਤਾ ਲੱਗਾ ਛੇ ਲੰਘੰਦੇ ਪਾਰ ਸੁਜਾਨ ਸਤਿਗੁਰੂ ਮੈਨੂੰ ਮੁਰੀਦ ਨੂੰ ਪਾਰ ਲੰਘਾ ਸਕਦਾ ਹੈ, ਮੈਂ ਆਪਣੀ ਮਨ ਕੀ ਮਤ ਸਰੈਂਡਰ ਕੀਤੀ। ਮੱਥਾ ਟੇਕਣ ਦਾ ਭਾਵ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈ ਹੈ। ਜੋ ਹੀ ਮੈਂ ਸਰੈਂਡਰ ਕੀਤੀ ਮੈਨੂੰ ਦਾਤ ਮਿਲੀ, ਲੈਂਦੇ ਥੱਕ ਪਾਏ, ਮਨ ਸਟੇਬਲ ਹੋ ਗਿਆ। ਹੁਣ ਅੱਗੇ ਕੀ ਕਹਿੰਦੇ ਨੇ? ਵੰਸ ਗ੍ਰੇਵ ਪ੍ਰਾਪਤੀ ਹੋ ਜਾਏ, ਨੋ ਪਟਕਣਾ ਨੋ ਫੇਰ, ਕੰਚਨ ਵੰਨੇ ਪਾਸੇ ਸਾਰੇ ਸਰੀਰ ਦਾ ਇੱਕ ਇੱਕ ਅੰਗ ਹੋ ਗਿਆ। ਸ਼ੇਖ ਹਯਾਦੀ ਜਗ ਰੱਬ ਸਰੀਰ ਅੰਦਰ ਹੈ, ਸਾਰੇ ਇੰਦਰੇ ਗਿਆਨ ਇੰਦਰੇ, ਈਚ ਐਂਡ ਐਵਰੀ ਪਾਰਟ ਆਫ ਬॉडी, ਸਭ ਜਗ੍ਹਾ ਨਾਉ ਮਨ ਕੀ ਮਤ ਦਾ ਕੁਛ ਨਹੀਂ ਬਚਿਆ, ਕੂੜ ਸੀ ਚਲਾ ਗਿਆ। ਮਨ ਨੂੰ ਕਲੀਅਰ ਹੋ ਗਿਆ ਕਿ ਨਿਜ ਘਰ ਦੇ ਅੰਦਰ ਰੱਬ ਜੀ ਰਹਿੰਦੇ ਨੇ, ਇਹਨਾਂ ਦਾ ਆਸਣ ਲੱਗ ਗਿਆ। ਹੁਣ ਮੈਨੂੰ ਨਿਜ ਘਰ ਚ ਰਹਿਣਾ ਚਾਹੀਦਾ, ਹੁਣ ਮੈਨੂੰ ਚਾਰੋਂ ਪਾਸੇ ਨਹੀਂ ਭਟਕਣਾ ਚਾਹੀਦਾ। ਲੋਕੀ ਕੀ ਕਰਦੇ ਹਨ ਮੈਨੂੰ ਨਹੀਂ ਵੇਖਣਾ, ਦੁਨੀਆ ਕੀ ਕਰ ਰਹੀ ਹੈ ਮੈਨੂੰ ਨਕਲ ਨਹੀਂ ਮਾਰਨੀ। ਲੋਕਾਂ ਦੇ ਪਲ ਪਲ ਦੀ ਗਲਤੀਆਂ ਦੇ ਨੁਕਸ ਮੈਨੂੰ ਨਹੀਂ ਕੱਢਣੇ। ਪਿਛਲੇ ਹਫਤੇ ਸਾਡਾ ਦਿੱਲੀ ਅੰਦਰ ਇੱਕ ਸਕੂਲ ਦੇ ਟੀਚਰਸ ਔਰ ਪ੍ਰਿੰਸੀਪਲ ਨਾਲ ਸੈਮੀਨਾਰ ਹੋਇਆ ਸੀ। ਮੈਂ ਉਹਨਾਂ ਨੂੰ ਡਿਸਕਸ ਕੀਤਾ ਸੀ, ਇੱਥੇ ਟੀਚਰੀ ਪੜ੍ਹਾਉਂਦੇ ਹੋ ਨਾ, ਟੀਚਰੀ ਨੂੰ ਘਰ ਨਾ ਲੈ ਜਾਣਾ। ਜੇ ਘਰ ਲੈ ਗਏ ਨਾ ਤਾਂ ਤੁਸੀਂ ਸਾਰੀਆਂ ਟੀਚਰਾਂ ਆਪਣੀ ਸੱਸ ਅੱਗੇ ਵੀ ਟੀਚਰੀ ਦਿਖਾਓਗੀਆਂ, पति अगे भी टीचरी दिखाओगी, बच्चे आगे भी टीचरी दिखाओगे। हर किसी को मालूम है मैं वहाँ टीचर थी, टीजीटी थी, पीजीटी थी, एमएड थी, पीएचडी थी। बच्चे थर थर कांपते थे मेरे से, इतने सब्जेक्ट मैं पढ़ाती थी। ये आदत पै गई ना, एक बार टीचरी चुक के घर लै गए तां इंज ही लोग आर्मी वाले घर आर्मी चुक के लै जाते हैं। डिसिपलिन घर वाले जीना औखा हो जाता है। टीचरी वाले टीचरी लै जाते हैं, डॉक्टरी वाले डॉक्टरी लै जाते, ये मत खाओ, ये मत खाओ, ऐसे हो जाएगा, बीमार हो जाओगे, भी पा जाओ। अपना जो वो लैके घर जाते हैं ना, तो उन्होंने टीचर मैं डिस्कस कर रहा सी, जो इंज घर लै जाओ ना नाल ही, तो मैं पार्क दिल्ली आया, रजौरी गार्डन पार्क अंदर सैर कर रहा सी। एक लेडी पार्क आवे, ये क्या किया है यहाँ पर, ये गाय अंदर आ गई है, यहाँ गोबर किया हुआ है, यहाँ बच्चे खेल रहे हैं, यहाँ ये हो रहा है, ये क्या है, ये पेड़ नहीं लगाया यहाँ पर, ऐसे है, पता नहीं कौन है यहाँ की यूनियन के। हर वेले ना वो इंज करती सी। एक दिन मैं देखा पार्क इंज गुस्से नाल बोल रही सी, ब्रेन स्ट्रोक होया, पैरालाइज हो गई। बाद में पता लगा ये जो लेडी गिर गई है ना, जिसको पैरालाइज हुआ है, ये टीचर थी, रिटायर हो गई सी। टीचरी तो ना छुट्टी। सासंग टीचर पैड़े नहीं होते, मत मैनू कोई टीचर आके फड़ लवे। शेख हयाती जग मन नू क्लीयर हो गया कि इसे शरीर नू, एदा मतलब गुरमत विच शरीर नू नहीं निंदिया जाता। सारी दुनिया ने इसको निंदिया। वो जब पैदा हो तो दुख, माँ के पेट में दुख, पुट्ठे लटको तो दुख, वो जब जम्मो तो दुख, वो उसके बाद दुख, वो फिर गर्मी का दुख, फिर सर्दी का दुख, वो फिर टब्बर का दुख, फिर वो दिहाड़ी में और सारी जिंदगी में ढेरों दुख होते हैं। इसलिए ऐसे मारो रब जी के मुड़ के आना ही ना पवे, है ना, यही सिखाया ना। जे अगर नहीं मानोगे तो मैं कोई ऐसा कर्म कांड करके जाऊंगा दोबारा जमा ही नहीं सकोगे। क्यों? क्योंकि यहां पर दुख ही दुख है। इंज ही सिखाया गया। इस करके ना असीं अपनी सारी लाइफ नूं निंददे रहंदे हां।
ਇਸ ਸਰੀਰ ਨੂੰ ਨਿੰਦਦੇ ਰਹਿੰਦੇ ਆ। ਇਸ ਕਰਕੇ ਸਾਨੂੰ ਰਿਨਾਊਂਸਿੰਗ ਵਾਲੇ, ਫੱਕੜ ਹੋ ਕੇ ਘਰ-ਬਾਰ ਛੱਡ ਕੇ ਜੰਗਲ ਹੀ ਚਲੇ ਜਾਓ ਵਾਲੇ ਖਿਆਲ ਪਸੰਦ ਆਉਂਦੇ ਨੇ। ਸਾਡੇ ਵਿਚਕਾਰ ਜਿਹੜਾ ਬੰਦਾ ਵਿਆਹ ਨਾ ਕਰਾਏ ਉਸ ਨੂੰ ਅਸੀਂ ਬ੍ਰਹਮਚਾਰੀ, ਬ੍ਰਹਮ ਗਿਆਨੀ ਕਹਿ ਕੇ ਧਾਰਮਿਕ ਠੇਕੇਦਾਰ ਬਣਾ ਦਿੰਦੇ ਆ। ਬੜਾ ਵੱਡਾ ਹੈ, ਇਹਨੇ ਵਿਆਹ ਹੀ ਨਹੀਂ ਕਰਾਇਆ, ਇਸਤਰੀ ਨੂੰ ਹੱਥ ਹੀ ਨਹੀਂ ਲਾਉਂਦਾ। ਇਸਤਰੀ ਨੂੰ ਨਿੰਦੀ ਜਾਂਦੇ ਹੋ। ਮਾਂ ਦਾ ਤੇ ਕੋਈ ਕਸੂਰ ਨਹੀਂ ਹੈ, ਕਰਤੂਤ ਅਸੀਂ ਕਰੀਏ। ਮਾਂ ਦਾ ਕਸੂਰ ਨਹੀਂ ਹੈ, ਕਰਤੂਤ ਮੇਰਾ ਮਨ ਕਰੇ, ਸਰੀਰ ਦਾ ਕੋਈ ਕਸੂਰ ਨਹੀਂ ਹੈ। ਇਸ ਪਾਸੇ ਸਿਰਫ ਸੋਚੋ। ਕਹਿੰਦੇ ਨੇ ਕੱਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ, ਸਿਆਲੇ ਸੁਹੰਦੀਆਂ ਪਿਰਗਲ ਬਾਹੜੀਆਂ। ਸੋ ਕੱਤਕ ਕੂੰਜਾਂ ਕੀ ਹੁੰਦਾ ਹੈ? ਕੂੰਜਾਂ ਦੂਰੋਂ ਚੱਲ ਕੇ ਆਉਂਦੀਆਂ ਨੇ, ਆਪਣੇ ਬੱਚਿਆਂ ਨੂੰ ਪਿੱਛੇ ਛੋੜ ਜਾਂਦੀਆਂ ਨੇ, ਵਿਛੋੜਾ। ਲੇਕਿਨ ਕੱਤਕ ਕੂੰਜਾਂ, ਹੁਣ ਫਰੀਦ ਜੀ ਕਹਿੰਦੇ ਨੇ ਹੁਣ ਜਿਹੜੀਆਂ ਮੇਰੀਆਂ ਕੂੰਜਾਂ ਜਾਂਦੀਆਂ ਸੀ ਨਾ, ਦੂਰ ਚਲੀਆਂ ਜਾਂਦੀਆਂ ਸੀ ਕੱਤਕ ਵਿੱਚ। ਮੇਰੀ ਜ਼ਿੰਦਗੀ ਕੱਤਕ ਵਿੱਚ, ਹੁਣ ਸਾਰੀ ਉਮਰ ਮੇਰੀਆਂ ਕੂੰਜਾਂ ਨਹੀਂ ਜਾਂਦੀਆਂ, ਵਿਛੋੜਾ ਫਿਨਿਸ਼ਡ। ਕਿਉਂ? ਅੱਜ ਮਿਲਾਵਾ ਜੋ ਹੋ ਗਿਆ। ਕੱਤਕ ਕੂੰਜਾਂ ਚੇਤ ਡੋ, ਹੁਣ ਮੈਨੂੰ ਕੋਈ ਸੱਪ ਦੇ ਡਸਣ ਦਾ ਕੋਈ ਡਰ ਨਹੀਂ ਰਿਹਾ, ਕੋਈ ਮੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਦਾ ਡਸਣਾ ਡਰ ਨਹੀਂ ਰਿਹਾ, ਕੋਈ ਅੱਗ ਨਹੀਂ ਲੱਗ ਸਕਦੀ। ਸਾਵਨ ਬਿਜਲੀਆਂ ਚਮਕਣ, ਹੁਣ ਵਿਛੋੜੇ ਦਾ ਡਰ ਖਤਮ। ਵਿਛੋੜੇ ਦਾ ਡਰ ਹੋਏ ਨਾ ਤਾਂ ਸਾਵਣ ਦੇ ਦਿਨਾਂ ਵਿੱਚ ਕਹਿੰਦੇ ਨੇ ਦਹਿ ਦਿਸ ਛਤਰ ਮੇਘ ਘਟਾਕਟ, ਦਾਮਨ ਚਮਕਟ ਰਹੇ, ਸੇਜ ਕੇਲੀ ਨੀਂਦ ਨੂੰ ਨੈਨੋ, ਪਿਰ ਪਰਦੇਸ ਸਿਧਾਏ। ਮੈਂ ਵਿਛੜੀ ਹੋਈ ਹਾਂ, ਹੁਣ ਨਹੀਂ ਸੰਦੇਸ਼ਰੋ ਮਾਇਓ, ਏਕ ਕੋਸਰੋ ਸਿਧ ਕਰਤ ਲਾਲ, ਤਬ ਛਤਰ ਪਾਤਰੋ ਆਇਓ। ਕਿਉਂ ਬਿਸਰਿਆ ਇਹ ਲਾਲ ਪਿਆਰੋ, ਸਰਬ ਗੁਣਾ ਸੁਖ ਦਾਇਓ। ਮੈਂ ਉਹਨੂੰ ਕਿਵੇਂ ਭੁਲਾ ਦਿਆਂ? ਮੇਰੇ ਤੋਂ ਵਿਛੜਿਆ ਹੋਇਆ, ਉਹਦੇ ਐਬਸੈਂਸ ਦੇ ਕਾਰਨ ਮੈਂ ਨਾ ਡਰੀ ਰਹਿਨੀ ਆ। ਬਿਜਲੀ ਜਰਾ ਜੀ ਅਸਮਾਨ ਵਿੱਚ ਕੜਕਦੀ ਹੈ, ਸਾਵਨ ਬਿਜਲੀਆਂ, ਹੁਣ ਮੇਰਾ ਪਤੀ ਮੇਰੇ ਨਾਲ ਹੈ, ਮੇਰਾ ਸ਼ੌ, ਮੇਰਾ ਬਹਿਰਾਮ, ਮੇਰਾ ਬਿਲਵਡ, ਮੇਰਾ ਪਿਆਰਾ, ਮੇਰਾ ਖੁਦਾ, ਮੇਰਾ ਵਾਹਿਗੁਰੂ, ਮੇਰੇ ਰਾਮ ਜੀ ਮੇਰੇ ਨਾਲ। ਹੁਣ ਮੇਰੇ ਵਾਸਤੇ ਉਹ ਕੱਤਕ ਕੂੰਜਾਂ ਚੇਤ ਡੋ ਨਹੀਂ ਰਿਹਾ। ਕੱਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ, ਸਿਆਲੇ ਸੋਹੰਦੀਆਂ। ਸਿਆਲ ਵਿੱਚ ਜਿਸ ਤਰ੍ਹਾਂ ਆਪਣੇ ਪਤੀ ਦੀ ਬਾਹਾਂ ਵਿੱਚ ਮਿਲ ਜਾਂਦੀ ਹੈ। ਦੁਨਿਆਵੀ ਇਸਤਰੀ ਦੀ ਗੱਲ ਕੀਤੀ ਹੈ, ਇੰਝ ਕਹਿੰਦੇ ਨੇ ਮੈਂ ਹਮੇਸ਼ਾ ਲਈ ਆਪਣੇ ਸ਼ਾਹ ਬਹਿਰਾਮ ਦੇ ਨਾਲ ਉਹਦੀ ਐਮਬਰੇਸ ਵਿੱਚ ਆ ਗਈ ਹਾਂ। ਇੱਕ ਤਾਂ ਕਹਿੰਦੇ ਹਨ ਨਾ, ਜਿਸ ਦਿਨ ਖੁਦਾ ਥੱਲੇ ਆਏਗਾ ਕਬਰਾਂ ਚੋਂ ਕੱਢ ਕੇ ਐਮਬਰੇਸ ਕਰੇਗਾ। ਫਰੀਦ ਜੀ ਕਹਿ ਰਹੇ ਨੇ ਮੈਨੂੰ ਅੱਜ ਜੀਂਦੇ ਜੀ ਐਮਬਰੇਸ ਕਰ ਲਿਆ, ਕਿਉਂਕਿ ਮੈਨੂੰ ਗਰੇਵ ਜੋ ਮਿਲ ਗਿਆ, ਮੇਰੇ ਗਰੇਵ ਅੰਦਰ ਖੁਦਾ ਜੀ ਆ ਗਏ, ਖੁਦਾ ਜੀ ਨੇ ਮੇਰਾ ਗਰੇਵ ਖੋਲਿਆ, ਮੈਨੂੰ ਜੱਫੀ ਪਾ ਲਈ। ਸਿਆਲੇ ਸੋਹੰਦੀਆਂ ਪਿਰਗਲ ਬਾਹੜੀਆਂ, ਮੈਨੂੰ ਆਪਣੀ ਜੱਫੀ 'ਚ ਲੈ ਲਿਆ ਰੱਬ ਜੀ ਨੇ। ਹੁਣ ਇਹਨੂੰ ਪ੍ਰੈਕਟਿਸ ਕਰਨਾ ਹੋਏ ਨਾ, ਇੱਕ ਇੱਕ ਇਨਸਾਨ ਨਾਲ ਜੱਫੀ ਪਾਉਣਾ ਸ਼ੁਰੂ ਕਰੋ, ਇੱਕ ਇੱਕ ਇਨਸਾਨ ਨਾਲ ਗਲਵਕੜੀ ਪਾਉਣਾ ਸ਼ੁਰੂ ਕਰੋ। ਉਹਦੀ ਅਮੀਰੀ ਦੇਖ ਕੇ ਨਹੀਂ, ਉਹਦੀ ਗਰੀਬੀ ਦੇਖ ਕੇ ਨਹੀਂ, ਉਹਦਾ ਮਜ਼ਹਬ ਦੇਖ ਕੇ ਨਹੀਂ, ਉਹਦੇ ਪਾਟੇ ਕੱਪੜੇ ਨੇ ਕਿ ਬ੍ਰੈਂਡ ਨੇਮ ਦੇ ਕੱਪੜੇ ਨੇ ਇਹ ਦੇਖ ਕੇ ਨਹੀਂ, ਮੇਰੇ ਮਜ਼ਹਬ ਦਾ ਹੈ ਕਿ ਨਹੀਂ ਇਹ ਦੇਖ ਕੇ ਨਹੀਂ। ਹਰ ਕਿਸੇ ਵਾਸਤੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈਏ, ਕੋ ਨਾਨਕ ਬਾਲ ਉਡਾਈ ਹੈ। ਇੰਝ ਇੰਨੀ ਵੱਡੀ ਜੱਫੀ ਹੋ ਜਾਏ, ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਪਨਾ ਕੇ ਸਾਜਨ। ਜਿਸਨੂੰ ਇਹ ਗੱਲ ਸਮਝ ਆ ਜਾਏਗੀ ਨਾ, ਆਪਣੀ ਜ਼ਾਤ ਬਰਾਦਰੀ ਵਾਲਿਆਂ ਦੇ ਨਾਲ ਸਿਰਫ ਨਹੀਂ ਜੱਫੀ ਪਾਏਗਾ, ਆਪਣੇ ਹੀ ਮਜ਼ਹਬ ਵਾਲਿਆਂ ਨਾਲ ਸਿਰਫ ਜੱਫੀ ਨਹੀਂ ਪਾਏਗਾ। ਪਤਾ ਕੀ ਕਰੇਗਾ? ਆਪਣੀ ਜ਼ਾਤ ਬਰਾਦਰੀ ਲਾ ਕੇ ਸੁੱਟ ਦੇ, ਕਿਉਂਕਿ ਉਹਨੂੰ ਗੱਲ ਸਮਝ ਆ ਗਈ, ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਜਾਤ ਉਤਾਰ ਕੇ ਰੱਖ ਦੀ, ਆਪਣੇ ਨਾਂ ਦੇ ਬਾਅਦ ਲਾਸਟ ਨੇਮ ਤੋਂ ਜ਼ਾਤ ਦਾ ਨਾਂ ਨਹੀਂ ਲਗਾਏਗਾ। ਜਿਸ ਨੂੰ ਇਹ ਜੱਫੀ ਸਮਝ ਆ ਜਾਏਗੀ ਨਾ, ਉਹਨੂੰ ਜੱਟ ਕੇ ਭਾਪੇ, ਅਰੋੜੇ ਕੇ ਖੱਤਰੀ, ਰਾਮਗੜੀਏ ਕੇ ਰਵਦਾਸੀਏ, ਔਰ ਇਸ ਤਰੀਕੇ ਨਾਲ ਕਹਿ ਕੇ ਕਿਸੇ ਨੂੰ ਊਂਚ, ਕਿਸੇ ਨੂੰ ਨੀਚ, ਕਿਸੇ ਨੂੰ ਦਲਿਤ, ਕਿਸੇ ਨੂੰ ਅਛੂਤ ਕਹਿਣ ਵਾਲੀ ਗੇਮ ਖਤਮ ਹੋ ਜਾਏਗੀ ਉਹਦੇ ਮਨ ਚੋਂ। ਹਰ ਕਿਸੇ ਦੀ ਹੋ ਸਕਦੀ ਹੈ, ਸਾਤ ਪਾਤ ਖਤਮ। ਕੱਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ, ਸਿਆਲੇ ਸੁਹੰਦੀਆਂ ਪਿਰਗਲ ਬਾਹੜੀਆਂ। ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ, ਮੇਰਾ ਮਨ ਵਿਚਾਰਾ ਸਤਿਗੁਰ ਦੀ ਮੱਤ ਲੈ ਕੇ ਚਲਾ ਗਿਆ, ਤੇ ਸੱਚ ਤੇ ਟੁਰਨ ਦੀ ਜਾਚ ਆ ਗਈ। ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ, ਗੰਢੇਦਿਆਂ ਛੇ ਮਾਂ,
ਗੰਡੇਲਿਆ 6 ਮਾਹ ਦੇ ਅਰਥ ਮੈਨੂੰ ਹੁਣ ਤੱਕ ਸੁਣਨ ਨੂੰ ਮਿਲਦੇ ਸਨ ਕਿ ਇਹ ਸਰੀਰ ਬਣਨ ਵਿੱਚ 6 ਮਹੀਨੇ ਲੱਗਦੇ ਨੇ। ਤੁਸੀਂ ਸਾਰੇ ਦੱਸੋ 6 ਮਹੀਨੇ ਲੱਗਦੇ ਨੇ? ਤਾਂ ਜੇ ਇਹਦੇ ਇਹ ਅਰਥ ਕਰੋ 6 ਮਹੀਨੇ ਸਰੀਰ ਬਣਨ ਵਿੱਚ ਲੱਗਦੇ ਨੇ, ਮਰਨ ਵਿੱਚ ਇੱਕਦਮ ਟੁੱਟੇਂਦਿਆਂ ਹੀ ਜੇ ਸਰੀਰ ਬਣਨ ਵਿੱਚ 6 ਮਹੀਨੇ ਲੱਗਦੇ ਨੇ ਤਾਂ ਅਸੀਂ ਇੱਥੋਂ ਸ਼ੁਰੂ ਕਰੀਏ। ਜੇ ਸਰੀਰ ਬਣਨ ਵਿੱਚ 6 ਮਹੀਨੇ ਨਹੀਂ ਲੱਗਦੇ ਨੇ ਮੈਡੀਕਲ ਟਰਮਸ ਵਿੱਚ ਵੀ, ਔਰ ਸਾਰ ਕਿਸੇ ਨੂੰ ਪਤਾ 9 ਮਹੀਨੇ ਲੱਗਦੇ ਨੇ, ਇਹਦਾ ਮਤਲਬ ਇਹ ਜਿਹੜੀ ਗਿਣਤੀ ਹੈ ਨਾ, ਇਹ ਗਿਣਤੀ ਕਾਊਂਟਿੰਗ ਨਹੀਂ ਹੈ। ਕਿਸ ਤਰ੍ਹਾਂ? ਥਾਲ ਵਿੱਚ 3 ਵਸਤੂ ਪਈ ਹੋ, 3 3 ਨਹੀਂ ਹੁੰਦਾ, 3 ਉੱਥੇ ਰੱਬ ਜੀ ਹੈ। ਉਹ ਪ੍ਰੋਨਾਉਨ ਇੱਕ ਵਚਨ ਵਿੱਚ ਗ੍ਰਾਮਰ ਨੂੰ ਪੜਾਂਗੇ ਨਾ, ਸਮਝਾਂਗੇ, ਪਤਾ ਲੱਗੇਗਾ। ਰੱਬ ਜੀ ਦੇ ਨਾ 5 ਪ੍ਰਵਾਨ 5 ਪ੍ਰਧਾਨ ਚੰਗੇ ਚੰਗੇ ਗੁਣ ਨੇ। 5 ਪ੍ਰਵਾਨ 5 ਪ੍ਰਧਾਨ ਪੰਚੇ ਮਾਬਾ ਦਰਗਾ ਮਾਨ। ਰੱਬ ਜੀ ਦੇ ਸਿਰਫ 5 ਗੁਣ ਨਹੀਂ ਹੁੰਦੇ ਨੇ। ਸਹੀ ਹੈ, ਸੁਣੋ। ਰੱਬ ਜੀ ਬੇਅੰਤ ਹਨ ਨਾ, ਬੇਅੰਤ ਦੇ ਅਮੁੱਲ ਗੁਣ ਨੇ। ਅਮੁੱਲ ਗੁਣ, ਅਮੁੱਲ ਵਪਾਰ। ਬੇਅੰਤ ਦੇ ਬੇਅੰਤ ਗੁਣ ਨੇ, ਪਰ ਗੱਲਾਂ ਕਰਨ ਵੇਲੇ 5 ਕਹਿ ਦਿੱਤਾ ਜਾਂਦਾ ਹੈ, 5। ਪਰ ਰੱਬ ਜੀ ਦੇ ਬੇਅੰਤ ਗੁਣ ਨੇ। ਤੁਸੀਂ ਇਸ ਨੂੰ ਵਿਚਾਰ ਕੇ ਦੇਖਣਾ। ਜਦੋਂ ਸਾਡੇ ਘਰ ਕੋਈ ਆਉਂਦਾ ਹੈ ਤਾਂ ਅਸੀਂ ਕਹਿੰਦੇ ਹਾਂ 4 ਦਿਨ ਦਾ ਪ੍ਰਾਹੁਣਾ ਹੈ ਨਾ। 4 days ਹੁੰਦਾ, few days ਹੁੰਦਾ ਨਾ। 4 ਦਾ ਮਤਲਬ few ਹੁੰਦਾ, 4 ਦਾ ਮਤਲਬ 4 ਨਹੀਂ ਹੁੰਦਾ। ਇੰਜ ਹੀ 3 ਦਾ, 4 ਦਾ, 5 ਦਾ, 7 ਦਾ, ਜਿਤਨੇ ਵੀ ਨੰਬਰਸ ਨੇ, ਇਹ ਨੰਬਰਸ ਦਾ ਗੁਰਮਤਿ 'ਚ ਕੋਈ ਤਾਲੁਕ ਨਹੀਂ ਹੈ। 3 ਲੋਕ ਕੀ ਹੈ? ਕਦੀ ਰਜੋ ਤਮੋ ਸਤੋ ਲੈ ਲੈਂਦੇ ਨੇ, ਕਦੀ ਤੁਰੀਆ ਅਵਸਥਾ ਦੇ 3 ਪਦ ਲੈ ਲੈਂਦੇ ਨੇ, ਕਦੀ ਕੁਛ ਲੈ ਲੈਂਦੇ ਨੇ, ਕਦੀ ਕੁਛ ਲੈ ਲੈਂਦੇ ਨੇ, ਕਦੀ ਸੁਰਗ ਮੱਛ ਪਿਆਲ ਲੈ ਲੈਂਦੇ ਨੇ। 3 ਲੋਕ। 9 ਖੰਡ, ਧਰਤੀ ਦੇ 9 ਖੰਡ ਨੇ। ਸਹੀ ਹੈ, ਸੁਣੋ। ਧਰਤੀ ਬੇਅੰਤ ਹੈ ਨਾ, ਬੇਅੰਤ ਹੈ ਕਿ ਨਹੀਂ? ਤਾਂ ਫਿਰ 9 ਖੰਡ ਕਿਵੇਂ ਹੋਏ? 9 ਤੇ ਲਿਮਿਟ ਹੋ ਗਈ। 9 ਖੰਡ ਮੇਰੇ ਮਨ ਦੀ ਹੈ। 9 ਦਰਵਾਜ਼ੇ ਨੇ, ਇਹਨੂੰ 9 ਖੰਡ ਕਹਿੰਦੇ ਨੇ। ਪਰ ਮੇਰੇ ਮਨ ਦੇ ਵੀ ਅਨੇਕਾਂ ਖਿਆਲ ਨੇ। ਕਿਤਨੀਆਂ ਹੀ ਧਰਤੀਆਂ ਨੇ ਮੇਰੇ ਮਨ ਦੇ ਖਿਆਲਾਂ ਦੀ। ਕਿਤਨੇ ਪਤਾਲਾਂ ਵਰਗੇ ਨਕੰਮੇ ਖਿਆਲ ਜਿਹੜੇ ਮੈਨੂੰ ਖਾਬੋ ਖਿਆਲ ਹੀ ਨਹੀਂ ਸੀ। ਐਸੇ ਪਤਾਲ ਹੀ ਦੱਬੇ ਹੋਏ ਮੇਰੇ ਭੈੜੇ ਖਿਆਲ ਨੇ। ਐਂਡ ਸਮਟਾਈਮਸ ਆਈ ਐਮ ਸਰਪ੍ਰਾਈਜ਼, ਹੈ ਭੁਪਿੰਦਰ ਸਿੰਘ ਤੂੰ ਵੀ ਐਸਾ ਮੰਦਾ ਖਿਆਲ ਸੋਚ ਸਕਣਾ ਹੈ? ਇਹ ਮੇਰੇ ਪਤਾਲਾਂ ਦੇ ਦੱਬੇ ਹੋਏ ਖਿਆਲ, ਪਤਾਲ। ਕਈ ਚੰਗੇ ਖਿਆਲ, ਲੱਖ ਗਾਸ। ਕਈ ਚੰਗੇ ਖਿਆਲ ਵੀ ਹਨ, ਪਰ ਬੇਅੰਤ ਹਨ। ਰੱਬ ਜੀ ਦੇ ਬੇਅੰਤ ਗੁਣ ਹਨ। ਉਹਨਾਂ ਨੂੰ ਕਾਮ, ਕ੍ਰੋਧ, ਹੰਕਾਰ, ਦਇਆ, ਧਰਮ, ਸੰਤੋਖ 5 ਨਹੀਂ ਕਹਿ ਸਕਦੇ ਆ। ਇਸ ਤਰ੍ਹਾਂ ਹੀ 6 ਮਾਹ ਦਾ ਮਤਲਬ ਹੈ ਲੌਂਗ ਟਾਈਮ ਤੋਂ। ਜਿਹੜਾ ਮੈਂ ਲੌਂਗ ਟਾਈਮ ਤੋਂ ਅਗਿਆਨਤਾ ਨਾਲ ਜੁੜਿਆ ਹੋਇਆ ਸੀ ਨਾ, ਔਰ ਖੁਦਾ ਨਾਲ ਨਹੀਂ ਸੀ ਜੁੜਿਆ ਹੋਇਆ, ਜਿਹੜੇ ਮੈਂ ਗੰਢ ਬੰਨੀ ਹੋਈ ਸੀ। ਕੱਲ ਅਸੀਂ ਜਦੋਂ ਗਏ ਨਾ ਉੱਥੇ ਗੁਲਮਰਗ, ਉਹ ਕਹਿੰਦੇ ਨੇ ਇਹ ਗੰਡੋਲਾ ਹੈ। ਜਦੋਂ ਅਸੀਂ ਉਹਦੇ ਤੇ ਬੈਠ ਕੇ, ਮੈਂ ਕਿਹਾ ਵਾਹ, ਇਹ ਉੱਪਰ ਲਿਜਾ ਰਹੇ ਨੇ, ਵਾਹ, ਐਲੀਵੇਸ਼ਨ ਦੇ ਰਹੇ ਨੇ। ਅੱਛਾ, ਇਹਦਾ ਨਾਂ ਹੈ ਇਹ ਗੰਢ ਲਾ, ਗੰਡੋ and not la, and you can go up, gandola। ਇਹਦੇ ਨਾਲ ਪਿੰਡੀ ਗੰਢ ਨਾ ਪਾ। ਕਿਹਦੇ ਨਾਲ? ਮੰਦੇ ਖਿਆਲਾਂ ਨਾਲ। ਗੰਡੇਂਦਿਆਂ 6 ਮਾਹ ਜਿਹੜੇ ਭੈੜੇ ਖਿਆਲਾਂ ਨਾਲ ਤੂੰ ਲੌਂਗ ਟਾਈਮ ਤੋਂ ਜੁੜਿਆ ਹੋਇਆ ਨਾ, ਤੁੜੰਦਿਆਂ ਹਿੱਕ ਖਿਨੋ ਇੰਜ। ਇਹਨੂੰ ਪੈਰਾਡਿਮ ਸ਼ਿਫਟ ਕਹਿੰਦੇ ਨੇ, ਇਹਨੂੰ ਐਪੀਫਨੀ ਕਹਿੰਦੇ ਨੇ, ਇਹਨੂੰ ਪਲ ਇੱਕਦਮ ਇੰਜ ਪਲ ਭਰਦਾ ਛਿੜ ਮਾਤਰ ਅੰਦਰ ਹੀ ਨਾ ਇੱਕਦਮ ਸਮਝ ਆ ਜਾਣਾ, ਓ ਮਾਈ ਗॉड, ਮੈਂ ਲੌਂਗ ਟਾਈਮ ਤੋਂ ਝੂਠ ਨਾਲ ਜੁੜਿਆ ਹੋਇਆ ਸੀ। ਮੇਰਾ ਜਿਉਂ ਹੀ ਅੱਜ ਖੁਦਾ ਨਾਲ ਮਿਲਾਪ ਹੋਇਆ, ਜਾਨ ਛੁੱਟ ਗਈ। ਗੰਡੇਂਦਿਆਂ 6 ਮਾਹ, ਤੁੜੰਦਿਆਂ ਹਿੱਕ ਖਿਨੋ। ਹੁਣ ਪਤਾ ਕੀ ਹੋਇਆ? ਹੁਣ ਨਾ ਚੰਗੇ ਖਿਆਲ ਆ ਗਏ ਨਾ। ਆਖਰੀ ਪਦ ਕਹਿੰਦੇ ਨੇ ਜ਼ਿਮੀ ਪੁੱਛੇ ਆਸਮਾਨ। ਮੇਰੇ ਨਾ ਮਨ ਦੀ ਧਰਤੀ ਨੂੰ, ਜ਼ਮੀਨ ਨੂੰ ਆਸਮਾਨ ਪੁੱਛ ਰਿਹਾ ਹੈ। ਫਰੀਦਾ ਖੇਵਟ ਕਿਨ ਗਏ? ਉਹ ਜਿਹੜਾ ਇੱਥੇ ਚੌਧਰੀ ਮਨ ਸੀ ਨਾ, ਜਿਹੜਾ ਆਪਣੀ ਤੂਤੀ ਵਜਾਉਂਦਾ ਸੀ, ਜਿਹੜਾ ਖੇਵਟ ਕਹਿੰਦਾ ਸੀ ਮੈਂ ਪਾਰ ਲੰਘਾਵਾਂਗਾ, ਕਿਨ ਗਏ, ਕਹਾਂ ਗਏ? ਉਹ ਮੰਦੇ ਖਿਆਲ ਬਾਬਾ ਬੋਲਤੇ थे, कहाँ गए? मनु मचंदड़िया वाले कहाँ गए?
हो ना मूआ मेरी मूही बलाए, ਜਿਹੜੇ ਬਲਾ ਵਾਲੇ ਭੈੜੇ ਭੈੜੇ ਖਿਆਲ ਆਉਂਦੇ ਸੀ ਨਾ, ਗਏ ਕਹਾਂ ਗਏ ਉਹ? ਓਏ ਮਨ ਧਰਤੀ ਦੇ ਉੱਥੇ, ਮਨ ਜਿੱਤੇ ਮੇਰੀ ਧਰਤੀ ਉੱਤੇ, ਮੇਰੇ ਸਰੀਰ ਦੀ ਇਸ ਮਨ ਦੀ ਧਰਤੀ ਦੇ ਉੱਤੇ ਤੇ ਜਿਹੜਾ ਉੱਪਰ ਆਏ ਬੈਠੇ ਕੁੜਿਆਰ ਬੈਠ ਗਿਆ ਸੀ ਨਾ, ਉਹ ਕਹਾਂ ਗਿਆ? ਕਿਤਨੇ ਵਿਸਮਾਦ ਪਿਆਰ ਵਿੱਚ ਪੁੱਛ ਰਹੇ ਨੇ। ਜ਼ਿਮੀ ਪੁੱਛੇ ਆਸਮਾਨ, ਫਰੀਦਾ ਖੇਵਟ ਕਿਨ ਗਏ? ਉਹ ਕਹਿੰਦੀ ਹੈ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਲੋਕੀ ਸਾੜ ਦਿੰਦੇ ਨੇ, ਦੱਬ ਦਿੰਦੇ ਨੇ, ਉਲਾਮੇ ਜੀ ਸੇ ਸਰੀਰ ਨੂੰ ਐਵੇਂ ਨਿੰਦੀ ਜਾਂਦੇ ਹੋ। ਸਰੀਰ ਦਾ ਵਿਚਕਾਰ ਕੀ ਕਸੂਰ ਹੈ? ਸਰੀਰ ਨੂੰ ਸਾੜੋ ਭਾਵੇਂ ਦੱਬੋ, ਇਹਦੇ ਨਾਲ ਕੀ ਹੁੰਦਾ? ਜਿਨ ਕਰਤੇ ਕਾਰਨ ਕੀ ਸੋ ਜਾਣਾ ਕਰਤਾ। ਸਰੀਰ ਨੂੰ ਨਿੰਦਣ ਦਾ ਨਹੀਂ ਕੁਝ ਫਾਇਦਾ। ਸਰੀਰ ਦੇ ਅੰਦਰ ਜਿਹੜਾ ਕੁੜਿਆਰ ਮਨ ਪੈਦਾ ਹੋ ਗਿਆ ਨਾ, ਇਸ ਨੂੰ ਸੁਮਤ ਦੇਣੀ ਹੈ, ਸਤਿਗੁਰ ਦੀ ਮੱਤ ਦੇ ਨਾਲ ਇਹਨੂੰ ਜੋੜ ਕੇ ਇਹਨੂੰ ਗਰੇਵ ਅੰਦਰ ਜੀਵਦਿਆਂ ਮਰਿਆ ਹੀ ਕਰਨਾ ਹੈ। ਉਹ ਕਹਿੰਦੀ ਹੈ ਜਿਹਦੇ ਕਾਰਨ ਮੈਂ ਨਾ ਸੜਦੀ ਬਲਦੀ ਸਾਂ ਨਾ, ਹਰ ਬਿਨ ਜੀਓ। ਪਤਾ ਕੀ ਹੁੰਦਾ? ਜਲ ਬਲ ਜਾ, ਸੜਦੀ ਬਲਦੀ ਰਹਿੰਦੀ ਸਾਂ। ਮੈਨੂੰ ਸਮਝ ਆ ਗਈ ਕਿ ਮੈਂ ਸੱਚ ਤੋਂ ਬਿਨਾਂ ਜਦੋਂ ਜੀਂਦਾ ਹਾਂ, ਸੱਚ ਤੋਂ ਬਿਨਾਂ ਇੱਕ ਬੜੀ ਪਪੂਲਰ ਐਗਜ਼ਾਮਪਲ ਅਸੀਂ ਤੁਹਾਡੇ ਨਾਲ ਸਾਂਝ ਕੀਤੀ ਸੀ, ਕਦੀ ਟੀਵੀ ਤੇ ਦੇਖਿਆ ਹੋਏਗਾ, ਮੇਰਾ ਸਲੋਟ ਹੀ 'ਚ ਆ ਗਿਆ ਕੁਦਰਤੀ, ਕਿ ਦਿਨਕਰ ਇੱਕ ਬੜਾ ਵੱਡਾ ਰਾਈਟਰ ਹੋਇਆ। ਦਿਨਕਰ ਆਪਣੀ ਰਾਈਟਿੰਗ ਵਿੱਚ ਲਿਖਦਾ ਕਿ ਇੱਕ ਵਾਰੀ ਮੈਂ ਮਸੂਰੀ ਜਾ ਰਿਹਾ ਸੀ, ਮੈਨੂੰ ਕਾਰ ਤੇ ਆਪਣੀ ਜਾਣਾ ਸੀ, ਔਰ ਦੇਹਰਾਦੂਨ ਵਾਲਿਆਂ ਤੋਂ ਮੈਂ ਪੁੱਛਿਆ ਕਿ ਮਸੂਰੀ ਦਾ ਰਾਸਤਾ ਕਿੰਨੀ ਦੂਰ ਹੈ। ਫੋਰ ਐਗਜ਼ਾਮਪਲ ਉਹਨਾਂ ਨੇ ਮੈਨੂੰ ਮੈਪ ਦਿੱਤਾ, ਡਾਇਰੈਕਸ਼ਨ ਦਿੱਤੀ ਔਰ ਕਿਹਾ ਤੁਸੀਂ 60 ਦੀ ਸਪੀਡ ਤੇ ਚੱਲੋ, 3 ਘੰਟੇ 'ਚ ਮਸੂਰੀ ਪਹੁੰਚ ਜਾਓਗੇ। ਕਹਿੰਦਾ ਮੈਂ ਮੈਪ ਵੀ ਫੋਲੋ ਕਰਦਾ ਗਿਆ, 3 ਘੰਟੇ ਦੇ ਸਪੀਡ ਵੀ ਮੇਰੀ ਮੇਨਟੇਨ ਰੱਖੀ, ਬਲਕਿ 60 ਦੀ 70 ਰੱਖ ਕੇ ਚੱਲਿਆ ਮੈਂ, ਪਰ 3 ਘੰਟੇ ਦੇ ਬਦਲੇ 5 ਘੰਟੇ ਬੀਤ ਗਏ, ਮਸੂਰੀ ਨਹੀਂ ਆਇਆ। ਕਹਿੰਦਾ ਆਈ ਵਾਸ ਸ਼ੌਕਡ, ਥੋੜਾ ਜਿਹਾ ਮੈਂ ਘਬਰਾ ਗਿਆ, ਦੂਰ ਦੂਰ ਤੱਕ ਕੁਝ ਨਜ਼ਰ ਨਹੀਂ ਆ ਰਿਹਾ। ਸਾਹਮਣੇ ਨਾ ਇੱਕ ਅਨਪੜ੍ਹ ਅੱਲੜ ਗੰਵਾਰ ਜੀ ਇਸਤਰੀ ਸਿਰ ਉੱਤੇ ਕੰਡੇ ਚੁੱਕ ਕੇ ਆ ਰਹੀ ਸੀ। ਕਹਿੰਦਾ ਮੈਂ ਕਾਰ ਤੋਂ ਉਤਰਿਆ, ਮੈਂ ਉਸਨੂੰ ਪੁੱਛਿਆ बहन जी ये रास्ता मसूरी को जाता है? वो पता की कहती है, अनपढ़ सिर ते कंडे चुके हुए, मनु कहती है टाई लगाई हुई है, कोट पैंट पहना हुआ है, कार चला रहे हो, पढ़े लिखे लगते हो। ये दुनिया का फेम राइटर मशहूर कहती है पढ़े लिखे लगते हो, बोर्ड नहीं पढ़े, साइन नहीं पढ़े, पीछे गलत आ गए हो शाह जी, पीछे वहां जाओ, वहां से मोड़ से साइन पढ़ना और फिर उधर जाना, वहां है मसूरी, इस पासे नहीं है। पता हो की कहता है? कहता मैं सोचा सारी दुनिया मैनू इन्ना वड्डा राइटर समझती है, मैं पढ़िया लिखिया, टाई भी लाई है, वाकई गल ठीक है, पर इस अनपढ़ अल्लड़ गंवार दे सामने मेरी ईगो नहीं हर्ट होनी चाहिए। मैं इधर ही जाई जावांगा भावें मसूरी ना आए। ਹੁਣ ਉਹਦੇ ਵਾਂਗੂ ਅਸੀਂ ਕਰਦੇ ਆ, ਜਦੋਂ ਸੱਚ ਪਤਾ ਲੱਗਦਾ ਅਸੀਂ ਨਹੀਂ ਲੈਣਾ ਚਾਹੁੰਦੇ, क्योंकि सच दे नाल ते मैं मसूरी पहुंच जाऊंगा, ठंडी हवा आ जाएगी, छाती शीतल, मन सुखी हो जाएगा। हम तो सुखी होना ही नहीं चाहते, हम तो दुखी होना चाहते हैं। कोई दुखी रखे सानू पसंद आता है। कोई जो टीवी ते हमेशा खबर आना, आज इतने लोग शांत हो गए, आज इतने लोगों ने बगैर दाज के शादी करा ली, आज इतने लोगों ने शराब नहीं बरताई, आज लोगों ने ये, तना पता क्या होगा, आजकल की हो गया, मतलब सारी दुनिया मतलब ठंड की हो गई है ना। चैनल बदलो है, सानू कोई खाओ कहाँ पर रेप हुआ, कहाँ पर लड़ाई हुई, कहाँ पर कितने मारे, वो तो मजा आता है। पति पत्नी को कहता है शाम को 6 बजे आऊँगा, 6 से 9 शो देखना, टाइम पे तैयार रखना, बाहर आके हॉर्न करूँगा, पौने 6 बजे, पौने 6 बजे बाहरों हॉर्न करता, पौड़ियाँ उतर के आ जाती है। कार बैठन सार उन्होंने पूछता है पिछला बूहा ताला मारा ही? कहते हाँ। फ्रिज बंद करें? हाँ। गैस बंद करें? हाँ। दूध अंदर रख रही हैं? हाँ। अलमारी ਨੂੰ ਤਾਲਾ ਮਾਰ ਰਹੀ ਹੈ? ਹਾਂ। ਉਹ ਪੁੱਛਦਾ ਜਾਂਦਾ ਪਿਕਚਰ ਹਾਲ ਦੇ ਕੋਲ ਤੱਕ ਪਹੁੰਚ ਗਏ। ਕਹਿੰਦੀ ਹੈ ਮੈਂ ਸਾਰੇ ਕੰਮ ਕਰ ਰਹੀ ਹਾਂ, ਕਿਉਂ ਇਤਨੀ ਲੰਬੀ ਲਿਸਟ ਪੁੱਛੀ ਜਾ ਰਹੇ ਹੋ? ਕਹਿੰਦਾ ਬਾਈ ਗॉड ਜੇ ਸਾਰੇ ਹੀ ਕੰਮ ਕਰ ਰਹੀ ਹਾਂ, ਕਿਹੜੀ ਵਰੀ ਲੈ ਕੇ ਫਿਲਮ ਦੇਖਾਂ? ਵੀ ਲਵ ਵੀ ਲਾਈਕ, ਸਾਨੂੰ ਪਖਾਨ ਵਾਲੀ, ਭੜਕਾਉਣ ਵਾਲੀ, ਲੜਾਈ ਵਾਲੀ, ਹਰ ਵੇਲੇ ਤਰਕ ਦਿਖਾਓ, ਸਾਸ ਵੀ ਕभी बहू थी। ਸਾਨੂੰ ਦਿਖਾਓ ਸੀਰੀਅਲ ਜਿਹਦੇ ਵਿੱਚ ਹਮੇਸ਼ਾ ਦੇਰਾਣੀਆਂ ਜਠਾਣੀਆਂ ਲੜੀਆਂ ਰਹਿੰਦੀਆਂ,
नूह सास लड़ी रहती है, किस तरह नूह गेम खेलती है, इस दिरानी के बेटे को मरवा दो, प्रॉपर्टी सारी हमारी होनी चाहिए, वो बड़े बेटे को मरवा दो, बिजनेस में तू बैठ जा और एक दिन डैडी को भी वहां पर दवाई दे के मरवा दियो, सासू को मैं इधर फिट कर दूंगी। यही तो कहते हैं सानू हमेशा, सानू पसंद बड़ा आता, इस करके वो सीरियल्स की TRP सब तो ज्यादा होती है, वी लाइक टू वॉच दैट। सानू मनो मचंदड़ियां पसंद ही नहीं, असी वही दिनकर बन के रहना चाहते भी मसूरी ना आए। पर फरीद जी कहते ने तेन अज ग्रेव प्राप्त हो सकता, सानू मरण तो बाद वाला पसंद है। वो कहते ने अज तू चीखा चढ़ सकता है, अज आपा खत्म कर सकता है, अज खाक नाल खाक हो सकना है। खाक नाल खाक होने का तरीका की है, तुसी मैनू गाल कड्डो, मैनू लगी नहीं, मैं कैच ही नहीं की थी, मैं वेल लेफ्ट कर दी, थोड़ी बॉल चली गई, जाओ, मैंने खेडी नहीं तुम्हारी बॉल, बस खाक हो गए। तुसी मैनू गाल कड्डी है, मेरे प्यो नू कड्डी, अच्छा मेरे दादे नू कड्डी, अच्छा हमारे मजहब के बारे में तुमने कुछ कह दिया। ओए सच सच है, किसी के कहने से कुछ नहीं होता है, किसी के वार शराब से कुछ नहीं होता, किसी के साड़ने से कुछ नहीं होता, किसी के भी मजहब को खत्म करने से सच खत्म नहीं होता। क्योंकि हमको समझ आया आद सच जुगा सच है भी सच, नानक होसी भी सच, कूड़ निखुट्टे नानका ओढ़क सच रही। जे गल समझ आ जाए ना, मेरा मानो गया। जालन गोरा नाल बस वो जिहड़ा मैं रब तो बिना सच तो बिना जींदा सी ना, ਉਹ ਨਾ ਸਾੜ ਦਿੱਤਾ ਜਾਂ ਦਫਨਾ ਦਿੱਤਾ, ਗੋਰਾ ਨਾਲ ਗਰੇਵ ਵਿੱਚ ਪਾ ਦਿੱਤਾ। ਉਲਾਮੇ ਜੀ ਸੇ ਮੇਰੇ ਸਰੀਰ ਨੂੰ ਕਿਉਂ ਉਲਾਮੇ ਦਿੰਦੇ ਹੋ, ਸਰੀਰ ਨੂੰ ਨਾ ਨਿੰਦੋ, ਸਰੀਰ ਨੂੰ ਨਿੰਦਣ ਦੀ ਲੋੜ ਨਹੀਂ ਹੈ। ਨਾ ਸਰੀਰ ਵਿੱਚ ਕਾਮ ਹੈ, ਨਾ ਸਰੀਰ ਵਿੱਚ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਮੇਰੇ ਥਾਟ ਪ੍ਰੋਸੈਸ ਵਿੱਚ ਹੈ, मेरे मन च है, इसनू फिक्स करा दियो ना। जिमी पूछे आसमान, फरीदा खेवट किन गए, जालन गोरा नाल उलामे जी से एवें ही तुसी शरीर नू निंदी जांदे हो। ओ जी ये रब दे पेट अंदर पुट्ठा टंगिया हुंदा है। साध संगत मैडिकल साइंस पढ़ के देखो, मैडिकल साइंस वालों ने पूछो, वो कहते ने जिन्हों तुसी पुट्ठा कह के नींद रहे हो, दिस इज द बेस्ट वे ऑफ ਪ੍ਰੈਗਨੈਂਸੀ ਐਂਡ ਦਿਸ ਇਜ਼ ਦਾ ਪਰਫੈਕਟ ਵੇ ਆਫ ਡਿਲੀਵਰੀ, ਕਿ ਉਹ ਪੁੱਠਾ ਹੋਵੇ, ਜਿਹੜਾ ਇੰਜ ਆਡਾ ਹੋ ਜਾਵੇ ਔਰ ਜਿਹੜਾ ਪੁੱਠਾ ਨਾ ਹੋਵੇ, ਉਹ ਸਾਰਾ ਔਰ ਸਾਰੇ ਡਾਊਨ ਸਿੰਡਰਮ ਔਰ ਜਿਤਨੀ ਸਾਰੀਆਂ ਬਿਮਾਰੀਆਂ ਔਰ ਜਿਤਨੀਆਂ ਗੱਲਾਂ ਨਿਕਲਦੀਆਂ ਨੇ, ਇਹ ਪਤਾ ਲੱਗਦਾ ਕਿ ਉਹ ਪ੍ਰੋਪਰਲੀ ਇੰਜ ਨਹੀਂ ਸੀ। ਇਹ ਕੋਈ ਅਬਿਊਜ਼ ਨਹੀਂ ਹੈ, ਇਹ ਤੇ ਕੁਦਰਤ ਦਾ ਨਿਯਮ ਹੈ, ਇਹ ਤੇ ਬੜੀ ਅੱਛੀ ਗੱਲ ਹੈ। पर सानू की बात, ओ माँ के पेट पे पुट्ठा लटका होता है ना, वहां को भगवान को तो याद रखता है, बाहर आके भूल जाता है। इंज ही पढ़ाया ना, शरीर नू निंदिया जो है, उलामे जी से एवं शरीर नू निंदी जा रहे हो। शरीर का कोई कसूर नहीं है, पुट्ठा ते मेरा मन है, इस मन नू सीधा कराना है, उच्चे चाढ़ना है, इस मन नू सतगुर दे नाल मर्ज करना है, इस मन नू खुदा नाल जोड़ना है, इस मन नू हुणे ग्रेव विच ले जाना है। आज मिलावा शेख फरीद, इस मन नू अज टाकम कुंजड़ियां चोला इसनू सीना है, रब जी नाल जींदे जी मिलन प्राप्त हो सकता है। सो हुण चले चलन हार तो बाद मन जदों चला गया, मन की मत कारण जमीन सड़दी बलदी सी एंड किरत कर्म के विछड़े लगदा सी, उसनू सदीवी ग्रेव मिल गया। मन की मत दा मन चिखा ते सड़ गया, मरने ते क्या डरपना हो गया, वाही शरीर नू निंदी है, हुण एक खत्म हो गया। जमीन नू आसमान ने पूछया वो कित्थे चला गया, खेवट जमीन कहती है वो एक मिक हो गया, मैं हुण जमीन सड़दी बलदी नहीं हाँ। जिस इंसान नू रब्बी मिलन की अवस्था जींदे जी प्राप्त हो जाएगी ना, तुहानू छिथा पैंदा नजर नहीं आएगा। किसी दे कुछ भी बोलन ते ना उदा है बैलेंस, लैंदे थक पाए हो गया, वो टिक गया, तुसी उसनू अपने आसन तो नहीं हिला सकते। जिस मन की गल चल रही है, साडे चो कौन परफेक्ट है और कौन नहीं है, मेरे समेत, मैं किसी की गल नहीं कर रहा, फरीद जी कह रहे ने वो टिक जाता है। वो जदों टिक गया, उसके भैड़े ख्याल जिहड़े बाबा बोलते थे वो चले गए, वो वाला मन ही चला गया। हुण ये टिक गया, इसनू हमेशा लई मन परदेसी सी घर आ गया,
ਘਰ ਪ੍ਰਾਪਤ ਹੋ ਗਿਆ, ਅਜਨਬੀ ਨਹੀਂ ਰਿਹਾ, ਹਿਰਦੇ ਘਰ 'ਚ ਆਇਆ, ਖੁਦਾ ਜੀ ਮਿਲ ਗਏ, ਰੱਬੀ ਮਿਲਨ ਹੋ ਗਿਆ, ਜਿਉਂਦਿਆਂ ਮੁਕਤੀ ਪ੍ਰਾਪਤ ਹੋ ਗਈ।